ਇੱਥੇ ਰਹਿੰਦੇ ਹਾਂ ਜਿਸ ਕਰਮ ਭੂਮੀ ਦਾ ਖਾਂਦੇ ਹਾਂ ਉਸ ਦਾ ਚੰਗਾ ਅਸੀਂ ਮੰਗਣਾ ਤੇ ਨਾਲ ਦੇ ਨਾਲ ਉਸ ਨੂੰ ਆਪਣੀ ਕਲਾ ਦੇ ਵਿੱਚ, ਭਾਵੇਂ ਉਹ ਪੰਜਾਬੀ ਕਲਾ ਹੋਵੇ, ਉਸ ਦੇ ਵਿੱਚ ਉਸ ਦੀ ਸ਼ਮੂਲੀਅਤ ਜਿਹੜੀ ਹੈ ਰੇਡੀਓ ਸਪਾਈਸ ਬਹੁਤ ਲੰਬੇ ਸਮੇਂ ਤੋਂ ਕਰਦਾ ਆ ਰਿਹਾ। ਇਸ ਹੀ ਇਨੀਸ਼ੀਏਟਿਵ ਨੂੰ ਲੈਂਦਿਆਂ ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟਰਸਟ ਦੀ ਟੀਮ ਨੇ ਪਹਿਲਾ ਨਿਊਜ਼ੀਲੈਂਡ ਦੇ ਵਿੱਚ ਨਿਊਜ਼ੀਲੈਂਡ ਪੰਜਾਬੀ ਪੇਂਟਿੰਗ ਕੰਪੀਟੀਸ਼ਨ ਰੱਖਿਆ। ਇਸ ਕੰਪੀਟੀਸ਼ਨ ਦੇ ਵਿੱਚ ਥੀਮ ਜਿਹੜਾ ਸੀ ਉਹ ਨਿਊਜ਼ੀਲੈਂਡ 'ਚ ਵਸਦੇ ਪੰਜਾਬੀਆਂ ਦਾ ਸੀ, ਉਹਨਾਂ ਦੀ ਜ਼ਿੰਦਗੀ ਦੇ ਪਲ, ਉਹਨਾਂ ਦੇ ਉੱਤੇ ਫਿਲਮਾਇਆ ਕੋਈ ਵੀ ਪਲ, ਕੋਈ ਵੀ ਰੁਕਦਾ ਹੋਇਆ ਉਹ ਪਲ ਜਿਹੜਾ ਦਰਸਾਉਂਦਾ ਹੋਵੇ ਸਾਡੀ ਪੰਜਾਬੀ ਹਿਸਟਰੀ, ਸਾਡਾ ਇਤਿਹਾਸ। ਇਸ ਸਾਰੇ ਪਲਾਂ ਨੂੰ ਪਰੋਣਾ ਜਿਹੜਾ ਨੈਚੁਰਲੀ ਸੁਭਾਵਕ ਉਦੋਂ ਹੋ ਪਾਇਆ ਜਦੋਂ ਪੇਂਟਿੰਗ ਕੰਪੀਟੀਸ਼ਨ ਇੱਥੇ ਨਿਊਜ਼ੀਲੈਂਡ ਦੇ ਵਿੱਚ ਕਰਵਾਇਆ ਗਿਆ। 3 ਕੈਟਾਗਰੀਆਂ ਸਨ। ਬੱਚਿਆਂ ਦੀ ਕੈਟਾਗਰੀ 5 ਤੋਂ 10 ਸਾਲ, ਫਿਰ 10 ਤੋਂ 15 ਤੇ ਅਖੀਰ ਦੇ ਵਿੱਚ 15 ਤੋਂ ਓਪਨ ਅਡਲਟ ਦੀ ਕੈਟਾਗਰੀ। ਸਭ ਤੋਂ ਵੱਧ ਐਂਟਰੀਆਂ ਜਿਹੜੀਆਂ ਬੱਚਿਆਂ ਦੀਆਂ ਕੈਟਾਗਰੀਜ਼ ਦੇ ਵਿੱਚ ਆਈਆਂ, ਕਿਉਂਕਿ ਛੁੱਟੀਆਂ ਸਨ ਬੱਚਿਆਂ ਨੂੰ, ਬੱਚਿਆਂ ਨੇ ਨਿੱਠ ਕੇ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਕੈਨਵਸਿਸ ਦੇ ਉੱਤੇ ਤੇ ਕਈਆਂ ਨੇ ਪੇਪਰਾਂ ਦੇ ਉੱਤੇ ਹੀ, ਕਿਉਂਕਿ ਉਹਨਾਂ ਦੀ ਫੈਮਲੀਜ਼ ਦੇ ਪੱਖੋਂ ਨਹੀਂ ਸੋਰਸ ਕਰ ਸਕੇ, ਉਹਨਾਂ ਨੇ ਪੇਪਰਾਂ ਦੇ ਉੱਤੇ ਵੀ ਪੇਂਟਿੰਗ ਕਰਨ ਜਿਹੜੀ ਨਿਭਾਈ। ਸਾਡੇ ਕੋਲ ਤਕਰੀਬਨ ਟੋਟਲ 55 ਦੇ ਕਰੀਬ ਐਂਟਰੀਜ਼ ਆਈਆਂ। ਵਿਨਰ ਕੱਢਣੇ ਬਹੁਤ ਮੁਸ਼ਕਲ ਸਨ। 4 ਜਿਹੜੇ ਜੱਜਸ ਸਾਹਿਬਾਨ, ਇੱਕ ਆਸਟ੍ਰੇਲੀਆ ਤੋਂ, ਇੱਕ ਇੰਡੀਆ ਤੋਂ, 2 ਨਿਊਜ਼ੀਲੈਂਡ ਤੋਂ ਤੇ 4 ਦੇ ਵਿੱਚੋਂ ਇੱਕ ਨੌਨ ਪੰਜਾਬੀ ਜਿਹੜਾ ਜੋ ਕਿ ਖੁਦ ਪੇਂਟ ਕਰਦਾ ਹੈ ਤੇ ਮਿਊਰਲਸ ਵੀ ਬਣਾਉਂਦਾ ਹੈ, ਪਾਕਿਹਾ ਮੂਲ ਦਾ ਜਿਹੜਾ ਸਕਾਟ ਸੀ, ਉਹਨਾਂ ਨੇ ਵੀ ਇਸ ਦੇ ਵਿੱਚ ਹਿੱਸਾ ਲਿਆ। ਕੁਲਵੰਤ ਕੌਰ ਭੈਣ ਜੀ ਜਿਹੜੇ ਆਪ ਖੁਦ ਆਰਟਿਸਟ ਨੇ, ਉਹਨਾਂ ਨੇ ਇਸ ਨੂੰ ਜੱਜ ਕੀਤਾ। ਪੰਜਾਬ ਤੋਂ ਬਹੁਤ ਨਾਮਣਾ ਖੱਟ ਚੁੱਕੇ, ਖਾਸ ਕਰਕੇ ਆਪਾਂ ਸਾਰੇ ਜਾਣਦੇ ਹਾਂ ਜਿਹੜੀ ਪ੍ਰੋਟੈਸਟ ਦੀ ਲੜੀ ਪੰਜਾਬ ਦੇ ਵਿੱਚ ਇਸ ਟਾਈਮ ਚੱਲ ਰਹੀ ਹੈ, ਫਾਰਮਰ ਪ੍ਰੋਟੈਸਟ ਦੀ, ਉਸ ਨੂੰ ਬਹੁਤ ਹੀ ਬਾਕਮਾਲ ਤਰੀਕੇ ਦੇ ਨਾਲ ਆਪਣੀਆਂ ਪੇਂਟਿੰਗਸ ਦੇ ਵਿੱਚ ਪਰੋ ਕੇ ਸਮੁੰਦਰ ਕੁੱਜੇ ਦੇ ਵਿੱਚ ਕਰਦਿਆਂ ਗੁਰਪ੍ਰੀਤ ਸਿੰਘ ਬਠਿੰਡਾ, ਉਹਨਾਂ ਨੂੰ ਵੀ ਇਸ ਜੱਜਿੰਗ ਦਾ ਪੈਨਲ ਬਣਾਇਆ ਗਿਆ। ਨਾਲ ਦੇ ਨਾਲ ਸਵਰਨ ਸਿੰਘ ਬਰਨਾਲਾ ਆਸਟ੍ਰੇਲੀਆ ਤੋਂ, ਇਹਨਾਂ ਸਾਰਿਆਂ ਨੇ ਇੰਡੀਪੈਂਡੈਂਟਲੀ ਜੱਜਿੰਗ ਦੇ ਬਾਅਦ ਜਿਹੜੇ ਵਿਨਰ ਸਨ, ਅਸੀਂ ਉਹਨਾਂ ਨੂੰ ਇੱਥੇ ਰੇਡੀਓ ਸਪਾਈਸ ਪੰਜਾਬੀ ਸੈਂਟਰ ਜਿਹੜਾ ਅਨਾਊਂਸ ਕੀਤਾ। ਉਹਨਾਂ ਵਿਨਰਸ ਦੇ ਵਿੱਚੋਂ ਜਿਹੜੀ ਅਡਲਟ ਕੈਟਾਗਰੀ ਸੀ 15 ਐਂਡ ਓਵਰ, ਉਸ ਦੇ ਵਿਨਰਸ ਜਿਹੜੇ ਸਾਡੇ ਨਾਲ ਅੱਜ ਸਟੂਡੀਓਜ਼ ਦੇ ਵਿੱਚ ਨੇ। ਸਭ ਤੋਂ ਪਹਿਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਤੇ ਮੁਬਾਰਕਾਂ ਦਿੰਦੇ ਹਾਂ ਕਿ ਇੰਨੀ ਜਿਹੜੀ ਸਖਤ ਮੈਂ ਕਹਿ ਸਕਦਾ ਜੱਜਿੰਗ, ਇੰਡੀਪੈਂਡੈਂਟ ਜੱਜਿੰਗ ਤੇ ਬੜੀ ਨੋਟੇਬਲ ਜੱਜਿੰਗ ਜਿਹੜੀ ਆ, ਉਸ ਦੇ ਬਾਅਦ ਤੁਸੀਂ ਸਾਰੇ ਹੀ ਜਿਹੜੇ ਇਸ ਟਾਈਮ ਅੱਜ ਸਟੂਡੀਓ ਦੇ ਵਿੱਚ ਬੈਠੇ ਹੋ, ਉਹਨਾਂ ਨੇ ਨੈਚੁਰਲੀ ਮੁਕਾਮ ਹਾਸਲ ਕੀਤੇ ਨੇ, ਵਿਨਰ ਤੁਸੀਂ ਰਹੇ ਹੋ। ਮੇਰਾ ਸਭ ਤੋਂ ਪਹਿਲੋਂ ਜਿਹੜੀ ਟੀਮ ਹੈ ਇੱਥੇ, ਉਹਨਾਂ ਨੂੰ ਜੀ ਆਇਆਂ ਆਖਣਾ ਫਰਜ਼ ਬਣਦਾ। ਸੋ ਰੇਡੀਓ ਸਪਾਈਸ ਦੇ ਉੱਤੇ ਸਵਾਗਤ ਹੈ ਜੀ ਸਾਰਿਆਂ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਆਪਾਂ ਸ਼ੁਰੂਆਤ ਹਰਪਾਲ ਤੁਹਾਡੇ ਤੋਂ ਸਭ ਤੋਂ ਪਹਿਲੋਂ ਕਰਨਾ ਚਾਹਾਂਗੇ ਤੇ ਥੋੜ੍ਹਾ ਜਿਹਾ ਜਿਹੜੇ ਲਿਸਨਰਸ ਨੇ, ਵਿਊਅਰਸ ਨੇ, ਸਾਨੂੰ ਆਨਲਾਈਨ ਵੀ ਜਿਹੜੇ ਲਿਸਨਰਸ ਇਸ ਟਾਈਮ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਉੱਤੇ ਤੁਸੀਂ ਦੇਖ ਸਕਦੇ ਹੋ, ਅਸੀਂ ਲਾਈਵ ਆ। ਤੇ ਹਰਪਾਲ ਆਪਣਾ ਪਿਛੋਕੜ
ਕਿਸ ਜ਼ਿਲ੍ਹੇ ਨੂੰ, ਕਿਸ ਪਿੰਡ ਨੂੰ ਜਾਂ ਕਿਸ ਇਲਾਕੇ ਨੂੰ ਤੁਸੀਂ ਬਿਲੋਂਗ ਕਰਦੇ ਹੋ? ਆਪਾਂ ਸ਼ੁਰੂਆਤ ਸਭ ਤੋਂ ਪਹਿਲਾਂ ਉੱਥੋਂ ਕਰਦੇ ਹਾਂ। ਮੈਂ ਪੰਜਾਬ ਸ਼ਹਿਰ ਪਟਿਆਲਾ ਨੂੰ ਬਿਲੋਂਗ ਕਰਦਾ ਜੀ। ਜੀ। ਤੇ 2016 ਚ ਮੈਂ ਨਿਊਜ਼ੀਲੈਂਡ ਆਇਆ ਸੀ ਤੇ ਇਸ ਟਾਈਮ ਹੈਮਿਲਟਨ ਸ਼ਹਿਰ ਰਹਿ ਰਿਹਾ ਜੀ। ਤੇ ਮੇਰਾ ਇਹ ਸ਼ੌਂਕ ਆ ਬਚਪਨ ਤੋਂ ਪੇਂਟਿੰਗ ਕਰਨਾ ਜੀ। ਤੇ ਰੇਡੀਓ ਸਪਾਈਸ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਉਲੀਕਿਆ ਤੇ ਆਰਟਿਸਟਾਂ ਨੂੰ ਇੱਥੇ ਇਕੱਠਾ ਕੀਤਾ। ਤੇ ਮੈਨੂੰ ਨਹੀਂ ਲੱਗਦਾ ਇਹ ਵੀ ਨਿਊਜ਼ੀਲੈਂਡ 'ਚ ਪਹਿਲਾਂ ਕਦੀ ਕੁਝ ਐਵੇਂ ਦਾ ਵਾਪਰਿਆ। ਇਹ ਪਹਿਲੀ ਵਾਰ ਇਹੋ ਜਿਹਾ ਮੌਕਾ ਸੀ ਜਦੋਂ ਪੇਂਟਿੰਗ ਵਾਲੇ ਆਰਟਿਸਟ ਇਕੱਠੇ ਹੋਏ, ਇੱਕ ਦੂਜੇ ਨਾਲ ਉਹਨਾਂ ਨੇ ਪਿਆਰ ਸਾਂਝ ਪਾਈ ਤੇ ਆਪਣਾ ਆਪਣਾ ਕਲਾ ਸਾਰਿਆਂ ਨੂੰ ਇੱਕ ਦੂਜੇ ਨੂੰ ਦਿਖਾਈ। ਸੋ ਨੈਚੁਰਲੀ ਤੁਸੀਂ ਪਟਿਆਲੇ ਦੀ ਗੱਲ ਕੀਤੀ। ਪਟਿਆਲੇ ਦੇ ਵਿੱਚ ਵੈਸੇ ਤਾਂ ਕਹੀਏ ਬਹੁਤ ਕੁਛ ਤੁਹਾਡੇ ਜੁੱਤੀਆਂ ਪਰਾਂਦੇ ਤੇ ਆਪਾਂ ਸਾਰੇ ਜਾਣਦੇ ਆ, ਫੁਲਕਾਰੀਆਂ ਬਹੁਤ ਮਸ਼ਹੂਰ ਆ ਤੇ ਰੰਗ ਬਹੁਤ ਨੇ ਤੇ ਕਲਾ ਦੇ ਉਪਾਸਕ ਜਿਹੜੇ ਆ ਉਹ ਐਕਚੁਅਲੀ ਉਸ ਸ਼ਹਿਰ ਦੇ ਨਾਲ ਬੱਝੇ ਹੋਏ ਆ। ਸੋ ਇਹ ਸ਼ੌਂਕ ਕਦੋਂ ਤੋਂ ਪਿਆ ਪੇਂਟਿੰਗ ਦਾ? ਜਿਹੜਾ ਪੇਂਟਿੰਗ ਦਾ ਸ਼ੌਂਕ ਆ ਜੀ ਮੇਰਾ, ਉਹ ਬਚਪਨ ਤੋਂ ਆ। ਬਚਪਨ ਤੋਂ ਲਾ ਲਓ ਵੀ ਪਹਿਲੀ ਦੂਜੀ ਕਲਾਸ ਤੋਂ, ਤੇ ਉਹ ਹੌਲੀ ਹੌਲੀ ਸ਼ੌਂਕ ਵੱਧਦਾ ਗਿਆ ਤੇ ਜ਼ਿੰਦਗੀ ਦਾ ਮੇਰਾ ਮਤਲਬ ਇਦਾਂ ਲਾ ਲਓ ਵੀ ਪਹਿਲਾ ਪਿਆਰ ਪੇਂਟਿੰਗ ਹੈ ਜੀ। ਬਾਕੀ ਸਾਰੇ ਕੰਮ ਮੇਰੇ ਲਈ ਦੂਜੇ ਨੰਬਰ ਤੇ ਆਉਂਦੇ ਨੇ ਜੀ। ਤੇ ਇਹ ਜਿਹੜੀ ਪੇਂਟਿੰਗ ਆ ਮੈਨੂੰ ਸਭ ਤੋਂ ਵੱਧ ਪਸੰਦ ਆ ਆਪਣੀ ਲਾਈਫ 'ਚ। ਜਦੋਂ ਵੀ ਕਦੀ ਮਤਲਬ ਮਨ ਜ਼ਿਆਦਾ ਖੁਸ਼ ਹੋਵੇ, ਉਦਾਸ ਹੋਵੇ, ਤਾਂ ਇਹ ਰੰਗ ਮੈਨੂੰ ਬੜਾ ਸਾਥ ਨਿਭਾਉਂਦੇ ਨੇ। ਤੇ ਜਦੋਂ ਮਨ ਜ਼ਿਆਦਾ ਖੁਸ਼ ਹੁੰਦਾ ਉਦੋਂ ਜਿਹੜੇ ਕੈਨਵਸ ਤੇ ਰੰਗ ਨਿਕਲ ਕੇ ਆਉਂਦੇ ਨੇ ਉਹ ਬਿਲਕੁਲ ਅਲੱਗ ਹੁੰਦੇ ਨੇ। ਜਦੋਂ ਉਦਾਸ ਹੁੰਦਾ ਮਨ ਤਾਂ ਉਦੋਂ ਜਿਹੜੇ ਰੰਗ ਨਿਕਲ ਕੇ ਆਉਂਦੇ ਨੇ ਉਹ ਬਿਲਕੁਲ ਅਲੱਗ ਹੁੰਦੇ ਨੇ। ਜੇ ਮੈਂ ਆਪਣੀਆਂ ਪੁਰਾਣੀਆਂ ਪੇਂਟਿੰਗ ਦੇਖ ਕੇ ਹੁਣ ਵੀ ਦੇਖ ਕੇ ਮੈਂ ਦੱਸ ਸਕਦਾ ਵੀ ਜਦੋਂ ਜੇ ਮੇਰਾ ਆਹ ਪੇਂਟਿੰਗ ਇਦਾਂ ਦੀ ਬਣੀ ਹੋਈ ਆ ਤਾਂ ਉਦੋਂ ਮੈਂ ਖੁਸ਼ ਸੀ ਜਾਂ ਸੈਡ ਸੀ। ਇਨਕ੍ਰੈਡੀਬਲ ਆ ਤੁਹਾਡਾ। ਤੁਸੀਂ ਆਪਣੀਆਂ ਭਾਵਨਾਵਾਂ ਨੂੰ ਰੰਗਾਂ 'ਚ ਪਰੋ ਦਿੰਦੇ ਹੋ ਤੇ ਉਹ ਰੰਗ ਮੁੜ ਮੁੜ ਕੇ ਤੁਹਾਨੂੰ ਉਹ ਸਮਾਂ ਚੇਤਾ ਕਰਾਉਂਦੇ ਨੇ। ਜਿਵੇਂ ਕਿ ਫੋਟੋਜ਼ ਜਿਹੜੀਆਂ ਤੁਸੀਂ, ਮੈਨੂੰ ਨਹੀਂ ਪਤਾ, ਬਹੁਤ ਜਿਹੜੇ ਲੋਕ ਲਗਾਤਾਰ ਕੰਮ ਕਰਦੇ ਨੇ ਡੈਸਕਟਾਪ ਦੇ ਉੱਤੇ, ਮੈਂ ਗੋਰਿਆਂ ਦੇ ਵਿੱਚ ਇਹ ਰਵਾਇਤ ਬਹੁਤ ਦੇਖੀ ਆ ਉਹਨਾਂ ਦੇ ਵਰਕਪਲੇਸ ਦੀ। ਉਹਨਾਂ ਨੇ ਜਿਹੜੇ ਆਪਣੇ ਫੋਟੋਜ਼ ਦਾ ਇੱਕ ਜਿਹੜਾ ਸਲਾਈਡ ਸ਼ੋ ਹੁਣ ਨੈਚੁਰਲੀ ਮਿਲ ਜਾਂਦੇ, ਗਿਫਟ ਮਿਲ ਜਾਂਦੇ ਆ ਕਿ ਫਰੇਮ ਦੇ ਵਿੱਚ ਉਹਨਾਂ ਰੱਖਿਆ, ਉਹ ਰੈਂਡਮ ਫੋਟੋਜ਼ ਆਉਂਦੀਆਂ ਰਹਿੰਦੀਆਂ ਤੇ ਉਹ ਫਿਰ ਕਹਿੰਦੇ ਕਿ ਸਾਨੂੰ ਅਸੀਂ ਉਸ ਪਲ 'ਚ ਪਹੁੰਚ ਜਾਂਦੇ ਆ ਤੇ ਕਈ ਵਾਰ ਉਹ ਖੁਸ਼ੀ ਉਸ ਪਲ ਦੀ ਜਿਹੜੀ ਹੁੰਦੀ ਆ ਸਾਨੂੰ ਉਸ ਸਮੇਂ ਜਕੜ ਦਿੰਦੀ ਆ ਤੇ ਫਿਰ ਅਸੀਂ ਮੁੜ ਕੇ ਰੀਐਨਰਜਾਈਜ਼ ਕਈ ਵਾਰ ਹੋ ਜਾਂਦੇ। ਬੜਾ ਇੰਟਰਸਟਿੰਗ ਤੁਸੀਂ ਪੁਆਇੰਟ ਜਿਹੜਾ ਰੇਜ਼ ਕੀਤਾ। ਆਪਣੇ ਪਰਿਵਾਰ ਦੇ ਵਿੱਚ ਹਰਪਾਲ ਕਿਸੇ ਹੋਰ ਨੂੰ ਜਿਹੜਾ ਸ਼ੌਂਕ ਸੀ? ਨਹੀਂ, ਮੈਨੂੰ ਲੱਗਦਾ ਮੈਂ ਆਪਣੇ ਪਰਿਵਾਰ 'ਚ ਇਕੱਲੇ ਹੀ ਆ ਜੋ ਆਰਟ ਨਾਲ ਲਿੰਕ ਕਰਦਾ। ਮੇਰੇ ਪਿਛੋਕੜ ਤੋਂ ਹੁਣ ਤੱਕ ਕੋਈ ਐਵੇਂ ਦਾ ਕੰਮ ਨਹੀਂ ਕਰਦਾ। ਨਾ ਮੈਂ ਫੋਟੋਗ੍ਰਾਫੀ ਕਰਦਾ ਤੇ ਵੀਡੀਓ ਕਰਦਾ ਤੇ ਪੇਂਟਿੰਗ ਕਰਦਾ। ਮੈਨੂੰ ਮਤਲਬ ਆਰਟ ਨਾਲ ਲਿੰਕ ਆਪਾਂ, ਮੈਂ ਕੁਛ ਨਾ ਕੁਛ ਲਿਖਦਾ ਰਹਿੰਦਾ, ਉਹ ਆਪਣੇ ਆਪ ਲਈ ਲਿਖ ਕੇ ਰੱਖ ਲੈਂਦਾ ਜਦੋਂ ਵੀ ਕੁਛ ਹੋਵੇ। ਤੇ ਜਦੋਂ ਮੈਂ ਕੁਛ ਲਿਖਦਾ ਉਹ ਕਈ ਵਾਰ ਇੱਕ ਏਦਾਂ ਦਾ ਕੁਛ ਲਿਖਦਾ ਮਤਲਬ ਆਪਣੇ ਆਪ ਲਈ ਪੋਇਟਰੀ ਹੋ ਗਈ ਜਾਂ ਕੋਈ ਸ਼ੇਅਰ ਹੋ ਗਿਆ, ਉਹ ਫਿਰ ਮੈਂ ਕਈ ਵਾਰ ਪੇਂਟਿੰਗ ਦੇ ਰੂਪ ਵਿੱਚ ਵੀ ਆਪਣੇ ਆਪ 'ਚ ਸੰਭਾਲ ਕੇ ਰੱਖ ਲੈਂਦਾ ਉਹਨੂੰ। ਜੀ, ਆਪਾਂ ਤੁਹਾਡੀ ਪੇਂਟਿੰਗ ਦੇ ਉੱਤੇ ਆਵਾਂਗੇ, ਪਰ ਉਸ ਤੋਂ ਪਹਿਲਾਂ ਮੈਂ ਜਿਹੜੇ ਬਾਕੀ ਦੇ ਸਾਡੇ ਟੀਮ ਮੈਂਬਰ ਸਾਰਿਆਂ ਦੇ ਨਾਲ ਇੱਕ ਵਾਰੀ ਰਾਬਤਾ, ਮੈਨੂੰ ਪਤਾ ਬਾਰ-ਬਾਰ ਉਹ रेखा का सॉन्ग है आपको आना है बार बार, लेकिन पहली बार जरूर साडा फर्ज बनदा कि असीं तुहाडे नाल राबता करिए। सो ਕਰਨ ਤੁਸੀਂ ਬੜੇ ਫਖਰ ਦੇ ਨਾਲ ਪੰਜਾਬੀ ਦੇ ਵਿੱਚ ਆਪਣਾ ਜਿਹੜਾ ਨਾਮ ਆਪਣੀ ਪੇਂਟਿੰਗ ਉੱਤੇ ਕਰਨਦੀਪ ਜਿਹੜਾ ਲਿਖਿਆ ਤੇ ਕਰਨਦੀਪ ਸਿੰਘ ਭਮਰਾ, ਮੈਨੂੰ ਅੱਜ ਤੁਸੀਂ ਜਦੋਂ ਸਾਰਿਆਂ ਨੂੰ ਟੈਗ ਕਰਕੇ ਫੇਸਬੁੱਕ ਦੇ ਉੱਤੇ ਜਿਹੜੀ ਆਪਣੀ ਤਸਵੀਰ ਪਾਈ, ਮੈਨੂੰ ਪਤਾ ਚੱਲਿਆ ਕਿ ਤੁਸੀਂ ਨੈਚੁਰਲੀ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਹੋ। ਸੋ ਫੇਸਬੁੱਕ ਦੇ ਫਾਇਦੇ ਵੀ ਬਹੁਤ ਨੇ ਜੀ ਜਦੋਂ ਤੁਸੀਂ ਸਾਰਿਆਂ ਨਾਲ ਕਨੈਕਟਡ ਆ। ਸੋ ਮੈਂ ਇਹੀ ਤੁਹਾਡੇ ਤੋਂ ਸਵਾਲ ਪੁੱਛਣਾ ਕਿ ਖਾਸ ਤੁਸੀਂ ਅੰਮ੍ਰਿਤਸਰ ਦੇ ਹੋ? ਹਾਂਜੀ, ਮੈਂ ਖਾਸ ਅੰਮ੍ਰਿਤਸਰ ਪੰਜਾਬ ਤੋਂ ਜੀ, ਪਿੰਡ ਧੌਲਾ ਜੀ, ਏਅਰਪੋਰਟ ਰੋਡ ਤੇ। ਹਾਂਜੀ, ਅੱਛਾ ਜੀ। ਅੱਜ ਕੱਲ੍ਹ ਅਸੀਂ ਹੋਲੀ ਸਿਟੀ ਰਹਿ ਰਹੇ ਹਾਂ ਜੀ। ਹਾਂਜੀ ਜੀ ਜੀ ਜੀ। ਤੇ ਸੋ ਹੋਲੀ ਸਿਟੀ ਦੇ ਪੱਖੋਂ ਨੈਚੁਰਲੀ ਰਹਿੰਦੇ ਆ ਤੁਹਾਡੇ ਕੋਲ ਤਾਂ ਜੇ ਸਬਜੈਕਟ ਮੈਟਰ ਜੇ ਤੁਸੀਂ ਚੂਜ਼ ਕਰਨਾ ਹੋਵੇ ਤਾਂ ਮੈਂ ਕਹਿੰਦਾ ਕਿ ਇਸ ਤੋਂ ਵਧੀਆ ਕੋਈ ਸਬਜੈਕਟ ਮੈਟਰ ਹੀ ਨਹੀਂ ਆਲੇ ਦੁਆਲੇ ਹੋ ਸਕਦਾ, ਕਿਉਂਕਿ ਜਿਹੜੇ ਲਾਹੌਰ ਦੇ ਬਾਅਦ ਮੈਂ ਕਹਾਂਗਾ ਪੰਜਾਬ ਦਾ ਸਭ ਤੋਂ ਇਤਿਹਾਸਕ ਜਿਹੜਾ ਸ਼ਹਿਰ ਹੈ, ਜਿੱਥੇ ਕਿ ਗੁਰੂ ਕੀ ਨਗਰੀ ਤੇ ਇਤਿਹਾਸ ਜਿਹੜਾ ਉਸਦੇ ਇੱਕ ਇੱਕ ਗਲੀ ਦੇ ਜਿਹੜੀ ਨੁੱਕਰ ਦੇ ਉੱਤੇ ਖੜਾ, ਤੇ ਇਸ ਦਾ ਅਹਿਸਾਸ ਤੁਸੀਂ ਲਾਹੌਰ ਜਾ ਕੇ ਹੀ ਮਹਿਸੂਸ ਕਰ ਸਕਦੇ ਜਦੋਂ ਤੁਸੀਂ ਵਾਪਸ ਆਉਂਦੇ ਹੋ ਕਿ ਇੱਧਰਲੇ ਪਾਸੇ ਜਿਹੜਾ ਉਹ ਉਸ ਦੀ ਕੀਮਤ ਜਿਹੜੀ ਆ
ਉਹ ਕੀ ਆ ਬਾਕੀ ਸ਼ਹਿਰਾਂ ਦੇ ਮੁਕਾਬਲੇ? ਸੋ ਆਪਣੀ ਮੁੱਢਲੀ ਪੜ੍ਹਾਈ ਤੁਹਾਡੀ ਅੰਮ੍ਰਿਤਸਰ ਜੀ ਹੋਈ ਹੈ? ਹਾਂਜੀ, ਸ਼ੁਰੂ ਤੋਂ ਮੈਂ ਖਾਲਸਾ ਕਾਲਜ ਪਬਲਿਕ ਸਕੂਲ ਪੜ੍ਹਿਆ ਜੀ। ਫਿਰ ਮੈਂ ਗ੍ਰੈਜੂਏਸ਼ਨ ਖਾਲਸਾ ਕਾਲਜ ਤੋਂ ਕੀਤੀ। ਤੇ ਡਰਾਇੰਗ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀ, ਮਤਲਬ ਖੂਨ ਦੇ ਵਿੱਚ ਹੀ ਸੀਗੀ। ਮੇਰੇ ਜਿਹੜੇ ਨਾਨਾ ਜੀ ਸੀ, ਨਾਨਾ ਜੀ ਦੇ ਦਾਦਾ ਜੀ ਗਿਆਨ ਸਿੰਘ, ਜਿਨ੍ਹਾਂ ਨੇ ਦਰਬਾਰ ਸਾਹਿਬ ਨਿਕਾਸ਼ੀ ਕੀਤੀ। ਵਾਓ। ਹਾਂਜੀ, ਫਿਰ ਮੇਰੇ ਨਾਨਾ ਜੀ ਦੇ ਚਾਚਾ ਜੀ ਗਿਆਨ ਸਿੰਘ ਸੋਹਣ ਸਿੰਘ। ਹਾਂਜੀ। ਤੇ ਨਾਨਾ ਜੀ ਵੀ ਆਰਟਿਸਟ ਤੇ ਸਰਦਾਰ ਸੰਤੋਖ ਸਿੰਘ। ਉਹਨਾਂ ਤੋਂ ਬਾਅਦ ਮੇਰੇ ਮਾਸੀ ਜੀ, ਤੇ ਫਿਰ ਮੇਰੇ ਚ ਆਈਏ ਹੁਨਰ। ਵਾਹ, ਇਹ ਤੁਸੀਂ ਤੇ ਕਹਿੰਦੇ ਕਿ ਮਤਲਬ ਕਿ ਫੇਰ ਤਾਂ ਤੁਹਾਨੂੰ ਉਹ ਗੁੜਤੀ ਦੇ ਵਿੱਚ ਸਰਦਾਰ ਸੋਭਾ ਸਿੰਘ ਦੀ ਬਲੱਡ ਚ ਵੀ ਬਿਲੋਂਗ ਕਰਦਾ। ਅੱਛਾ, ਵਾਹ। ਮੈਂ ਕਹਿ ਰਹੀ ਹਾਂ ਪਹਿਲੀ ਵਾਰ ਤੁਹਾਡੀ ਇੰਟਰੋਡਕਸ਼ਨ ਇਸ ਦੇ ਬਾਅਦ ਮੇਰੇ ਖਿਆਲ ਆਪਾਂ ਸਾਰਿਆਂ ਨੂੰ ਚੇਤੇ ਰਹੂਗਾ। ਬੜੇ ਅਦੀਬ ਤੁਸੀਂ ਜਿਹੜੀਆਂ ਸ਼ਖਸੀਅਤਾਂ ਦੇ ਨਾਮ ਲਏ ਆ, ਕਿਉਂਕਿ ਜਿਹੜੀ ਖਾਸ ਕਰਕੇ ਦਰਬਾਰ ਸਾਹਿਬ ਦੇ ਅੰਦਰ ਨਕਾਸ਼ੀ ਹੈ ਜੀ, ਉਹ ਬਾ ਕਮਾਲ ਹੈ। ਭਾਵੇਂ ਜਿਹੜੇ ਕਾਰ ਸੇਵਾ ਵਾਲੇ ਬਾਬੇ ਆ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਆ ਉਹਨੂੰ ਚਾਰ ਚੰਦ ਲਾਉਣ ਦੀ, ਲੇਕਿਨ ਫਿਰ ਵੀ ਮੈਨੂੰ ਯਾਦ ਹੈ ਸਾਡੇ ਇੱਥੇ ਆਏ ਹੋਏ ਜਿਹੜੇ ਮਹਿਮਾਨ ਸਨ, ਕੈਨੇਡਾ ਹੁਣ ਬੇਸਡ ਨੇ, ਤੁਸੀਂ ਸ਼ਾਇਦ ਉਹਨਾਂ ਨੂੰ ਜਾਣਦੇ ਹੀ ਹੋਵੋਗੇ, ਜਿਹੜੇ ਬਹੁਤ ਉੱਘੇ ਚਿੱਤਰਕਾਰ ਨੇ। ਸਾਡੇ ਇੱਥੇ ਵਿਸਾਖੀ ਦੇ ਸ਼ੋਅ ਦੇ ਉੱਤੇ ਜਿਹੜੇ ਆਏ ਸਨ, ਅਤੇ ਆਪਣੇ ਉਹਨਾਂ ਦੇ ਫਾਦਰ ਸਾਹਿਬ ਵੀ ਜਿਹੜੇ ਕੈਲੀਗ੍ਰਾਫਿਸਟ ਸਨ, ਅਤੇ ਉਹਨਾਂ ਨੇ ਨਕਾਸ਼ੀ ਜਿਹੜੀ ਹੈ ਖਾਸ ਕਰਕੇ ਉੱਪਰ ਕੀਤੀ ਹੈ। ਸੋ ਫਿਰ ਨੈਚੁਰਲੀ ਜਿੱਥੇ ਘਰ ਦੇ ਵਿੱਚ ਇੰਨਾ ਜ਼ਿਆਦਾ ਟੈਲੈਂਟ ਸੀ ਇਸ ਕਲਾ ਨੂੰ ਲੈ ਕੇ, ਫਿਰ ਤਾਂ ਮੇਰੇ ਖਿਆਲ ਤੁਹਾਡੀ ਕਲਾਸ ਪੂਰੀ ਲੱਗਦੀ ਹੋਏਗੀ ਕਿ ਤੁਹਾਡੇ ਜਿਹੜੇ ਆਪਣੇ ਸਿਲੈਕਸ਼ਨ ਤੋਂ ਲੈ ਕੇ ਤੇ ਜਦੋਂ ਮੈਂ ਬਣਾਉਣਾ ਸਕੈਚਿੰਗ ਤੇ ਸਭ ਨੂੰ ਬਹੁਤ ਵਧੀਆ ਲੱਗਦੀ, ਪਰ ਮੇਰੇ ਮਾਸੀ ਜੀ ਮੈਨੂੰ ਦੱਸ ਹੀ ਦਿੰਦੇ ਕਿੱਥੇ ਨੁਕਸ ਆਇਆ। ਤੇ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਕਰਦਾ ਕਿ ਉਹਨਾਂ ਨੇ ਵੀ ਮੈਨੂੰ ਗਾਈਡ ਕਰਕੇ ਇਹ ਲੈਵਲ ਤੇ ਪਹੁੰਚਾਇਆ। ਵਾਹ। ਤੇ ਸੋ ਕਿਹੜੀ ਉਮਰ ਤੋਂ ਤੁਸੀਂ ਪੇਂਟਿੰਗਸ ਵੱਲੋਂ ਤੁਰ ਪਏ ਸੀ? ਮੈਂ ਸ਼ੁਰੂ ਤੋਂ ਹੀ ਸਕੈਚਿੰਗ ਕਰਦਾ ਸੀਗਾ, ਬਾਕੀ ਜ਼ਿਆਦਾ ਰੁਝਾਨ ਮੇਰਾ ਜਦੋਂ ਖਾਲਸਾ ਕਾਲਜ ਯੂਥ ਫੈਸਟੀਵਲ 'ਚ ਪਾਰਟਿਸਿਪੇਟ ਕੀਤਾ। ਤੇ ਉੱਥੋਂ ਜਦੋਂ ਜੋਨਲ ਫੰਕਸ਼ਨਸ ਹੁੰਦੇ ਸੀ, ਵੱਖਰੀ ਕੈਟਾਗਰੀ ਲਾਈਕ ਸਕੈਚਿੰਗ ਕਰਨੀ, ਲਾਈਫ ਸਕੈਚਿੰਗ, ਸਾਹਮਣੇ ਕਿਸੇ ਨੂੰ ਬਿਠਾ ਕੇ ਤੇ ਉਹਦੀ ਸਕੈਚਿੰਗ ਕਰਨੀ। ਤੇ ਬਸ ਇੱਦਾਂ ਹੀ ਉੱਥੇ ਮੇਰਾ ਪ੍ਰਾਈਜ਼, ਕਿਉਂਕਿ ਮੇਰੀ ਲਾਈਨ ਇਹ ਨਹੀਂ ਸੀਗੀ, ਲਾਈਨ ਮੇਰੀ IT ਦੀ ਸੀ, ਬਟ ਪ੍ਰਾਈਜ਼ ਵੀ ਮੇਰਾ ਉਦੋਂ 3rd ਹੀ ਆਇਆ ਸੀਗਾ। ਬਟ ਮੇਰੇ ਇੱਕ ਮਨ 'ਚ ਇੱਛਾ ਸੀਗੀ ਕਿ ਡੂੰਘਾਈ 'ਚ ਜਾਇਆ ਜਾਵੇ। ਫਿਰ ਮੈਂ ਜਦੋਂ ਇੰਡੀਆ ਸੀਗਾ, ਇੱਥੇ ਆਉਣ ਤੋਂ ਪਹਿਲਾਂ ਅੱਧੀ ਰਾਤ ਨੂੰ 4-4, 5-5 ਵਜੇ ਤੱਕ ਮੈਂ ਸਕੈਚਿੰਗ ਕਰਦਾ ਰਹਿਣਾ। ਘਰਦਿਆਂ ਨੇ ਕਹਿਣਾ ਕੀ ਮਿਲਦਾ ਹੈ, ਮੈਂ ਕਿਹਾ ਇੱਕ ਦਿਨ ਮਿਲੇਗਾ। ਵਾਹ ਜੀ ਵਾਹ, ਕੀ ਬਾਤ ਹੈ। ਨਿਸ਼ਾ ਜੀ ਤੁਸੀਂ ਵੀ ਆ ਜਾਓ ਜੀ। ਰਾਸ਼ੀ ਰਾਸ਼ੀ ਸ਼ੈਂਡਲੀਆ ਜੀ ਆਇਆਂ ਨੂੰ, ਤੇ ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਸਮਾਂ ਕੱਢ ਕੇ ਆਏ ਹੋ। ਸੋ ਰਾਸ਼ੀ, ਆਪਣਾ ਪਿਛੋਕੜ ਤੁਹਾਡਾ ਕਿਹੜੇ ਸ਼ਹਿਰ ਨੂੰ ਬਿਲੋਂਗ ਕਰਦੇ ਹੋ ਇੰਡੀਆ ਤੋਂ? ਹਾਂਜੀ, ਮੈਂ ਪੰਜਾਬ ਲੁਧਿਆਣਾ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ ਜੀ। ਤੇ ਮੈਂ ਥੋੜਾ ਜਿਹਾ ਸਟਾਰਟਿੰਗ ਦੇ ਵਿੱਚ ਆਪਣੇ ਡੈਡੀ ਦਾ ਨਾਮ ਲੈਣਾ ਚਾਹੁੰਦੀ ਹਾਂ ਜੀ, ਕਿਉਂਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਜੀ। ਉਹ ਟੀਚਰ ਸੀਗੇ, ਉਹ ਲਿਟਰੇਚਰ ਦੇ ਨਾਲ ਜੁੜੇ ਹੋਏ ਸੀਗੇ ਜੀ, ਤੇ ਉਹ ਗੁਰਦੁਆਰੇ ਦੇ ਮੈਂਬਰ ਸੀਗੇ। ਤੇ ਸਟੇਜ ਤੇ ਉਹਨਾਂ ਨੇ ਸ਼ੋਅ ਕਰਨੇ, ਐਂਕਰਿੰਗ ਕਰਨਾ, ਜਿੱਦਾਂ ਤੁਸੀਂ ਕਰਦੇ ਆ, ਮੈਨੂੰ ਉਹੀ ਯਾਦ ਆ ਗਈ ਜਿੱਦਾਂ ਮੈਂ। ਤੇ ਉਹਨਾਂ ਨੇ, ਮੈਂ ਜਦੋਂ ਛੋਟੀ ਹੁੰਦੀ ਸੀਗੀ, ਉਹਨਾਂ ਨੇ ਮੈਨੂੰ ਦੇਖਿਆ, ਮੈਨੂੰ ਰੰਗਾਂ ਨਾਲ ਬਹੁਤ ਪਿਆਰ ਸੀਗਾ ਤੇ ਮੇਰਾ ਟੈਲੈਂਟ ਪਹਿਚਾਨਿਆ ਉਹਨਾਂ ਨੇ। ਤੇ ਉਹਨਾਂ ਨੇ ਮੈਨੂੰ ਇੱਕ ਬਾਕਸ ਲਿਆ ਕੇ ਦਿੱਤਾ ਕਲਰਸ ਦਾ, ਡਰਾਇੰਗ ਦਾ, ਕੀ ਕਰ ਹਨਾ। ਤੇ ਉਹਨਾਂ ਨੇ ਸਿਰਫ ਮੈਨੂੰ ਕਲਰਸ ਤੇ ਡਰਾਇੰਗ ਦਾ ਬਾਕਸ ਨਹੀਂ ਲਿਆ ਕੇ ਦਿੱਤਾ, ਉਹਨਾਂ ਨੇ ਮੈਨੂੰ ਨਾ ਸੁਪਨੇ ਲਿਆ ਕੇ ਦਿੱਤੇ। ਕੀ ਬਾਤ। ਤੇ ਉਹਨਾਂ ਨੇ ਮੈਨੂੰ ਨਾ ਕਿਹਾ ਕਿ ਤੂੰ ਇੱਥੇ ਕੰਪੀਟੀਸ਼ਨ ਤੇ ਜਾ, ਇੱਥੇ ਜੀ। ਮੈਂ ਬਹੁਤ ਕੰਪੀਟੀਸ਼ਨ ਤੇ ਗਈ ਤੇ ਮੈਂ ਜਿੱਤ ਕੇ ਵੀ ਆਈ ਹਾਂ। ਤੇ ਫਿਰ ਉਹਨਾਂ ਨੇ ਮੈਨੂੰ ਇੱਕ ਆਈਡੀਆ ਦਿੱਤਾ ਕਿ ਅੱਜ ਕੱਲ੍ਹ ਨਾ ਪੰਜਾਬ ਦੇ ਵਿੱਚ ਨਾ ਨਸ਼ਿਆਂ ਦਾ ਬਹੁਤ ਹੈਗਾ ਆ। ਇੱਕ ਪੇਂਟਿੰਗ ਬਣਾ ਜਿਹਦੇ ਵਿੱਚ ਇੱਕ ਸਕੈਲਟਨ ਬਣਾਉਣਾ ਆ ਤੇ ਉੱਤੇ ਲਿਖਣਾ ਆ ਨਸ਼ੇ ਲਗਾਣਾ ਮੌਤ ਨੂੰ ਬੁਲਾਣਾ। ਇਹ ਮੇਰੀ ਪਹਿਲੀ ਪੇਂਟਿੰਗ ਸੀਗੀ ਜਿਹੜੀ ਉਹਨਾਂ ਨੇ ਆਈਡੀਆ ਦਿੱਤਾ ਸੀਗਾ, ਕਿਉਂਕਿ ਉਹ ਲਿਟਰੇਚਰ ਨਾਲ ਜੁੜੇ ਹੋਏ ਸੀਗੇ। ਕਿੰਨੀ ਉਮਰ ਸੀ ਜੀ ਤੁਹਾਡੀ? ਮੈਂ
5th ਸਟੈਂਡਰਡ ਚ ਹੋਣੀ ਹੈ, 4th 5th ਸਟੈਂਡਰਡ ਵਿੱਚ ਹੋਣੀ ਹੈ ਜਦੋਂ ਮੈਂ ਆਪਣੀ ਡਰਾਇੰਗ ਸ਼ੁਰੂ ਕਰ ਦਿੱਤੀ। ਮੇਰੇ ਕੋਲ ਕਾਫੀ ਪੇਂਟਿੰਗ ਦੀ ਕਲੈਕਸ਼ਨ ਹੈਗੀ ਹੈ ਤੇ ਫਿਰ ਮੈਂ ਬਣਾਉਂਦੀ ਗਈ। ਮੈਂ ਰਾਤ ਦਿਨ ਇੱਕ ਕੀਤਾ, ਮੈਨੂੰ ਕਦੀ ਭੁੱਖ ਨਹੀਂ ਲੱਗਣੀ, ਰਾਤ ਨੂੰ ਮੈਂ ਪੇਂਟਿੰਗ ਕਰਦੀ ਹਾਂ। ਤੇ ਉਹ ਪਹਿਲਾ ਆਈਡੀਆ ਸੀਗਾ ਜਿਹੜਾ ਨਸ਼ੇ ਲਗਾਣਾ ਮੌਤ ਨੂੰ ਬੁਲਾਣਾ, ਤੇ ਮੈਂ ਆਪਣੇ ਸਕੂਲ ਦੇ ਵਿੱਚ ਉਹ ਪ੍ਰੈਜ਼ੈਂਟ ਕੀਤਾ। ਉਹ ਆਈਡੀਆ ਇੰਨਾ ਵਧੀਆ ਲੱਗਾ ਤੇ ਮੈਨੂੰ ਸਕੂਲ ਦੇ ਵਿੱਚ ਪ੍ਰਾਈਜ਼ ਮਿਲਿਆ। ਤੇ ਫਿਰ ਮੇਰੇ ਪ੍ਰਿੰਸੀਪਲ ਟੀਚਰ ਉਹ ਵੀ ਇੱਕ ਆਰਟਿਸਟ ਸੀਗੇ ਤੇ ਉਹਨਾਂ ਨੇ ਵੀ ਮੈਨੂੰ ਐਨਕਰੇਜ ਕੀਤਾ ਤੇ ਇਦਾਂ ਮੇਰੀ ਜਰਨੀ ਜਿਹੜੀ ਸ਼ੁਰੂ ਹੋਈ। ਹਾਂਜੀ, ਇੰਟਰਸਟਿੰਗ। ਸੋ ਪੇਂਟਿੰਗ ਦੇ ਪੱਖੋਂ ਨੈਚੁਰਲੀ ਬਹੁਤ ਵਾਰ ਇਹ ਕਲਾ ਦੇ ਪਾਰਖੂ ਘੱਟ ਹੀ ਹੁੰਦੇ ਆ, ਪਰ ਤੁਹਾਡੇ ਜਿਵੇਂ ਦੱਸਿਆ ਕਿ ਨੈਚੁਰਲੀ ਫਾਦਰ ਸਾਹਿਬ ਨੇ ਤੁਹਾਨੂੰ ਇਹ ਲਾਗੇ ਲੈ ਆਂਦਾ ਇਸ ਕਲਾ ਦੇ। ਸੋ ਰਾਸ਼ੀ, ਤੁਸੀਂ ਇੰਨੀਆਂ ਪੇਂਟਿੰਗਸ ਜਿਹੜੀਆਂ ਬਣਾਉਂਦੇ ਹੋਏ, ਲੁਧਿਆਣੇ ਵਰਗਾ ਸ਼ਹਿਰ ਜਿਹੜਾ ਕਲਾ ਦੇ ਲਈ ਤਾਂ ਨਹੀਂ ਜਾਣਿਆ ਜਾਂਦਾ, ਇੰਡਸਟਰੀ ਲਈ ਜਾਣਿਆ ਜਾਂਦਾ, ਤੇ ਉੱਥੇ ਕਦੀ ਕਿਸੇ ਕੰਪੀਟੀਸ਼ਨ ਦੇ ਵਿੱਚ ਜਾਂ ਕਿਵੇਂ ਤੁਸੀਂ ਵਿਚਰਦੇ ਹੀ, ਕੋਈ ਤੁਸੀਂ ਹਿੱਸਾ ਸੀ ਕਿਸੇ ਕਲਾ ਮੰਚ ਦਾ? ਨਹੀਂ, ਮੈਂ ਇੱਦਾਂ ਨਹੀਂ ਹਿੱਸਾ ਨਹੀਂ ਸੀਗੀ, ਮੈਂ ਕਿਤੇ ਕਮਿਊਨਿਟੀ ਦੇ ਵਿੱਚ ਜਾਂ ਕੋਈ ਜੁਆਇਨ ਨਹੀਂ ਕੀਤਾ ਸੀਗਾ। ਮੈਂ ਆਪਣੇ ਸਕੂਲ ਦੇ ਵਿੱਚ ਕਾਫੀ ਫੇਮਸ ਹੁੰਦੀ ਸੀਗੀ ਆਰਟਿਸਟ ਨਾਲ। ਜਦੋਂ ਵੀ ਕੋਈ ਕੰਪੀਟੀਸ਼ਨ ਹੋਣਾ ਸਕੂਲ ਦੇ ਵਿੱਚ, ਚਾਹੇ ਦੀਵਾਲੀ ਹੈ ਚਾਹੇ ਕੋਈ ਵੀ ਇਵੈਂਟ ਹੈ, ਤੇ ਨੈਚੁਰਲੀ ਮੈਂ ਪਤਾ ਨਹੀਂ ਕੀ ਹੁੰਦਾ ਸੀਗਾ ਕਿ ਮੇਰੀ ਪੇਂਟਿੰਗ ਜਿਹੜੀ ਨਾ, ਮਤਲਬ ਕਿ ਇੱਕ ਡਿਫਾਲਟ ਹੀ ਸੀਗਾ ਕਿ ਮੈਂ ਜਿੱਤ ਜਾਣਾ। ਵਾਹ। ਤੇ ਫਿਰ ਮੇਰੇ ਸਕੂਲ ਨੇ ਹੋਰ ਅੱਗੇ ਕੰਪੀਟੀਸ਼ਨਸ ਕਰਵਾਏ ਅੱਗੇ ਫਰਦਰ, ਜਿਹੜੇ ਨੈਸ਼ਨਲ ਲੈਵਲ ਤੇ ਉੱਥੇ ਗਈ ਫਿਰ, ਤੇ ਕਾਫੀ ਮੈਨੂੰ ਪਹਿਚਾਨ ਮਿਲੀ ਮੇਰੀ। ਵੈਰੀ ਇੰਟਰਸਟਿੰਗ। ਅਸੀਂ ਦੁਬਾਰਾ ਤੁਹਾਡੇ ਨਾਲ ਗੱਲ ਕਰਾਂਗੇ। ਸ਼ਿਵ, ਵੈਲਕਮ ਬੈਕ। ਤੁਸੀਂ ਬੜੇ ਚਿਰਾਂ ਤੋਂ ਰੇਡੀਓ ਸਪਾਈਸ ਦੇ ਨਾਲ ਔਨ ਐਂਡ ਆਫ ਜੁੜਦੇ ਰਹੇ ਹੋ, ਤੇ ਮੈਨੂੰ ਮਹਿਸੂਸ ਹੁੰਦਾ ਰਹਿੰਦਾ ਸਦਾ ਕਿ ਜਿੱਦਾਂ ਨਾ ਤੁਸੀਂ ਥੋੜੇ ਦੇਰ ਜਾ ਕੇ ਜਿੱਦਾਂ ਭਗਤੀ 'ਚ ਜੁੜ ਜਾਂਦੇ ਹੋ ਤੇ ਫਿਰ ਤੁਹਾਨੂੰ ਲੱਭਦੇ ਨਹੀਂ ਕਿ ਸ਼ਿਵ ਜੀ ਕਿੱਥੇ ਗਏ। ਬਿਲਕੁਲ ਉਹ ਤੁਹਾਡਾ ਹੁੰਦਾ, ਕਿਉਂਕਿ ਤੁਸੀਂ ਕਲਾ ਦੇ ਨਾਲ ਮੈਨੂੰ ਬਹੁਤ ਚਿਰ ਦਾ ਮੈਂ ਤੁਹਾਨੂੰ ਜਾਣਦਾ, ਤੇ ਆਪਾਂ ਨਿੱਜੀ ਤੌਰ ਦੇ ਉੱਤੇ ਬਹੁਤ ਵਾਰ ਮਿਲੇ ਆ, ਤੇ ਨੈਚੁਰਲੀ ਰਿਜਕ ਇਸ ਮੁਲਕ ਦਾ ਜਿਹੜਾ ਉਸਨੇ ਤੁਹਾਨੂੰ ਟਾਈਮ ਆਫ ਆਪਣੀ ਕਲਾ ਤੋਂ ਵੀ ਲੈਣ ਦੇ ਲਈ ਮਜਬੂਰ ਕਰ ਦਿੱਤਾ, ਮੈਂ ਕਹੂੰਗਾ। ਹਾਂਜੀ, ਤੇ ਮੈਂ ਤੁਹਾਡੀ ਨਿੱਜੀ ਜਰਨੀ ਨੂੰ ਜਾਣਦਾ, ਬਟ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤੁਸੀਂ ਅੱਜ ਓਵਰਆਲ ਵਿਜੇਤਾ ਹੋ ਕੇ ਇੱਥੇ ਬੈਠੇ ਹੋ, ਤੇ ਕੰਗਰੈਚੁਲੇਸ਼ਨ। ਮੇਰਾ ਨੈਚੁਰਲੀ ਸਵਾਲ ਹੈ, ਜਿਹੜੇ ਨਹੀਂ ਜਾਣਦੇ ਤੁਹਾਨੂੰ, ਸ਼ਿਵ ਥੋੜਾ ਆਪਣੇ ਪਿਛੋਕੜ ਦੇ ਬਾਰੇ ਵੀ ਦੱਸਣਾ, ਤੇ ਨਾਲ ਦੇ ਨਾਲ ਇਸ ਕਲਾ ਦੇ ਨਾਲ ਕਿੱਦਾਂ ਜੁੜੇ, ਉਹ ਵੀ ਗੱਲ ਜ਼ਰੂਰ ਕਰੀਏ ਜੀ। ਮੈਂ ਬਰਥ ਮੇਰਾ ਚੰਡੀਗੜ੍ਹ ਦਾ ਜੀ, ਤੇ ਸਾਰੀ ਸਕੂਲਿੰਗ ਵੀ ਮੈਂ ਉੱਥੇ ਕੀਤੀ ਹੈ, ਤੇ ਜਿਹੜੀ ਡਰਾਇੰਗ ਕੀਤੀ ਹੈ ਜੀ, ਉਹ ਉੱਥੇ ਜਿਹੜੀ ਸਕੂਲ 'ਚ ਆਪਾਂ ਸਿੱਖਦੇ ਹਾਂ, ਸਿਖਾਈ ਜਾਂਦੀ ਹੈ ਜੀ, ਉਹੀ ਸੀਗੇ। ਪਰ ਮੈਨੂੰ ਚਾਅ ਬਹੁਤ ਸੀਗਾ ਡਰਾਇੰਗ ਦਾ ਜੀ। ਮੈਨੂੰ ਯਾਦ ਆ ਜਦੋਂ ਪੇਪਰ ਵੀ ਹੋਣੇ, ਬਾਕੀ ਪੇਪਰਾਂ ਤਾਂ ਗੱਤਾ ਲੈ ਕੇ ਚਲੇ ਜਾਣਾ, ਡਰਾਇੰਗ ਦੇ ਪੇਪਰ ਵਾਲੇ ਦਿਨ ਪੂਰਾ ਬੈਗ ਲੈ ਕੇ ਜਾਣਾ। ਚਾਅ ਪੂਰਾ ਹੁੰਦਾ ਸੀਗਾ। ਹਾਂਜੀ, ਤੇ ਬਾਅਦ ਇੰਜੀਨੀਅਰਿੰਗ ਕਾਲਜ ਗਏ, ਉੱਥੇ ਵੀ ਆਰਟ ਨਾਲ ਜੁੜੇ ਰਹੇ, ਕਈ ਜਗ੍ਹਾ ਪਾਰਟੀਸਪੇਟ ਕੀਤਾ ਡਰਾਇੰਗ ਦੇ ਵਿੱਚ, ਕਲੇ ਮਾਡਲਿੰਗ 'ਚ ਕੀਤਾ, ਇੱਕ ਵਾਰ ਤਾਂ ਟੀ-ਸ਼ਰਟ ਪੇਂਟਿੰਗ 'ਚ ਵੀ ਕੀਤਾ ਸੀਗਾ, ਤੇ ਪਤਾ ਨਹੀਂ ਸੀਗਾ ਪਰ ਪਾਰਟੀਸਪੇਟ ਕੀਤਾ, ਫਸਟ ਪ੍ਰਾਈਜ਼ ਉੱਥੇ ਵੀ ਮਿਲਿਆ। ਆ ਲਾਈਕ ਜਿਹੜਾ ਪੰਜਾਬੀ ਸ਼ਬਦ ਬੜੀ ਵਾਰ ਬਾਤੇ ਧੱਕੇ ਨਾਲ, ਮਤਲਬ ਕਿ ਕਿਸੇ ਨੇ ਤੁਹਾਨੂੰ ਪੁਸ਼ ਕੀਤਾ ਕਿ ਕੰਪੀਟੀਸ਼ਨ 'ਚ ਵੀ ਵੜ ਜਾਓ, ਕੋਈ ਗੱਲ ਨਹੀਂ, ਕੁਛ ਨਾ ਕੁਛ ਕਰ ਹੀ ਸਕਦੇ ਆ ਤੁਸੀਂ। ਹਾਂਜੀ, ਉਹ ਸੀਗਾ ਵੀ ਚਲੋ ਬੰਦੇ ਦਾ ਪੂਰੇ ਕਰਨਾ, ਐਂਟਰੀ ਤਾਂ ਪਾ ਕੇ ਆਓ ਜੀ। ਉੱਥੇ ਵੀ ਫਸਟ ਪ੍ਰਾਈਜ਼ ਮਿਲਿਆ, ਤੇ ਮੁੜ ਕੇ ਜਦੋਂ ਇੰਜੀਨੀਅਰਿੰਗ ਤੋਂ ਬਾਅਦ ਫਿਰ ਲਿੰਕ ਜਿਹਾ ਟੁੱਟ ਗਿਆ ਸੀਗਾ ਡਰਾਇੰਗ ਨਾਲੋਂ। ਤੇ ਹੁਣ ਪਿੱਛੇ ਜੇ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਵੀ ਹਰੇਕ ਚੀਜ਼ ਨਾ ਪੋਜ਼ਿਟਿਵ ਸਾਈਡ ਵੀ ਹੁੰਦੀ ਹੈ, ਨੈਗੇਟਿਵ ਸਾਈਡ ਵੀ ਹੁੰਦੀ ਹੈ, ਤੇ ਤੁਹਾਡੇ ਤੇ ਆ ਤੁਸੀਂ ਕਿਹੜੀ ਚੂਜ਼ ਕਰਨੀ ਹੈ ਜੀ। ਜਦੋਂ ਹੁਣ ਪਿਛਲੇ ਸਾਲ ਲਾਕਡਾਊਨ ਹੋਇਆ, ਤੇ ਉਸ ਤੋਂ ਪਹਿਲਾਂ ਮੈਂ ਜੌਬ ਚੇਂਜ ਕੀਤੀ ਸੀਗੀ ਜੀ, ਤੇ ਮੈਂ ਆਪਣੀ ਜੌਬ ਤੋਂ ਨੋਟਿਸ ਦੇ ਦਿੱਤਾ ਸੀ। ਪਹਿਲੀ ਜੌਬ ਦਾ ਨੋਟਿਸ ਪੀਰੀਅਡ ਖਤਮ ਹੋ ਗਿਆ, ਦੂਜੀ ਜੁਆਇਨ ਕਰਨ ਤੋਂ ਪਹਿਲਾਂ ਲਾਕਡਾਊਨ ਲੱਗ ਗਿਆ, ਤੇ ਨਵੀਂ ਜੌਬ ਵਾਲੇ ਕਹਿੰਦੇ ਸੀ ਲੈਵਲ 2 'ਚ ਜੁਆਇਨ ਕਰਵਾਵਾਂਗੇ ਤੈਨੂੰ, ਤੇ ਮੈਂ 2 ਮਹੀਨੇ ਘਰੇ ਵਿਹਲਾ ਸੀਗਾ ਬਿਲਕੁਲ ਜੀ। ਤੇ ਉਸ ਪੀਰੀਅਡ 'ਚ ਮੈਂ ਆਪਣੇ ਬੇਟੇ ਨੂੰ ਬਿਜ਼ੀ ਰੱਖਣ ਨੂੰ ਥੋੜ੍ਹੇ ਬਹੁਤ ਆਰਟ ਐਕਟੀਵਿਟੀਜ਼ ਕਰਦੇ ਰਹੇ ਸੀ, ਤੇ ਕਰਦੇ ਕਰਦੇ ਮੇਰਾ ਵੀ ਜੀ ਕੀਤਾ, ਮੈਂ ਕਿਹਾ ਫਿਰ ਤੋਂ ਕਰੀਏ ਇੱਕ ਵਾਰ। ਤੇ ਫਿਰ ਮੈਂ ਆਪਣਾ ਜਿਹੜਾ ਪ੍ਰਿੰਟਿੰਗ ਦਾ ਪੇਪਰ ਹੁੰਦਾ, ਇਹ 'ਤੇ ਇੱਕ ਵਾਰ
ਖੰਡਾ ਬਣਾਇਆ, ਉਹਨੂੰ ਆਪ ਨੂੰ ਲੱਗਿਆ ਵੀ ਹਾਂ ਹੁਣ ਵੀ ਕਰ ਸਕਦਾ ਮੈਂ। ਫਿਰ ਮੈਂ ਪਿਛਲੇ ਸਾਲ ਤੋਂ ਦੁਬਾਰਾ ਕਰਨੀ ਸ਼ੁਰੂ ਕੀਤੀ ਸਕੈਚਿੰਗ, ਤੇ ਹੁਣ ਪਿਛਲੇ 1 ਸਾਲ ਤੋਂ ਕਾਫੀ ਰੈਗੂਲਰ ਹੋਇਆ ਹਾਂ ਲਗਭਗ ਮੈਂ, ਤੇ ਹਰੇਕ ਵੀਕਐਂਡ ਮੇਰੇ ਇਹਦੇ 'ਚ ਨਿਕਲਦਾ। ਵੈਰੀ ਇੰਟਰਸਟਿੰਗ। ਤੇ ਵਾਪਸ ਆਈਏ ਤੁਹਾਡੇ ਸਾਰਿਆਂ ਤੇ ਨੈਚੁਰਲੀ ਹਰਪਾਲ, ਤੁਹਾਡੇ ਕਿਉਂਕਿ ਹੁਣ ਇੱਦਾਂ ਆਪਾਂ ਬੈਠੇ ਹੋਏ ਹਾਂ, ਤੁਸੀਂ ਨੈਚੁਰਲੀ ਜਿਹੜੀ ਤੁਹਾਡੀ ਪੇਂਟਿੰਗ ਸੈਕਿੰਡ ਤੁਸੀਂ ਰਹਿ, ਤੇ ਮੈਂ ਪੇਂਟਿੰਗ ਨੂੰ ਤੁਸੀਂ ਉੱਪਰ ਚੱਕ ਕੇ ਇੱਕ ਵਾਰੀ ਸਾਰਿਆਂ ਨੂੰ ਦਿਖਾ ਲਵਾਂਗੇ ਜਿਹੜੇ ਸਾਡੇ ਫੇਸਬੁੱਕ ਦੇ ਉੱਤੇ ਆ ਲਾਗੇ ਜਾ ਕੇ। ਹਰਜੋਤ ਬਿਹਾਈਂਡ ਦਾ ਕੈਮਰਾ ਨੇ ਜੀ, ਉਹ ਖੁਦ ਆਪਣੇ ਇੱਕ ਆਰਟਿਸਟ ਤੇ ਪੇਂਟਰ ਨੇ, ਉਹ ਦਿਖਾ ਰਹੇ ਨੇ। ਸੋ ਇਸ ਪੇਂਟਿੰਗ ਦੇ ਵਿੱਚ ਜੇ ਤੁਸੀਂ ਦੇਖਦੇ ਆ, ਇੱਕ ਪਾਸੇ ਨੈਚੁਰਲੀ ਸਕਾਈ ਟਾਵਰ ਹੈ, ਨਿਊਜ਼ੀਲੈਂਡ ਦਾ ਇਹਦੀ ਰਿਫਲੈਕਸ਼ਨ ਸਿੱਧੀ ਪੰਜਾਬ ਸਟਰੀਟ, ਅੰਮ੍ਰਿਤਸਰ ਸਟਰੀਟ, ਫਿਰ ਰਾਵਲਪਿੰਡੀ ਸਟਰੀਟ, ਜਵਾਲਾ ਸਿੰਘ ਸਟਰੀਟ, ਲਾਹੌਰ ਸਟਰੀਟ, ਲੁਧਿਆਣਾ ਸਟਰੀਟ, ਰਾਵੀ ਸਟਰੀਟ, ਸ਼ਾਹਕੋਟ ਵੇ ਤੇ ਸਿੰਘ ਰੋਡ। ਸੋ ਸ਼ਾਹਕੋਟ ਵੇ ਨੈਚੁਰਲੀ ਇੱਥੇ ਪੈਪਟੋਈ ਦੇ ਵਿੱਚ, ਜੋ ਕਿ ਸਭ ਤੋਂ ਪੁਰਾਣੀ ਸਬਬ ਮੇਰੇ ਖਿਆਲ ਲੇਟੈਸਟ ਡਿਵੈਲਪਮੈਂਟ ਹੋਣੀ, ਤੇ ਸਭ ਤੋਂ ਪੁਰਾਣੀ ਸਟਰੀਟ ਮੈਂ ਇਹ ਅੱਜ ਆਉਣ ਤੋਂ ਪਹਿਲਾਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਤੇ ਜਿੱਥੇ ਤੱਕ ਮੈਂ ਦੇਖਿਆ, ਜਿਹੜੀ ਅੰਮ੍ਰਿਤਸਰ ਸਟਰੀਟ ਤੇ ਨਾਲ ਦੇ ਨਾਲ ਇਹਨਾਂ ਨੇ ਰਾਵਲਪਿੰਡੀ ਸਟਰੀਟ ਹੈ, ਉਹ ਸਭ ਤੋਂ ਪਹਿਲੀਆਂ ਸਟਰੀਟਾਂ ਦੇ ਵਿੱਚ ਉਹ ਸੀਗੀ, ਇਹ ਪਹਿਲੀਆਂ ਦੇ ਵਿੱਚ ਜਿਹੜੀ ਕਿ ਇੱਥੇ। ਸੋ ਇਹ ਆਈਡੀਆ ਕਿੱਥੋਂ ਆਇਆ? ਆਈ ਮੀਨ ਵੈਰੀ ਕ੍ਰੀਏਟਿਵ, ਤੇ ਕਲਰਾਂ ਦੀ ਤੁਹਾਡੀ ਜਿਹੜੀ ਸਿਲੈਕਸ਼ਨ ਆ ਉਹ ਟਰੂਲੀ ਤੁਸੀਂ ਕਹਿ ਲਈਏ ਕਿ ਕਈ ਵਾਰ ਤਾਂ ਭੁਲੇਖਾ ਪਾਉਂਦੀ ਹੈ ਕਿ ਰੀਅਲ ਆ ਉਹ ਜਿਹੜੀ ਤੁਸੀਂ ਪੇਂਟ ਕੀਤੀ, ਕਿ ਉਹ ਜਿੱਦਾਂ ਹੁਣ ਨੈਚੁਰਲੀ ਫਰੇਮ ਪ੍ਰਿੰਟਡ ਫਰੇਮ ਹੈ ਉਹ ਨਹੀਂ, ਇਹ ਬਿਲਕੁਲ ਰੀਅਲ ਆ। ਮੈਂ ਇਹਦੀ ਜਸਟੀਫਿਕੇਸ਼ਨ ਤੁਹਾਨੂੰ ਹੱਥ ਲਾ ਕੇ ਦੱਸ ਸਕਦਾ। ਸੋ ਜੀ ਇਹ ਆਈਡੀਆ ਪਹਿਲਾਂ, ਸਭ ਤੋਂ ਪਹਿਲਾਂ ਟੌਪਿਕ ਜਦੋਂ ਚੂਜ਼ ਹੋਇਆ ਸੀ ਨਾ, ਜਦੋਂ ਡਿਸਕਸ ਸਭ ਨੂੰ ਪਤਾ ਲੱਗਿਆ ਵੀ ਪੇਂਟਿੰਗ ਕੰਪੀਟੀਸ਼ਨ ਹੋ ਰਿਹਾ, ਤੇ ਟੌਪਿਕ ਹੈਗਾ ਵੀ ਨਿਊਜ਼ੀਲੈਂਡ, ਪੰਜਾਬੀਜ਼ ਇਨ ਨਿਊਜ਼ੀਲੈਂਡ, ਵੀ ਪੰਜਾਬੀਆਂ ਨੇ ਨਿਊਜ਼ੀਲੈਂਡ 'ਚ ਕੀ ਕੀਤਾ ਜਾਂ ਕੀ ਹੋ ਰਿਹਾ ਜਾਂ ਕਿੱਦਾਂ ਹੋ ਰਿਹਾ, ਹਨਾ। ਤੇ ਮੈਂ ਬੜੀ ਕੋਸ਼ਿਸ਼ ਕੀਤੀ ਆਪਣੇ ਮਾਈਂਡ ਨਾਲ ਜੂਝਣ ਦੀ, ਵੀ ਕਿੱਦਾਂ ਆਪਾਂ ਰਿਪਰੈਜ਼ੈਂਟ ਕਰ ਸਕਦੇ ਹਾਂ ਕਿ ਪੰਜਾਬੀਆਂ ਦਾ ਨਿਊਜ਼ੀਲੈਂਡ 'ਚ ਕੀ ਦੇਣਾ ਜਾਂ ਪੰਜਾਬੀ ਕੀ ਕਰਦੇ ਨੇ। ਤੇ ਮੈਂ ਤੇ ਹਰਜੋਤ ਵੀਰ, ਮਤਲਬ ਸਾਡਾ ਇੱਕ ਬੈਕ ਟੂ ਬੈਕ ਚੱਲਦਾ, ਤੇ ਪੰਜਾਬ ਟੂ ਅਟਰੋ ਹਾਈ ਸਾਡੀ ਇੱਕ ਸੀਰੀਜ਼ ਚੱਲਦੀ ਆ, ਜਿਸ 'ਚ ਅਸੀਂ ਆਪਣੇ ਪੁਰਾਣੇ ਪੰਜਾਬੀਆਂ ਦਾ ਇਤਿਹਾਸ ਕਵਰ ਕਰਨ ਲੱਗੇ ਹੋਏ ਹਾਂ ਜੀ। ਤੇ ਸਾਡੀ ਕੋਸ਼ਿਸ਼ ਉਹਦੇ ਵਿੱਚ ਇਹੀ ਹੈ ਕਿ ਅਸੀਂ ਸਾਰੀ ਦੁਨੀਆ ਤੱਕ ਪਹੁੰਚਾ ਸਕੀਏ ਕਿ ਨਿਊਜ਼ੀਲੈਂਡ ਵਿੱਚ ਪੰਜਾਬੀਆਂ ਨੂੰ ਕਿੰਨੇ ਟਾਈਮ ਹੋ ਗਏ ਇੱਥੇ ਆਇਆਂ ਨੂੰ, ਤੇ ਉਹਨਾਂ ਦੀ ਕਿੰਨੀ ਸਟਰਗਲ ਸੀ, ਤੇ ਉਹਨਾਂ ਨੇ ਕੀ ਅਚੀਵ ਕੀਤਾ। ਤੇ ਫਿਰ ਮੈਂ ਇੱਦਾਂ ਹੀ ਇੱਕ ਦਿਨ ਆਪਣਾ ਫੋਨ ਦੇ ਵਿੱਚ ਕੁਝ ਲੱਭਦਾ ਸੀ, ਤਾਂ ਮੈਨੂੰ ਆਪਣੇ ਫੋਨ ਦੇ ਵਿੱਚ ਮੇਰੀ ਹੀ ਇੱਕ ਫੋਟੋ ਮਿਲੀ, ਜੋ ਮੈਂ ਨਿਊਜ਼ੀਲੈਂਡ ਦੇ ਇੱਕ ਬਿਲਕੁਲ ਟੌਪ ਕਾਰਨਰ ਤੇ ਕੈਪੇਰੰਗਾ ਜਗ੍ਹਾ, ਉੱਥੇ ਬਿਲਕੁਲ ਇਦਾਂ ਦਾ ਹੀ ਉੱਥੇ ਕੁਝ ਬਣਿਆ ਹੋਇਆ, ਤੇ ਮੈਂ ਉਹਦੇ ਨੀਚੇ ਖੜਾ ਉਹਦੇ, ਤੇ ਮੈਨੂੰ ਆਈਡੀਆ ਮਿਲਿਆ ਕਿ ਹਾਂ ਇਦਾਂ ਦਾ ਕੁਝ ਕਰ ਸਕਦੇ ਹਾਂ। ਫਿਰ ਮੈਂ ਫਾਈਂਡ ਆਊਟ ਕੀਤਾ, ਹਰਜੋਤ ਵੀਰ ਨੇ ਮੇਰੀ ਹੈਲਪ ਕੀਤੀ ਕਿ ਵੀ ਅਸੀਂ ਉਹ ਦੇਖੀਏ ਵੀ ਜੋ ਪੰਜਾਬੀਆਂ ਨੇ ਨਿਊਜ਼ੀਲੈਂਡ 'ਚ ਵੀ ਕਿੱਦਾਂ ਕਿੱਥੇ ਤੱਕ ਨਾਮ ਪਹੁੰਚਿਆ। ਇਹ ਜਿਹੜਾ ਮਤਲਬ ਇੰਨਾ ਈਜ਼ੀ ਨਹੀਂ ਹੈਗਾ, ਹਨਾ, ਵੀ ਬਾਹਰਲੇ ਮੁਲਕਾਂ 'ਚ ਆ ਕੇ ਵੀ ਆਪਣੇ ਪੰਜਾਬੀਆਂ ਦੇ ਨਾਮ ਇੱਥੇ ਸਟਰੀਟਾਂ ਦੇ ਉੱਤੇ ਲੱਗਣ। ਇਹ ਬੜਾ ਔਖਾ ਕੰਮ ਆ। ਮਤਲਬ ਆਪਾਂ ਆਪਣਾ ਕੋਈ ਬਿਜ਼ਨਸ ਹੋਵੇ ਜਾਂ ਆਪਣੀ ਸ਼ੌਪ ਹੋਵੇ, ਆਪਾਂ ਬੜੇ ਨਾਮ ਨਾਲ ਆਪਣਾ ਨਾਮ ਉਹਦੇ ਤੇ ਲਿਖ ਸਕਦੇ ਹਾਂ, ਪਰ ਜਦੋਂ ਕਿਸੇ ਗਵਰਨਮੈਂਟ ਪ੍ਰਾਪਰਟੀ ਦੇ ਉੱਤੇ ਤੁਹਾਡਾ ਨਾਮ ਲਿਖਿਆ ਜਾਵੇ, ਉਹ ਬੜੇ ਮਾਣ ਵਾਲੀ ਗੱਲ ਹੁੰਦੀ ਆ। ਉਹ ਤਾਂ ਹੀ ਲਿਖਿਆ ਜਾਂਦਾ ਜਦੋਂ ਆਪਾਂ ਕੁਝ ਅਚੀਵ ਕਰਦੇ ਹਾਂ, ਜਦੋਂ ਇਹਨਾਂ ਦੀ ਸਰਕਾਰ ਨੂੰ ਇਹ ਲੱਗਦਾ ਵੀ ਹਾਂ ਬਾਕੀ ਇਹ ਬੰਦੇ ਸਾਡੇ ਦੇਸ਼ ਲਈ ਕੁਝ ਕਰ ਰਹੇ ਨੇ, ਤਾਂ ਇਹ ਉਸ ਚੀਜ਼ ਦਾ ਨਤੀਜਾ। ਇਹ ਸਾਰੇ ਉਹ ਸਟਰੀਟ ਨੇਮ ਨੇ ਜੋ ਪੰਜਾਬੀਆਂ ਦੇ ਨਾਮ ਤੇ, ਜਿਹੜੇ ਪੁਰਾਣੇ ਪੰਜਾਬ ਦੇ ਪਾਕਿਸਤਾਨ ਦੇ ਵਿੱਚ ਵੀ ਆ ਪੰਜਾਬ, ਤੇ ਆਪਣੇ ਇੱਧਰ ਇੰਡੀਆ ਦੇ ਵਿੱਚ ਵੀ ਆ, ਇਹ ਸਾਰੇ ਨਾਮ ਉਹਨਾਂ ਨੂੰ ਬਿਲੋਂਗ ਕਰਦੇ ਨੇ। ਬਿਲਕੁਲ ਬੜਾ ਇੰਟਰਸਟਿੰਗ ਇਹ ਮੈਨੀਫੈਸਟੇਸ਼ਨ ਆ, ਕਿਉਂਕਿ ਤੁਸੀਂ ਸਭ ਕੁਝ ਇੱਕ ਹੀ ਜਿਹੜੀ ਪੇਂਟਿੰਗ 'ਚ ਪਰੋਤਾ। ਸਾਰੇ ਜਿਹੜੇ ਸਾਡੇ ਵਿਊਜ਼ ਨੇ ਉਹਨਾਂ ਨੂੰ ਦੱਸ ਦਈਏ ਕਿ ਜਿੱਥੇ ਬਹੁਤ ਸਿੱਪੇ ਸਲਾਰ ਜਿਨ੍ਹਾਂ ਨੇ ਸਿੱਖ ਰਾਜ ਦੇ ਅਖੀਰਲੇ ਜਿਹੜੇ ਵਾਰ ਆ, ਉਹਨਾਂ ਦੇ ਵਿੱਚ ਜਿਹੜੀ ਬ੍ਰਿਟਿਸ਼ ਦੀਆਂ ਫੌਜਾਂ ਉਹਨਾਂ ਦੀ ਪ੍ਰੋਰਤਾ ਕੀਤੀ ਆ, ਤੇ ਬਹੁਤ ਤਕੜੇ ਜੰਗ ਸਾਡੇ ਨਾਲ ਲੜੇ ਇਹਨਾਂ ਨੇ, ਤੇ ਅਖੀਰ 'ਚ ਫਿਰ ਸ਼ਿਕਸਤਾਂ ਜਿਹੜੀਆਂ ਹੋਈਆਂ। 3 ਜਿਹੜੇ ਸਿੱਖ ਐਂਗਲੋ ਸਿੱਖ ਵਾਰਸ ਆ, ਉਹਨਾਂ ਦੇ ਵਿੱਚੋਂ ਖਾਸ ਕਰਕੇ ਲਾਰਡ ਆਕਲੈਂਡ ਡਨੀਡਨ ਜਿਹੜੇ ਆ, ਤੇ ਇਹਨਾਂ ਨੇ ਬਹੁਤ ਜਿਹੜੀ ਫਿਰ ਆਪਣਾ ਜਦੋਂ ਰਿਟਾਇਰ ਹੋਏ, ਆਪਣੇ ਲਾਮ ਲਸ਼ਕਰ ਸਾਰੀ ਇੱਥੇ ਉਹਨਾਂ ਨੇ ਰਿਟਾਇਰ ਕਰਾਈ,
ਤੇ ਉਹਨਾਂ ਨੂੰ ਕਿਉਂਕਿ ਉਹ ਵੱਡੇ ਉੱਥੇ ਹੋਏ ਸੀ, ਉਹਨਾਂ ਦੇ ਜਨਮ ਹਾਂਜੀ। ਉੱਥੇ ਦੇ ਸੀ ਬਹੁਤਿਆਂ ਹਾਂਜੀ। ਦੇ, ਤੇ ਉਹਨਾਂ ਨੇ ਉਹ ਫਿਰ ਆਪਣੀਆਂ ਸਟਰੀਟਾਂ, ਉਹ ਜਗ੍ਹਾ ਜਿਹੜੇ ਆ ਹਾਂਜੀ ਉਹਨਾਂ ਨੂੰ ਦੁਬਾਰਾ ਇੱਥੇ ਸੁਰਜੀਵਿਤ ਕਰਨ ਦੀ ਕੋਸ਼ਿਸ਼ ਕੀਤੀ। ਜਿੱਦਾਂ ਹੁਣ ਖਾਂਟਲਾ ਸਟਰੀਟ ਹੈ, ਨੈਚੁਰਲੀ ਤੁਸੀਂ ਇੱਥੇ ਨਹੀਂ ਲਿਖੀ, ਹੁਣ ਉਹ ਜਿਹੜਾ ਵੈਲਿੰਗਟਨ ਸੀ ਉਸ ਦਾ ਜਨਮ ਉੱਥੇ ਦਾ ਸੀ, ਹਾਂਜੀ ਖਾਂਡਲੇ ਦਾ ਸੀ, ਤੇ ਉਹਨੇ ਆਪਣੀ ਨਾਂ ਜਿਹੜੀ ਸਟਰੀਟ ਆ ਉਹ ਫਿਰ ਆਪਣੇ ਇੱਥੇ ਲਿਆ ਕੇ ਕਹੀ ਕਿ ਆਹ ਸਟਰੀਟ ਜਿਹੜੀ ਹੁਣ ਮੈਂ ਬਣਾਉਣਾ ਹੈ ਹਾਂਜੀ, ਸ਼ਹਿਰ, ਹਾਂਜੀ। ਤੇ ਇੱਥੇ ਇਹਦਾ ਨਾਂ ਰੱਖੋ। ਸੋ ਬੜਾ ਤੁਸੀਂ ਫੈਸੀਨੇਟਿੰਗ ਇਹ ਜਿਹੜੀ ਪੇਂਟਿੰਗ ਪਰੋਈ ਆ। ਸੋ ਵੈਲ ਡਨ, ਕੰਗ੍ਰੈਚੁਲੇਸ਼ਨ, ਖੁਸ਼ ਹੋ? ਬਹੁਤ ਜੀ, ਥੈਂਕ ਯੂ ਜੀ। ਨਾਈਸ। ਸੋ ਹੁਣ ਆਪਾਂ ਕੰਨ ਤੁਹਾਡੇ ਵੱਲ ਆਈਏ। ਮੈਂ ਕਹੂੰਗਾ ਨਿੱਜੀ ਤੌਰ ਤੇ ਮੈਂ ਆਫੇਅਰ ਵੀ ਕਹਿ ਰਿਹਾ ਸੀਗਾ, ਵਨ ਆਫ ਮਾਈ ਫੇਵਰੇਟ ਪੇਂਟਿੰਗਸ ਹੈ ਉਹ, ਕਿਉਂਕਿ ਇਸ ਦੇ ਵਿੱਚ ਤੁਸੀਂ ਇੰਨੇ ਰੰਗ ਪਰੋ ਦਿੱਤੇ ਕਿ ਤੁਸੀਂ ਦੇਖਦੇ ਦੇਖਦੇ ਥੱਕਦੇ ਨਹੀਂ, ਤੇ ਇਹਦੇ ਵਿੱਚ ਬਹੁਤ ਕੁਛ ਜਿਹੜਾ ਆ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਰੰਗਾਂ ਦੇ ਵਿੱਚ ਪਰੋ ਦਿੱਤਾ, ਤੇ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ। ਸੋ ਇਸ ਦੇ ਵਿੱਚ ਸਾਡੀ ਜਿਹੜੀ ਵਿਛੋੜਾ, ਸਾਡਾ ਪੰਜਾਬ ਜਿੱਥੋਂ ਸਾਡੇ ਬਹੁਤਾਤ ਹੀ ਚੱਲੇ ਆ, ਹਾਂਜੀ ਉਸ ਦਾ ਵਰਤਾਂਤ ਵੀ ਇਹਦੇ ਵਿੱਚ ਜਿਹੜਾ ਤੁਸੀਂ ਬੰਨ ਦਿੱਤਾ। ਸੋ ਇਹ ਕਿੱਥੋਂ ਖਿਆਲ ਆਇਆ ਇਸ ਪੇਂਟਿੰਗ ਦਾ? ਸਭ ਤੋਂ ਪਹਿਲਾਂ ਤੇ ਮੈਂ ਰੇਡੀਓ ਸਪਾਈਸ ਤੇ ਸਾਰੀ ਟੀਮ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਕ ਮੌਕਾ ਦਿੱਤਾ ਆਪਣੀ ਕਲਾ ਨੂੰ ਪੇਸ਼ ਕਰਨ ਦਾ। ਥੈਂਕ ਯੂ। ਤੇ ਜਦੋਂ ਪਤਾ ਲੱਗਾ ਕਿ ਆਖਰੀ ਤਰੀਕ 10 ਜੁਲਾਈ ਹੈ ਸਬਮਿਟ ਕਰਾਉਣ ਦੀ, ਫਿਰ ਮੇਰੇ ਰੋਜ਼ ਹੀ ਮਨ 'ਚ ਖਿਆਲ ਆਣਾ ਕਿ ਕੁਝ ਡਿਫਰੈਂਟ ਕੀਤਾ ਜਾਵੇ। ਫਿਰ ਕਦੇ ਮੈਂ ਸੋਚਣਾ ਕਿ ਰਿਲੀਜੀਅਸ ਬਣਾਇਆ ਜਾਵੇ, ਫਿਰ ਐਂਡ ਤੇ ਮੈਂ ਕਿਹਾ ਨਹੀਂ, ਜਿੱਥੋਂ ਜਰਨੀ ਸ਼ੁਰੂ ਹੋਈ ਸੀ ਨਾ ਮਾਂ-ਬਾਪ ਤੋਂ, ਜਿੱਥੋਂ ਛੱਡ ਕੇ ਆਏ ਸਾਂ, ਤੇ ਅੱਜ ਜਿੱਦਾਂ ਲੋਕਡਾਊਨ ਲੱਗਾ ਆ, ਕਈ ਨਹੀਂ ਜਾ ਸਕਦੇ, ਪਰ ਪੇਰੈਂਟਸ ਦੂਰ ਬੈਠੇ ਆ, ਵਾਹ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਤਲਬ ਬਿਜ਼ੀ ਹੋ ਗਏ ਆ, ਪਰ ਇੱਕ ਪਲ ਉੱਧਰ ਵੀ ਵੇਖਿਆ ਜਾਵੇ ਤੇ ਉਹ ਵਾਹ। ਮਾਂ-ਬਾਪ ਕਹਿੰਦੇ ਆ ਕਿ ਤੁਹਾਨੂੰ ਹਾਂਜੀ, ਉਹ ਉਹ ਗੱਲ ਕਰਨ ਨੂੰ ਕਹਿੰਦੇ ਆ ਕਿ ਗੱਲ ਕਰੋ ਸਾਡੇ ਨਾਲ। ਬਿਲਕੁਲ ਬਿਲਕੁਲ ਤੁਹਾਡੀ ਉਡੀਕ ਦੇ ਵਿੱਚ ਇਹਦੇ ਵਿੱਚ ਮੈਂ ਇਹ ਪੇਸ਼ ਕੀਤਾ ਕਿ ਜਿੱਦਾਂ ਜਨਮ ਹੁੰਦਾ ਆ, ਮਾਂ ਕਿੱਦਾਂ ਪਾਲਦੀ ਹੈ, ਫਿਰ ਪਿਓ ਬਚਪਨ ਦਿਖਾਇਆ ਹੈ ਖੇਡਦਾ ਹੋਇਆ, ਫਿਰ ਸਕੂਲ ਜਾਂਦਾ ਆ, ਗੁਰਦੁਆਰੇ ਜਾਂਦਾ ਆ, ਫਿਰ ਆਖਰ ਨੂੰ ਕਹਿੰਦੇ ਉਹ ਬਾਹਰ ਚਲੇ ਗਿਆ ਜਹਾਜ਼ ਫੜ ਕੇ, ਹਾਂਜੀ, ਤੇ ਉਹ ਤੇ ਫਿਰ ਇਹ ਮੈਂ ਇੱਕ ਘੜੀ ਦਿਖਾਈ ਹੈ, ਵਕਤ ਘੁੰਮ ਰਿਹਾ ਹੈ ਕਿੱਦਾਂ ਕਿ ਸਮਾਂ ਲੰਘਦਾ ਜਾ ਰਿਹਾ ਹੈ। ਤੇ ਸਕਾਈ ਟਾਵਰ ਵੀ ਇੱਕ ਘੜੀ 'ਚ ਹੀ ਪੇਸ਼ ਕੀਤਾ, ਤੇ ਫਿਰ ਇਹ ਸ਼ੋਅ ਕੀਤਾ ਹੈ ਕਿ ਜਿੱਦਾਂ ਸੈੱਟ ਹੋ ਗਿਆ ਹੈ, ਬਿਜ਼ਨਸ ਵੀ ਸੈੱਟ ਕਰ ਲਿਆ, ਬਿਜ਼ੀ ਹੋ ਗਿਆ ਹੈ, ਪਰ ਮਾਂ ਹਜੇ ਵੀ ਦੇਖਦੀ ਹੈ। ਵਾਹ ਜੀ ਵਾਹ। ਬਹੁਤ 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 ਕੁਛ ਇਸ ਦੇ ਵਿੱਚ ਪਰੋ ਦਿੱਤਾ। ਹਾਵ ਭਾਵ ਸਾਡੇ ਅਰਮਾਨ ਤੇ ਸਾਡੀ ਹੁਣ ਦੀ ਜਿਹੜੀ ਅਵਸਥਾ ਹਾਂਜੀ, ਉਸ ਨੂੰ ਤੁਸੀਂ ਪਰੋਇਆ। ਕਿਸੇ ਦੀ ਜਿਹੜੀ ਚੁੱਪ ਤੇ ਕਿਸੇ ਦੇ ਵੱਲੋਂ ਵਿਛੋੜਾ ਜਿਹੜਾ, ਉਹ ਸਾਰਾ ਤੁਸੀਂ ਇਸ ਦਾ ਹਿੱਸਾ ਬਣਾਇਆ। ਸੋ ਮੇਰਾ ਨੈਚੁਰਲੀ ਤੁਹਾਡੇ ਲਈ ਸਵਾਲ ਹੈ, ਤੁਸੀਂ ਇਸ ਪੇਂਟਿੰਗ ਨੂੰ ਦੇਖਦਿਆਂ ਨੈਚੁਰਲੀ ਹੁਣ ਕਿਵੇਂ ਮਹਿਸੂਸ ਕਰਦੇ ਹੋ ਕਿ ਪੇਂਟਿੰਗ ਫਿਨਿਸ਼ ਤੁਸੀਂ ਕਰ ਲਈ? ਹਾਂਜੀ, ਖੁਸ਼ ਹੋ ਇਸ? ਹਾਂਜੀ, ਮੈਂ ਤੇ ਕਾਫੀ ਆਪਣੇ ਫਰੈਂਡਸ ਨੂੰ ਵੀ ਸੈਂਡ ਕੀਤੀ ਸੀ, ਉਹਨਾਂ ਦੇ ਮੈਸੇਜ ਆਏ ਕਿ ਅਸੀਂ ਸਟੇਟਸ ਲਗਾਇਆ ਹੋਇਆ ਆ, ਕਈ ਇਮੋਸ਼ਨਲ ਮੈਸੇਜ ਵੀ ਆਏ ਆ। ਹਾਂਜੀ, ਕਿਉਂਕਿ ਇੱਕ ਸ਼ੇਅਰ ਸੀਗਾ ਉਹ ਮੈਂ ਸਾਂਝਾ ਕਰਨਾ ਜ਼ਰੂਰ ਜੀ, ਜ਼ਰੂਰ। ਤੇ ਮਾਂ ਬਿਨਾਂ ਨਾ ਘਰ ਬਣਦਾ, ਪਿਓ ਬਿਨਾਂ ਨਾ ਤਾਜ। ਮਾਂ ਦੇ ਸਿਰ ਤੇ ਆਸ਼ਾ ਹੁੰਦੀਆਂ, ਪਿਓ ਦੇ ਸਿਰ ਤੇ ਰਾਜ। ਮਾਪਿਆਂ ਬਿਨਾਂ ਸਭ ਸੁਣੀਆਂ ਰਾਹ, ਨਾ ਰਾਹ 'ਚ ਨਹੀਂ ਰਲਦਾ ਪੀਣਾ। ਕਹਿੰਦੇ ਦੁੱਧ ਚੌਂਕੇ ਪੁੱਤਰ ਪਾਲੇ, ਪੁੱਛਦੇ ਨਾ ਉਹਨੂੰ ਪਾਣੀ। ਧੁੱਪੇ ਸਣ ਮਾਪੇ, ਜਿਨ੍ਹਾਂ ਦੀ ਛਾਂ ਸੀ ਕਦੇ ਨਹੀਂ ਮਾਣੀ। ਜੇਠ ਹਾੜ ਦੀ ਗਰਮੀ ਦੇ ਵਿੱਚ ਬਾਪੂ ਹੱਲ ਚਲਾਵੇ, ਕਿਸ਼ਤਾ ਲੈ ਕੇ ਬੁਲਟ ਲੈਂਦਾ ਪੁੱਤ ਤੋਂ ਲੱਤ ਨਾ ਲਾਵੇ। ਕਹਿੰਦੇ ਮਾਪਿਆਂ ਨੂੰ ਜੇ ਭੁੱਲ ਜਾਓਗੇ, ਜੇ ਤੁਹਾਡੇ ਦੁੱਖਾਂ 'ਚ ਉਹ ਮਰ ਗਏ, ਕੱਖਾਂ ਵਾਂਗੂ ਰੋ ਜਾਓ। ਵਾਹ ਵਾਹ, ਤੁਸੀਂ ਸੱਚੀ ਪੇਂਟਿੰਗ ਵੀ ਕਵਿਤਾ ਹੀ ਲਿਖੀ ਹੈ। ਸਹੀ ਗੱਲ ਹੈ, ਵਾਹ ਜੀ ਵਾਹ। ਇਟਸ ਅ ਪੋਇਟਰੀ ਇਨ ਮੋਸ਼ਨ, ਇੰਗਲਿਸ਼ 'ਚ ਕਹਿ ਸਕਦੇ ਹਾਂ। ਹਾਂਜੀ, ਇਸ ਦੇ ਵਿੱਚ ਸ਼ਾਹਕਾਰ ਹੈ ਜੀ ਤੁਹਾਡੀ, ਤੇ ਥੈਂਕ ਯੂ ਫॉर ਪਾਰਟਿਸਿਪੇਟਿੰਗ। ਤੇ ਇਸ ਵਾਰ ਜੀ ਵੈਸੇ ਮੈਂ ਤੁਹਾਡਾ ਰਾਸ਼ੀ ਜੀ ਨਾਮ ਬਿਲਕੁਲ ਸਹੀ ਰਹਿਣਾ, ਮੇਰੇ ਨਾਲ ਕਈ ਵਾਰ ਇਸ਼ੂ ਹੁੰਦਾ। ਸੋ ਰਾਸ਼ੀ, ਮੈਨੂੰ ਇਸ ਪੇਂਟਿੰਗ ਵੱਲ ਦੇਖ ਕੇ ਇੱਕਦਮ ਪਹਿਲੋਂ ਤਾਂ ਦੋ ਔਰਤਾਂ ਨਜ਼ਰ ਆਈਆਂ,
ਪਰ ਫਿਰ ਲਾਗੇ ਚੱਲ ਕੇ ਤੁਸੀਂ ਇਸ ਦਾ ਜਦੋਂ ਮੈਂ ਪੜਿਆ ਮੈਨੂੰ ਯਾਦ ਹੈ ਇੱਥੇ ਆ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚਲੀਆਂ ਸਰਦਾਰੀ। ਸੋ ਇਹ ਮੂਮੈਂਟ ਸਭ ਤੋਂ ਵੱਧ ਇਮੋਸ਼ਨਲ ਹੁੰਦਾ ਹੈ ਹਾਂਜੀ ਇੱਕ ਮਾਂ ਦੇ ਲਈ ਹਾਂਜੀ ਜਿਸ ਨੇ ਜਨਮ ਦਿੱਤਾ ਹੁੰਦਾ ਹਾਂਜੀ ਹਾਂਜੀ ਤੇ ਉਸ ਦੀ ਧੀ ਜਿਸ ਨੇ ਉਹ ਘਰ ਮੁੜ ਕੇ ਪਰਮਨੈਂਟਲੀ ਉੱਥੇ ਕਦੀ ਨਹੀਂ ਰਹਿਣਾ ਹੁੰਦਾ। ਹਾਂਜੀ ਉਸ ਪਲ ਦੇ ਵਿੱਚ ਜਿਹੜੇ ਅੰਦਰ ਦੇ ਇਮੋਸ਼ਨ ਆ ਤੁਸੀਂ ਉਸ ਨੂੰ ਨੈਚੁਰਲੀ ਮੇਰੇ ਖਿਆਲ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ। ਹਾਂਜੀ ਬਿਲਕੁਲ ਤੁਸੀਂ ਜੀ। ਸਹੀ ਕਿਹਾ। ਜੀ ਪਹਿਲਾਂ ਤਾਂ ਮੈਂ ਵੀ ਥੈਂਕ ਯੂ ਕਰਨਾ ਚਾਹੁੰਦੀ ਹਾਂ, ਤੁਸੀਂ ਮੈਨੂੰ ਨਾ ਮੌਕਾ ਦਿੱਤਾ। ਇਹ ਨਿਊਜ਼ੀਲੈਂਡ ਦੇ ਵਿੱਚ ਪਹਿਲਾ ਮੂਵਮੈਂਟ ਆ ਜੀ। ਕਿ ਜਿਹੜੀ ਮੈਂ ਪਾਰਟਿਸਿਪੇਟ ਕਰ ਰਹੀ ਹਾਂ। ਜੀ ਇਹ ਮੂਵਮੈਂਟ ਮੈਨੂੰ ਹਮੇਸ਼ਾ ਯਾਦ ਰਹਿਣਾ ਹੈ। ਅੱਛਾ ਤੇ ਤੁਸੀਂ ਸਹੀ ਕਿਹਾ ਕਿ ਇੱਥੇ ਮੈਂ 2 ਲੇਡੀਜ਼ ਦਿਖਾਈਆਂ ਹੈ। ਜੀ ਇਹ ਮਾਂ ਤੇ ਧੀ ਹੈ, ਜੀ ਦਾ ਰਿਲੇਸ਼ਨ ਹੈ। ਇਹ ਉਹ ਮੂਵਮੈਂਟ ਹੈ ਜਦੋਂ ਧੀ ਘਰ ਛੱਡ ਕੇ ਜਾ ਰਹੀ ਹੈ, ਠੀਕ ਹੈ, ਤੇ ਉਹ ਆਪਣੀ ਪੂਰੀ ਰਿਸਪੌਂਸਿਬਿਲਟੀ, ਕੰਟਰੋਲ ਤੇ ਪ੍ਰਾਈਡ ਜੀ ਜਿਹੜੀ ਆਪਣੀ ਉਹਦੇ ਮਾਂ ਨੂੰ ਵਿੱਚ। ਦੇ ਰਹੀ ਹੈ ਜੀ ਤੇ ਕਹਿ ਰਹੀ ਹੈ ਕਿ LMI ਸਾਂਭ ਕੁੰਜੀਆਂ ਧੀਆਂ ਕਰ ਚਲੀਆਂ ਸਰਦਾਰੀ। ਜੀ ਜੀ ਕਿ ਪਹਿਲਾਂ ਮੇਰਾ ਕੰਟਰੋਲ ਹੁੰਦਾ ਸੀਗਾ ਘਰ ਦੇ ਵਿੱਚ, ਮੇਰਾ ਰਾਜ ਚੱਲਦਾ ਸੀਗਾ, ਮੈਂ ਸ਼ਹਿਜ਼ਾਦੀ ਸੀਗੀ, ਮੈਂ ਆਪਣੀ ਗੱਲ ਮਨਵਾਉਂਦੀ ਹੁੰਦੀ ਸੀਗੀ ਹਨਾ। ਹੁਣ ਮੇਰਾ ਰਾਜ ਨਹੀਂ ਚੱਲਣਾ ਹੈਗਾ। ਜਿਹੜੀ ਇੱਥੇ ਕੀਜ਼ ਦਿਖਾਈਆਂ ਹੋਈਆਂ ਆ ਇਹ ਹੈਂਡ ਓਵਰ ਆ ਕਿ ਮੇਰਾ ਕੰਟਰੋਲ ਹੁਣ ਤੁਹਾਡੇ ਕੋਲ ਆ, ਮੈਂ ਪਰਾਏ ਘਰ ਚੱਲੀ ਆ। ਤੇ ਇਹ ਉਹੀ ਮੂਵਮੈਂਟ ਹੈ। ਇਹ ਮੂਵਮੈਂਟ ਮੈਂ ਹਮੇਸ਼ਾ ਹੀ ਫੀਲ ਕਰਦੀ ਹਾਂ ਜਦੋਂ ਮੇਰਾ ਟਾਈਮ ਆਇਆ ਸੀਗਾ, ਜਦੋਂ ਮੈਂ ਘਰ ਛੱਡ ਕੇ ਚੱਲੀ ਸੀਗੀ। ਜੀ ਤਾਂ ਤੇ ਮੈਂ ਇਹ ਥੋਟ ਇਸ ਕਰਕੇ ਵੀ ਚੁੱਕਿਆ ਪੇਂਟਿੰਗ ਬਣਾਉਣ ਲਈ। ਜੀ ਮੈਂ ਇਹ ਫੋਕ Song ਹੈ ਨਰਿੰਦਰ ਬੀਬਾ ਦਾ। ਹੂੰ ਨਰਿੰਦਰ ਬੀਬਾ ਸਿੰਗਰ ਓਲਡ, ਹੂੰ ਤੇ ਮੈਂ ਬਚਪਨ ਤੋਂ Song ਸੁਣਦੀ ਆ ਰਹੀ ਹਾਂ, ਆਲੇ ਮਾਏ ਸਾਂਭ ਕੁੰਜੀਆਂ, ਹੂੰ ਤੇ ਮੇਰਾ ਫੇਵਰੇਟ ਵੀ ਹੈ। ਵਾਹ ਜੀ ਵਾਹ। ਤੇ- ਅੱਜ ਪਲੇ ਹੋ ਗਏ। ਤੁਹਾਡੀ ਫਰਮਾਇਸ਼ ਤੇ ਹਾਂਜੀ ਤੇ ਮੈਂ ਜਦੋਂ ਪੇਂਟਿੰਗ ਕੰਪੀਟੀਸ਼ਨ ਦਾ ਪਤਾ ਚੱਲਿਆ ਫਿਰ ਮੈਂ ਸੋਚਿਆ ਮੈਂ ਕੀ ਕਰਾਂ, ਤੇ ਮੈਂ ਫੋਕ Song ਸੁਣਨੇ ਸ਼ੁਰੂ ਕਰ ਦਿੱਤੇ। ਉਹਦੇ ਵਿੱਚੋਂ ਮੈਂ ਇਹ ਚੂਜ਼ ਕੀਤਾ ਫੋਕ Song, ਤੇ ਮੈਂ ਕਿਹਾ ਕਿਉਂ ਨਹੀਂ ਮੈਂ ਇਹਨੂੰ ਆਪਣੀ ਪੇਂਟਿੰਗ ਦੇ ਜ਼ਰੀਏ ਮੈਂ ਰਿਪਰੈਜ਼ੈਂਟ ਕਰਾਂ। ਤੇ ਫਿਰ ਮੈਂ ਇਹ ਥੋਟ ਬਣਾਇਆ। ਖੁਸ਼ ਹੋ ਜੀ ਇਸ ਤੋਂ ਫਾਈਨਲ ਹਾਂਜੀ ਆਮ ਵੈਰੀ ਵੈਰੀ। ਸੋ ਇਸ ਦੇ ਵਿੱਚ ਕਲਰ ਸਕੀਮ ਜਿਹੜੀ ਸੀਗੀ ਹਾਂਜੀ। ਮੈਂ ਨੈਚੁਰਲੀ ਦੁਬਾਰਾ ਵਾਪਸ ਬਾਕੀਆਂ ਨੂੰ ਵੀ ਇਹ ਸਵਾਲ ਪੁੱਛੂੰਗਾ ਆ ਕੇ, ਤੇ ਤੁਸੀਂ ਇਸ ਦੇ ਵਿੱਚ ਕਿਹੜੀ ਕੀ ਯੂਜ਼ ਕੀਤਾ ਜੀ? ਇਹ ਵੈਸੇ ਤਾਂ ਮੈਂ ਬਹੁਤ ਕੰਫਰਟੇਬਲ ਆ ਆਇਲ ਕਲਰ ਯੂਜ਼ ਕਰਨ ਆਇਲ ਵਿੱਚ। ਕਲਰ ਯੂਜ਼ ਕੀਤਾ। ਇਹ ਮੇਰਾ ਫਰਸਟ ਟਾਈਮ ਹੈ। ਮੈਂ ਐਕਲਿਕਸ ਕਲਰ ਯੂਜ਼ ਕੀਤੇ ਆ ਓਕੇ ਜਿਹੜੇ ਬਹੁਤ ਜਲਦੀ ਕੁਇਕਲੀ ਡਰਾਈ ਹੋ ਜਾਂਦੇ ਆ, ਤੇ ਮੈਂ ਕੰਫਰਟੇਬਲ ਨਹੀਂ ਸੀਗੀ, ਪਰ ਫਿਰ ਵੀ ਮੈਂ ਟਰਾਈ ਕੀਤਾ। ਕਿਉਂ ਕੰਪੀਟੀਸ਼ਨ ਦਾ ਜਿਹੜਾ ਟਾਈਮ ਸੀਗਾ ਘੱਟ ਸੀਗਾ, ਮੈਂ ਚਾਹੁੰਦੀ ਸੀ ਫਟਾਫਟ ਇਹ ਕਲਰ ਸੁੱਕ ਜਾਣ, ਤੇ ਇਸ ਕਰਕੇ ਮੈਂ ਚੂਜ਼ ਕੀਤੇ। ਇੱਕ ਮੇਰੇ ਲਈ ਐਕਸਪੈਰੀਮੈਂਟ ਵੀ ਸੀਗਾ, ਚੈਲੰਜ ਵੀ ਸੀਗਾ ਇਹ, ਤੇ ਬਟ ਮੈਨੂੰ ਲੱਗਦਾ ਮੈਂ ਸਫਲ ਹੋਈ ਹਾਂ ਸ਼ਾਇਦ। ਪਰਸਨਲੀ ਮੈਂ ਤੁਹਾਨੂੰ ਕਹਿੰਦਾ ਵੀ ਕਮੈਂਟ ਵੀ ਮੇਰੀ ਵਾਈਫ ਨੇ ਬੜੀ ਪਸੰਦ ਕੀਤੀ ਸੀਗੀ। ਇੱਕ ਚਲੋ ਕਿ ਲੇਡੀ ਦੇ ਪੱਖੋਂ ਵੀ, ਪਰ ਉਹਨਾਂ ਨੇ ਵੀ ਕੀਤਾ ਵੀ ਕਿਦਾਂ ਸੱਚੀ ਰੀਅਲ ਹੈ। ਮੈਂ ਕਿਹਾ ਵੀ ਆ ਵੀ ਹੈ ਨਾ, ਉਹਨਾਂ ਪਸੰਦ ਕੀਤੀ ਸੀ। ਪਰ ਨਹੀਂ ਪਸੰਦ ਆਈ। ਬਿਲਕੁਲ ਮੁਬਾਰਕਾਂ ਜੀ ਇੱਕ ਵਾਰ ਫਿਰ ਤੁਹਾਨੂੰ। ਥੈਂਕ ਯੂ ਜੀ। ਸੋ ਸ਼ਿਵ ਨੈਚੁਰਲੀ ਜਦੋਂ ਤੁਸੀਂ ਇਸ ਜਿਹੜੀ ਫਿਨਿਸ਼ਡ ਵਰਕ ਵੱਲ ਦੇਖਦੇ ਹੋ, ਤੇ ਮੈਂ ਕਲੀਅਰਲੀ ਦੱਸਾਂ ਉਹ ਅੱਖਾਂ ਜਿਹੜੀਆਂ ਨਾ, ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਦੋਂ ਤੁਸੀਂ ਦੇਖਦੇ ਹੋ, ਤੇ ਮੈਨੂੰ ਕਹਾਂ ਖੁਦ ਨਿੱਜੀ ਤੌਰ ਤੇ ਆਪਣਾ ਦਾਦਾ ਚੇਤੇ ਆ ਜਾਂਦਾ। ਮੈਂ ਤੁਹਾਨੂੰ ਦੱਸਾਂ ਕਿਉਂਕਿ ਇਸ ਅਵਸਥਾ ਇਸ ਉਮਰ ਦੇ ਵਿੱਚ ਲੰਘਦਿਆਂ ਤੁਸੀਂ ਕਿਸੇ ਨੂੰ ਦੇਖਿਆ ਹੋਵੇ ਇਸ ਮੁਲਕ ਦੇ ਵਿੱਚ, ਇਸ ਮੁਲਕ ਦਾ ਹਾਣੀ ਹੋ ਕੇ ਇਸ ਮੁਲਕ ਦੇ ਵਿੱਚ ਅਖੀਰਲੇ ਸਮੇਂ ਜਿਹੜੇ ਵਕਤ ਗੁਜ਼ਾਰਦਿਆਂ ਇਸ ਪਹਿਰਾਵੇ ਦੇ ਵਿੱਚ ਤੁਸੀਂ ਦੇਖਦੇ ਹੋ, ਕਿਉਂਕਿ ਤੁਸੀਂ ਹੁਣ ਤੱਕ ਇਸ ਮੁਲਕ ਦੇ ਖੂਨ ਨਿਬੜਦੇ ਹੋ, ਤੁਸੀਂ ਹੰਡਾ ਚੁੱਕੇ ਹੁੰਦੇ ਹੋ ਇਸ ਮੁਲਕ ਨੂੰ, ਇਹ ਮੁਲਕ ਦੀ ਰੰਗਤ ਤੁਹਾਡੇ ਤੇ ਚੜ ਚੁੱਕੀ ਹੈ। ਇਹ ਉਹ ਅਵਸਥਾ ਹਾਂਜੀ, ਤੇ ਇਹ ਅਵਸਥਾ ਦੇ ਵਿੱਚ ਨੈਚੁਰਲੀ ਫੁੰਮਣ ਸਿੰਘ ਗਿੱਲ ਜੋ ਕਿ ਪਿੰਡ ਚੜਕ, ਮੈਂ ਤੇ ਪਰਮਿੰਦਰ ਭਾਜੀ ਅਸੀਂ ਉਸ ਪਿੰਡ ਦੇ ਵਿੱਚ ਨੈਚੁਰਲੀ ਇਹਨਾਂ ਦੇ ਘਰ ਵੀ ਹੋ ਕੇ ਆਏ, ਬੜੇ ਫਖਰ ਦੇ ਨਾਲ ਤੁਸੀਂ ਵੀਡੀਓ ਦੇਖੀ ਹੋਣੀ ਹੈ, ਤੇ ਉਸ ਦੇ ਬਾਰੇ ਵੀ ਗੱਲ ਕਰਾਂਗੇ। ਪਰ ਮੈਂ ਨੈਚੁਰਲੀ ਅੱਜ ਉਹ ਪਿੰਡ ਦੀ ਗੱਲ ਨਹੀਂ, ਗੱਲ ਆਪਾਂ ਤੁਹਾਡੀ ਤੇ ਪੇਂਟਿੰਗ ਦੀ ਕਰਨੀ ਹੈ। ਸੋ ਦੱਸਣਾ ਕਿ ਇਹੀ ਕਿਉਂ ਤੁਸੀਂ ਸਬਜੈਕਟ ਚੂਜ਼ ਕੀਤਾ? ਪਹਿਲਾਂ ਮੈਂ ਦੱਸਦਾ, ਜਦੋਂ
ਇਹ ਫੋਟੋ ਮੈਂ ਦੇਖੀ ਨਾ, ਮੈਂ ਕੀ ਕਰਦਾ, ਜਿਹੜੀ ਮੋਸਟਲੀ ਮੈਂ ਪੋਰਟਰੇਟ ਬਣਾਉਣਾ ਜੀ ਜਿਹੜਾ ਮੈਨੂੰ ਲੱਗਦਾ ਕਿ ਕੋਈ ਫੇਸ ਬੜਾ ਅਟਰੈਕਟਿਵ ਹੈ ਜਾਂ ਕੁਝ ਮੈਸੇਜ ਕਨਵੇ ਕਰਦਾ, ਮੈਂ ਉਹਨੂੰ ਸੇਵ ਕਰਕੇ ਰੱਖ ਲੈਂਦਾ। ਤੇ ਤੁਹਾਡੇ ਪੇਜ ਤੇ ਇਹ ਫੋਟੋ ਪਾਈ ਸੀ ਤੁਸੀਂ ਜੀ ਤੇ ਜਦੋਂ ਮੈਂ ਸਾਰਾ ਪੜ੍ਹਿਆ ਮੈਨੂੰ ਬੜਾ ਵਧੀਆ ਲੱਗਿਆ ਜੀ ਕਿ ਮੈਨੂੰ ਸੀਗਾ ਵੀ ਚਲੋ ਦੱਸੀ ਹੁਣ ਮੈਂ ਜਿਵੇਂ 2012 ਚ ਆਇਆ, ਜੀ 2016 ਚ ਆਏ ਨੇ, ਤੇ ਅਸੀਂ ਫਿਰ ਵੀ ਕੁਝ ਸਟਰਗਲ ਕੀਤੀ ਆਪਣੇ ਸੈੱਟ ਹੋਣ ਲਈ ਇੱਥੇ। ਪਰ ਜਿਹੜੀ ਸਟਰਗਲ ਇਹਨਾਂ ਨੇ ਕੀਤੀ ਉਹ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਜੀ। ਮਤਲਬ ਨਾ ਕੋਈ ਪਿੱਛੇ ਗੱਲ ਕਰਨ ਦਾ ਹਿੱਲਾ, ਨਾ ਸ਼ਾਇਦ ਲੈਂਗੁਏਜ ਦਾ ਵੀ ਥੋੜਾ ਹੋਊਗਾ, ਪਰ ਫਿਰ ਵੀ ਉਸ ਤੋਂ ਬਾਅਦ ਵੀ ਇੰਨਾ ਵਧੀਆ ਉਹਨਾਂ ਨੇ ਕੀਤਾ ਤੇ ਬਾਕੀਆਂ ਵਾਸਤੇ ਰਾਹ ਖੋਲ੍ਹੇ। ਮੈਨੂੰ ਸੀਗਾ ਵੀ ਹਾਂ ਇੱਕ ਥੈਂਕਸ ਕਹਿਣਾ ਬਣਦਾ ਇਹਨਾਂ ਨੂੰ। ਮੇਰਾ ਸੀਗਾ ਜੇ ਕੰਪੀਟੀਸ਼ਨ ਨਾ ਵੀ ਹੁੰਦਾ ਮੈਂ ਫੋਟੋ ਫਿਰ ਵੀ ਬਣਾਉਣੀ ਸੀਗੀ, ਮੈਂ ਬਹੁਤ ਹੀ ਸੇਵ ਕਰਕੇ ਰੱਖੀ ਸੀਗੀ। ਤੇ ਕੁਦਰਤੀ ਜਦੋਂ ਥੋੜੀ ਪੋਸਟ ਆਈ ਕੰਪੀਟੀਸ਼ਨ ਬਾਰੇ ਤੇ ਉਹਦਾ ਥੀਮ ਸੀਗਾ NZ ਪੰਜਾਬੀ, ਤੇ ਫਿਰ ਮੈਂ ਦੂਜੀ ਆਪਸ਼ਨ ਹੈ ਹੀ ਨਹੀਂ ਸੀਗੀ, ਇਹੀ ਬਣਾਉਣੀ ਸੀਗੀ। ਤੇ ਜਦੋਂ ਮੈਂ ਬਣਾਉਣ ਲੱਗਿਆ, ਜਿਸ ਦਿਨ ਤੁਸੀਂ ਪੋਸਟ ਪਾਈ ਸੀ ਉਹ ਤੋਂ ਮੈਂ ਥੋੜ੍ਹੇ ਦਿਨ ਬਾਅਦ ਹੀ ਬਣਾਉਣਾ ਸ਼ੁਰੂ ਕਰਤਾ ਸੀਗਾ। ਤੇ ਨਾਰਮਲੀ ਮੈਂ ਜੋ ਵੀ ਕੋਈ ਪੋਰਟਰੇਟ ਬਣਾਉਣਾ ਮੈਨੂੰ 20 ਘੰਟੇ ਜਾਂ 15 ਤੋਂ 20 ਘੰਟੇ ਦੇ ਵਿੱਚ ਮੈਂ ਪੂਰਾ ਕਰ ਲੈਂਦਾ ਹੁੰਦਾ ਲਗਭਗ ਜੀ A3 ਸਾਈਜ਼ 'ਚ। ਤੇ ਇਹਦੇ 'ਚ ਮੈਂ ਇਹ ਟਾਰਗੇਟ ਲਿਖਿਆ ਜਾਏ, ਮੈਂ ਚਾਹੇ ਲਾਸਟ ਮੂਮੈਂਟ ਜਮ੍ਹਾਂ ਕਰਾਉਣੀ ਪਵੇ ਪਰ ਤਸੱਲੀ ਕਰਨੀ ਆ ਆਪਦੀ ਕਿ ਹਾਂ ਜਦ ਤੱਕ ਜੀ ਨਹੀਂ ਹੁੰਦਾ ਵੀ ਹਾਂ ਹੁਣ ਠੀਕ ਹੈ। ਤੇ ਮੈਂ ਉਹ ਪੂਰਾ ਰੀਝਾਂ ਲਾ ਕੇ ਬਣਾਈ। ਮੈਨੂੰ ਸੀਗਾ ਵੀ ਹਾਂ ਕਿ ਇੱਕ ਜਿਹੜੀ ਫੋਟੋ ਮੈਂ ਦੇਖ ਰਿਹਾ ਉਹ ਨਾਲ ਮੈਂ ਕਲੀਅਰ ਬਣਾਵਾਂ ਇਹ ਚੀਜ਼ ਨੂੰ। ਤੇ ਜਦੋਂ ਮੈਂ ਪੂਰੀ ਕੀਤੀ, ਮੈਂ ਰਾਤ ਨੂੰ ਪੂਰੀ ਕਰਕੇ, ਮੈਂ ਮੋਸਟਲੀ ਰਾਤ ਨੂੰ ਬਣਾਉਣਾ, 12 ਕੁ ਵਜੇ ਬਹਿਣਾ, ਸਵੇਰੇ 6 ਵਜੇ ਤੱਕ ਕੰਮ ਕਰਦਾ ਹੁੰਦਾ। ਤੇ ਸਵੇਰੇ ਮੈਂ ਰੱਖ ਕੇ ਸੌਂ ਗਿਆ, ਜਦੋਂ 9 ਵਜੇ ਉੱਠ ਕੇ ਮੈਂ ਦੁਬਾਰਾ ਫੋਟੋ ਦੇਖੀ। ਇੱਕ ਵਾਰ ਮੈਂ ਆਪ ਯਕੀਨ ਨਹੀਂ ਕੀਤਾ ਸੀਗਾ, ਮਤਲਬ ਮੈਂ ਇੱਕ ਵਾਰ ਫਿਰ ਦੇਖਿਆ, ਮੈਂ ਕਿਹਾ ਵੀ ਇਹ ਠੀਕ ਹੈ, ਵੀ ਮੈਨੂੰ ਜ਼ਿਆਦਾ ਕਲੀਅਰ ਲੱਗਦੀ ਸੀ ਹੈ ਵੀ ਬਿਲਕੁਲ ਕਲੀਅਰ। ਤੁਹਾਡੀਆਂ ਅੱਖਾਂ ਮੈਨੂੰ ਯਾਦ ਹੈ ਜਿਸ ਦਿਨ ਅਸੀਂ ਡਿਕਲੇਅਰ ਕਰ ਰਹੇ ਸੀ ਬੱਚੇ ਇਸ ਨੂੰ ਥਾਮਸ ਐਡੀਸਨ ਵਰਗੀ ਸ਼ਖਸੀਅਤ ਦੇ ਨਾਲ ਲੈ ਗਏ, ਕਿਉਂਕਿ ਬਹੁਤ ਵਾਰ ਜਾਣਦੇ ਨੇ ਤੇ ਮੈਨੂੰ ਵੀ ਨੈਚੁਰਲੀ ਮੌਕਾ ਮਿਲਿਆ, ਮੈਂ ਇੱਦਾਂ ਦੇ ਮੌਕੇ ਗਵਾਉਂਦਾ ਨਹੀਂ ਹੁੰਦਾ ਤੇ ਇਹਨਾਂ ਦੀ ਜ਼ਿੰਦਗੀ ਤੇ ਇਹਨਾਂ ਦੇ ਪਿਛੋਕੜ ਬਾਰੇ ਦੱਸਿਆ। ਸੋ ਮੈਂ ਕਹੂੰਗਾ ਕਿ ਬਾ ਕਮਾਲ ਤੁਸੀਂ ਉਸ ਸ਼ਖਸੀਅਤ ਨੂੰ ਵੀ ਸ਼ਿੱਦਤ ਦੇ ਨਾਲ ਜਿਹੜਾ ਆਪਣੀ ਪੇਂਟਿੰਗ 'ਚ ਪਰੋਇਆ। ਮੈਂ ਹੁਣ ਤੁਹਾਡੇ ਤੋਂ ਨੈਚੁਰਲੀ ਪੁੱਛੂੰਗਾ ਕਿ ਤੁਸੀਂ ਓਵਰਆਲ ਇਸ ਕੰਪੀਟੀਸ਼ਨ ਜਿੱਤਿਆ ਕਿਵੇਂ ਮਹਿਸੂਸ ਕਰ ਰਹੇ ਹੋ? ਠੀਕ ਹੈ, ਮੈਂ ਕਹਿੰਦਾ ਵੀ ਜਿਵੇਂ ਜਿੱਤ ਕੇ ਵਧੀਆ ਲੱਗਿਆ ਜੀ, ਪਰ ਉਹਦੇ ਨਾਲ ਵੱਧ ਖੁਸ਼ੀ ਹੋਈ ਵੀ ਤੁਸੀਂ ਜਿਹੜਾ ਸਾਨੂੰ ਇੱਕ ਇੰਨਾ ਵਧੀਆ ਪਲੇਟਫਾਰਮ ਦਿੱਤਾ ਵੀ ਅਸੀਂ ਆਪਣਾ ਕਲਾ ਦਿਖਾ ਸਕੇ, ਤੇ ਦੂਜਾ ਅਸੀਂ ਜਿਵੇਂ ਇੱਕ ਦੂਜੇ ਨੂੰ ਮਿਲ ਸਕੇ ਸਾਰੇ, ਜੀ ਉਹ ਬਹੁਤ ਵਧੀਆ ਸੀਗਾ। ਹੁਣ ਤੱਕ ਅਸੀਂ ਆਪਣੇ ਘਰੇ ਬੈਠੇ ਆਪਣਾ ਕੰਮ ਕਰਦੇ ਸੀਗੇ, ਹੁਣ ਤੋਂ ਬਾਅਦ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰ ਸਕਦੇ ਹਾਂ। ਤੇ ਹੁਣ ਅਸੀਂ ਉਸ ਦਿਨ ਤੋਂ ਬਾਅਦ ਇੱਕ ਦੂਜੇ ਨਾਲ ਰੈਗੂਲਰ ਟੱਚ ਵੀ ਹੈਗੇ ਹਾਂ ਤੇ ਕਾਫੀ ਕੁਝ ਸਿੱਖਣ ਨੂੰ ਮਿਲੇਗਾ ਤੇ ਅਗਲੀ ਵਾਰ ਅਸੀਂ ਹੋਰ ਵਧੀਆ ਕਰਾਂਗੇ। ਸ਼ਿਵ ਜੀ ਹੁਣ ਤੁਸੀਂ ਵਾਚਣਾ ਨਹੀਂ ਹੈਗਾ ਮੈਂ ਤੁਹਾਨੂੰ ਬਿਲਕੁਲ ਜੀ ਬਿਲਕੁਲ। ਆਪਾਂ ਦੁਬਾਰਾ ਹਰਪਾਲ ਤੁਹਾਡੇ ਤੇ ਆਪਣੀ ਪੇਂਟਿੰਗ ਇੱਕ ਵਾਰੀ ਪਿਕ ਕਰਨਾ। ਸੋ ਇਹ ਪੇਂਟਿੰਗ ਦੇ ਵਿੱਚ ਕਲਰਸ ਕੀ ਯੂਜ਼ ਕੀਤਾ ਤੁਸੀਂ, ਕੀ ਮਟੀਰੀਅਲ ਯੂਜ਼ ਕੀਤਾ? ਇਹ ਐਕ੍ਰੈਲਿਕ ਕਲਰਸ ਨੇ ਜੀ। ਓਕੇ। ਤੇ ਮੇਰੇ ਲਈ ਮਤਲਬ ਇਦਾਂ ਲਾ ਲਓ ਵੀ ਜਦੋਂ ਮੈਂ ਕੋਈ ਕੁਇਕ ਕੰਮ ਕਰਨਾ ਹੋਵੇ ਤਾਂ ਮੇਰੇ ਲਈ ਬੈਸਟ ਕਲਰਸ ਹੁੰਦੇ ਨੇ। ਤੇ ਇਸ ਨੂੰ ਸੁੱਕਣ ਨੂੰ ਕਿੰਨਾ ਟਾਈਮ ਲੱਗਦਾ? ਇਹ ਤੁਸੀਂ ਮਤਲਬ ਕਰੋ ਤੇ ਨਾਲ ਦੀ ਨਾਲ ਡਰਾਈ ਆ। ਤੇ ਇਸ ਦੇ ਵਿੱਚ ਜੇ ਖਰਾਬ ਹੋ ਜਾਵੇ ਤੇ ਉਹਨੂੰ ਥੋੜਾ ਕਰੈਕਟ ਕਰਨ ਦੀ ਗੁੰਜਾਇਸ਼ ਹੁੰਦੀ ਹੈ ਕਿ ਤੁਹਾਨੂੰ ਜਦੋਂ ਇਹਦੇ ਚ ਜੇ ਖਰਾਬ ਹੋ ਜੇ ਮਤਲਬ ਦੁਬਾਰਾ ਫੇਰ ਉੱਪਰ ਪੇਂਟ ਕਰ ਲਈ। ਪਹਿਲਾਂ ਮੈਂ ਤੁਹਾਨੂੰ ਦੱਸਦਾ, ਜਿਵੇਂ ਪਹਿਲਾਂ ਮੈਂ ਨਾ ਜਦੋਂ ਆਹ ਪੇਂਟਿੰਗ ਸਟਾਰਟ ਕੀਤੀ ਹਾਂਜੀ ਤਾਂ ਮੇਰਾ ਆਈਡੀਆ ਸੀ ਵੀ ਪਿੱਛੇ ਵੀ ਸਕਾਈ ਬਣਾਇਆ ਜਾਵੇ ਵਧੀਆ ਜਿਹਾ, ਹਨਾ। ਤਾਂ ਮੈਂ ਵਾਈਟ ਤੇ ਬਲੂ ਸਕਾਈ ਬਣਾਇਆ ਪ੍ਰੋਪਰ ਕਲਾਊਡਸ ਵਾਲਾ। ਤੇ ਫਿਰ ਮੈਂ ਵਿੱਚ ਜਿਵੇਂ ਲਾਈਨਿੰਗ ਛੱਡੀ ਹੋਈ ਸੀ ਕਿਉਂਕਿ ਬਾਅਦ ਚ ਕਲਰ ਕਰਨੇ ਸੀ, ਤਾਂ ਮੈਨੂੰ ਇਦਾਂ ਲੱਗਿਆ ਵੀ ਨਹੀਂ ਯਾਰ ਇਹ ਮਤਲਬ ਵੀ ਮੈਂ ਪੇਂਟਿੰਗ ਦੇ ਵਿੱਚ ਮਤਲਬ ਜਿਹੜੀ ਮਤਲਬ ਮੈंने ਟੌਪਿਕ ਚੂਜ਼ ਕੀਤਾ ਉਹਦੇ ਵਿੱਚ ਮਤਲਬ ਮੈंने ਨੇਚਰ ਦੀ ਖੂਬਸੂਰਤੀ ਬਿਆਨ ਕਰਨ ਦਾ ਮੈਨੂੰ ਲੋੜ ਨਹੀਂ ਹੈਗੀ ਵੀ ਮੈਂ ਨੇਚਰ ਦੀ ਖੂਬਸੂਰਤੀ ਬਿਆਨ ਕਰਾਂ, ਤੇ ਵੀ ਮੈਂ ਕੁਝ ਐਸਾ ਕਰਾਂ ਵੀ ਜਿਹੜੀ ਮੇਰਾ ਅਸਲ 'ਚ ਮੇਨ ਟੌਪਿਕ ਆ ਮੈਂ ਉੱਥੇ ਉਹ ਚੀਜ਼ ਨੂੰ ਬਿਆਨ ਕਰਾਂ। ਹਾਂਜੀ ਹਾਂਜੀ। ਵੀ ਐਦਾਂ ਲੋੜ ਨਾ ਪਵੇ ਵੀ ਲੋਕਾਂ ਨੂੰ ਇਹ ਲੱਗੇ ਵੀ ਅੱਛਾ ਵੀ ਲੋਕਾਂ ਨੂੰ ਇਹ ਲੱਗੇ ਵੀ ਨੇਚਰ ਦੀ ਖੂਬਸੂਰਤੀ ਬਿਆਨ ਕਰਤੀ। ਕਲਾਊਡਸ ਮੈਂ ਪਹਿਲਾਂ ਪੂਰੇ ਵਧੀਆ ਕਲਾਊਡਸ ਬਣਾਏ ਹੋਏ ਸੀ ਸਾਰੇ, ਹਨਾ, ਬੈਕਗ੍ਰਾਉਂਡ ਤੇ ਜੀ। ਤੇ ਮੈਂ ਸੋਚਿਆ ਵੀ ਨਹੀਂ ਇਹ ਆਫ ਟੌਪਿਕ ਹੋ ਜੂ ਮੇਰੇ ਲਈ ਆਲਰਾਈਟ। ਸੋ ਤੁਹਾਡਾ ਮਤਲਬ ਕਿ ਉਹ ਸ਼ਾਇਦ ਤੁਹਾਨੂੰ ਲੱਗੇਗਾ ਕਿ ਉਹ ਡਿਸਟਰੈਕਟ ਕਰੇਗੀ, ਮਤਲਬ ਉਹ ਕੀ ਹੋ ਸਕਦਾ ਸੀ ਸ਼ਾਇਦ, ਹਨਾ, ਵੀ ਮਤਲਬ ਉਹ ਇਹਦੇ ਨਾਲ ਪੇਂਟਿੰਗ ਸ਼ਾਇਦ ਦੇਖਣ ਨੂੰ ਹੋਰ ਸੋਹਣੀ ਲੱਗਦੀ ਬਟ ਉਹ ਮਤਲਬ ਟੌਪਿਕ ਤੋਂ ਹਟ ਜਾਂਦੀ। ਉਹ ਸ਼ਾਇਦ ਜੇ 10 ਬੰਦੇ ਨੂੰ ਦੇਖਦੇ ਉਹ ਸੋਚਦੇ ਯਾਰ ਪੇਂਟਿੰਗ ਬਹੁਤ ਸੋਹਣੀ ਆ, ਹਨਾ, ਬਟ ਉਹ
ਸ਼ਾਇਦ ਟੌਪਿਕ ਭੁੱਲ ਜਾਂਦੇ ਵੀ ਟੌਪਿਕ ਕੀ ਆ ਹਨਾ ਪੇਂਟਿੰਗ ਦਾ, ਉਹ ਸ਼ਾਇਦ ਪੇਂਟਿੰਗ ਦੀ ਖੂਬਸੂਰਤੀ ਦੇਖਣ ਆ ਜਾਂਦੇ। ਤਾਂ ਮੇਰਾ ਸੀ ਵੀ ਮੈਂ ਇਕੱਲਾ ਮਤਲਬ ਆਪਣਾ ਟੌਪਿਕ ਪ੍ਰੈਜ਼ੈਂਟ ਕਰਾਂ ਲੋਕਾਂ ਨੂੰ, ਵੀ ਲੋਕਾਂ ਨੂੰ ਦੱਸਾਂ ਵੀ ਮੈਂ ਦਿਖਾਉਣਾ ਕੀ ਚਾਹੁੰਦਾ। ਫਿਰ ਮੈਂ ਉਹ ਚੀਜ਼ ਪਿੱਛੇ ਡੱਲ ਕਰਤੀ ਸਾਰੀ। ਵਾਹ ਸੀ, ਇਹ ਮੂਮੈਂਟ ਉਹ ਆ ਕਿਉਂਕਿ ਮੈਂ ਬਹੁਤ ਇੰਟਰਵਿਊਜ਼ ਇੱਥੇ ਕੀਤੀਆਂ ਤਕਰੀਬਨ 20 ਸਾਲਾਂ ਦੇ ਆਪਣੇ ਰੇਡੀਓ ਦੇ ਕਰੀਅਰ 'ਚ। ਜਦੋਂ ਕਿ ਤੁਸੀਂ ਸਿਰਜਣਹਾਰ ਜਿਹੜਾ ਹੁੰਦਾ, ਗੀਤ ਦਾ ਸਿਰਜਣਹਾਰ, ਉਹਦੇ ਉਤੋਂ ਜਦੋਂ ਕੋਈ ਗੀਤ ਦੇ ਬਾਰੇ ਸੁਣਦੇ ਹੋ ਤੇ ਉਹ ਤੁਹਾਨੂੰ ਉਹ ਕੁਝ ਵੀ ਦੱਸ ਜਾਂਦਾ ਜੋ ਕਿ ਗੀਤ 'ਚ ਨਹੀਂ ਹੁੰਦਾ। ਹਾਂਜੀ। ਤੇ ਬਿਲਕੁਲ ਇਸੇ ਤਰ੍ਹਾਂ ਜੋ ਨਹੀਂ ਤੁਸੀਂ ਪੇਂਟਿੰਗ 'ਚ ਰੱਖਿਆ ਲੇਕਿਨ ਉਸ ਦਾ ਹਿੱਸਾ ਸ਼ਾਇਦ ਬਣਦਾ, ਲੇਕਿਨ ਉਹ ਤੁਹਾਨੂੰ ਨੈਚੁਰਲੀ ਤੁਹਾਡੀ ਸੋਚਣੀ ਦੇ ਮੁਤਾਬਕ ਤੁਸੀਂ ਸੋਚਿਆ ਕਿ ਨਹੀਂ ਇਹ ਮੇਰੇ ਜਿਹੜੇ ਫਿਨਿਸ਼ਡ ਵਰਕ ਜਿਹੜਾ ਮੇਰਾ ਗੋਲ ਆ ਉਸ ਤੋਂ ਬਹੁਤ ਦੂਰ ਲੈ ਜਾਏਗਾ। ਹਾਂਜੀ। ਸੋ ਕੰਗ੍ਰੈਚੁਲੇਸ਼ਨਸ ਵਾਂਸ ਅਗੇਨ, ਬਹੁਤ ਵਧੀਆ ਤੁਸੀਂ ਸਾਈਨ ਵੀ ਕੀਤਾ ਨੈਚੁਰਲੀ ਇਸ ਨੂੰ। ਤੇ ਤੁਸੀਂ ਕੀ ਯੂਜ਼ ਕੀਤਾ ਤੇ ਟੈਕਨੀਕਸ ਕੀ ਸਨ? ਹਾਂਜੀ, ਮੈਂ ਮਤਲਬ ਸ਼ੁਰੂ ਤੋਂ ਹੀ ਮੇਰਾ ਪੈਨਸਿਲ ਸਕੈਚ ਵਾਲੀ ਜਿੱਦਾਂ ਰੁਝਾਨ ਹੈ ਜੀ। ਤੇ ਇਹਦੇ ਵਿੱਚ ਵੀ ਮੈਂ ਸਿਰਫ ਪੈਨਸਿਲ ਕਲਰਸ ਹੀ ਯੂਜ਼ ਕੀਤੇ ਆ। ਅੱਛਾ। ਪਹਿਲਾਂ ਮੈਂ ਸ਼ੁਰੂ ਤੋਂ ਬਲੈਕ ਐਂਡ ਵਾਈਟ ਜਿੱਦਾਂ ਸ਼ਿਵ ਭਾਜੀ ਨੇ ਬਣਾਇਆ ਉਹ ਬਲੈਕ ਐਂਡ ਵਾਈਟ ਹੀ ਸਕੈਚ ਕਰਦਾ ਸੀਗਾ, ਬਟ ਇੱਥੇ 2015 ਤੋਂ ਇੱਥੇ ਆਉਣ ਤੋਂ ਬਾਅਦ ਮੈਂ ਕਿਹਾ ਕਲਰਡ ਵੀ ਬਣਾਇਆ ਜਾਵੇ। ਤੇ ਫਿਰ ਹੌਲੀ ਹੌਲੀ ਮੈਂ ਫਿਰ ਕਲਰਡ ਸਕੈਚਿੰਗ ਹੀ ਕਰਦਾ ਹਾਂ, ਮਤਲਬ ਮੇਨ ਪੈਨਸਲ ਤੇ ਫੋਕਸ ਕਰਦਾ ਹਾਂ। ਇੰਟਰਸਟਿੰਗ। ਤੇ ਇਸ ਪੇਂਟਿੰਗ ਬਣਾਉਣ ਨੂੰ ਕਿੰਨਾ ਟਾਈਮ ਲੱਗਾ ਤੁਹਾਨੂੰ? ਇਹ ਜਿੱਦਾਂ ਤੁਸੀਂ ਸਮਝ ਲਓ, ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ 10 ਜੁਲਾਈ ਆਖਰੀ ਡੇਟ ਸੀਗੀ। ਫਿਰ ਮੈਂ ਇੱਕ ਟਾਰਗੇਟ ਰੱਖਿਆ ਸੀ ਕਿ ਰੋਜ਼ ਇੱਕ ਫੋਟੋ ਮੈਂ ਬਣਾਵਾਂਗਾ ਤੇ ਉਸ ਤੋਂ ਹੀ ਇਹ ਜਰਨੀ ਬਣਦੀ ਗਈ ਤੇ ਇੱਕ ਸਰਕਲ ਬਣ ਗਿਆ। ਕੋਈ ਇਨਪੁਟ ਘਰੇ ਕਰਦਾ ਸੀ ਜਾਂ ਤੁਹਾਡੇ ਉੱਥੇ ਜਿਨ੍ਹਾਂ ਨਾਲ ਤੁਸੀਂ ਰਹਿ ਰਹੇ ਹੋ ਕਿ ਆ ਵੀ ਐਡ ਕਰਦੇ ਆ ਵੀ ਕੱਢਦੇ ਜਾਂ ਇਸ ਤਰ੍ਹਾਂ ਸੀ ਕੁਛ? ਤੁਹਾਨੂੰ ਮੈਂ ਮਤਲਬ ਇੱਕ ਹੋਰ ਗੱਲ ਸ਼ੇਅਰ ਕਰਨਾ ਚਾਹੁੰਦਾ, ਜਦੋਂ ਮੇਰੀ ਬੇਟੀ ਹੋਈ ਆ, ਅੱਜ ਮਹੀਨੇ ਦੀ ਹੋਈ ਆ, ਅੱਜ ਹੀ ਆਪਾਂ ਘਰੇ ਗਏ ਹਾਂ। ਹੁਣੇ ਆਪਾਂ ਘਰੇ ਉਹਨਾਂ ਨੂੰ ਡ੍ਰੌਪ ਕਰਕੇ ਮੇਰੀ ਵਾਈਫ ਨੂੰ ਬੇਟੀ ਨੂੰ ਮੈਂ ਇੱਥੇ ਆਇਆ ਤੇ ਮੈਂ ਕਦੇ ਹਸਪੀਟਲ ਵੀ ਜਾਣਾ, ਫਿਰ ਕੰਮ ਤੇ ਵੀ ਜਾਣਾ, ਫਿਰ ਇਹ ਵੀ ਬਣਾਉਣੀ। ਪਰ ਇਹ ਜਿਹੜੀ ਆਰਟ ਹੈ ਮੈਨੂੰ ਮਤਲਬ ਡਿਸਟਰਬ ਕਰਦੀ ਰਹਿੰਦੀ ਅੰਦਰੋਂ। ਕਿ ਇੰਗਲਿਸ਼ ਦਾ ਕੋਟ ਹੈਗਾ ਆ, ਇਫ ਇਟ ਡਿਸਟਰਬ ਯੂ ਇਟਸ ਆਰਟ। ਜਿਹੜੀ ਚੀਜ਼ ਤੁਹਾਨੂੰ ਤੰਗ ਕਰਦੀ ਰਹੇ ਉਹ ਸਮਝੋ ਤੁਹਾਡੀ ਕਲਾ ਆ। ਉਹਦੇ ਕਰਕੇ ਫਿਰ ਮੈਂ ਤੁਹਾਨੂੰ ਦਿਖਾਉਣਾ ਵੀ ਚਾਹਾਂਗੇ ਕਿ ਮਤਲਬ ਟੈਟੂ ਵੀ ਬਣਾ ਕੇ ਰੱਖਿਆ ਹੈ ਪੈਨਸਲ ਵਾਲਾ। ਇਹ ਮੈਨੂੰ ਮਤਲਬ ਸੁੱਤੇ ਪਿਆ ਵੀ ਡਿਸਟਰਬ ਕਰਦਾ। ਤੁਸੀਂ ਤਾਂ ਮੈਨੂੰ ਲੱਗਦਾ ਕਿ ਜਨੂਨੀ ਤੌਰ ਦੇ ਉੱਤੇ ਐਨ ਪੂਰੀ ਜਿਹੜੀ ਬੜੀ ਖੁਸ਼ੀ ਹੋਈ ਹੈ ਜਾਣ ਕੇ ਸਾਰਾ ਕੁਝ, ਕਿਉਂਕਿ ਇਸ ਮੇਰੇ ਖਿਆਲ ਮਾਫ ਕਰਨਾ ਇੰਟਰਵਿਊ ਤੋਂ ਪਹਿਲੋਂ ਮੈਂ ਤੁਹਾਡੇ ਬਾਰੇ ਤੇ ਤੁਹਾਡੇ ਨਾਲ ਬੈਠੀ ਹੋਈ ਸ਼ਖਸੀਅਤ ਜਿਹੜੀ ਆ ਉਹਨਾਂ ਦੇ ਬਾਰੇ ਬਿਲਕੁਲ ਕੁਛ ਨਹੀਂ ਜਾਣਦਾ, ਭਾਵੇਂ 3 ਜਿਹੜੇ ਬਾਕੀ ਦੇ ਮੈਂਬਰਾਂ ਨੇ, ਪਰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਇਹ ਗੱਲ ਕਰਕੇ। ਮੇਰਾ ਨੈਚੁਰਲੀ ਸਵਾਲ ਜਿਹੜਾ ਨਰਪਾਲ ਨੂੰ ਵੀ ਸੀ, ਖੁਸ਼ ਹੋ ਤੁਸੀਂ ਓਵਰਆਲ ਜਿਹੜਾ ਤੁਹਾਡਾ ਫਾਈਨਲ ਵਰਕ ਤੁਸੀਂ ਇਸ ਸਕੈਚ ਵਰਕ ਦੇ ਵਿੱਚ ਕਲਰ ਦੇ ਵਿੱਚ ਜਿਹੜਾ ਫਿਨਿਸ਼ ਕਰ ਪਾਏ? ਤੁਹਾਨੂੰ ਲੱਗਿਆ ਕਿ ਕੁਛ ਇਸ ਦੇ ਵਿੱਚ ਹੋਰ ਵੀ ਵਧੀਆ ਹੋ ਸਕਦਾ ਹੈ ਜੇ ਮੇਰੇ ਕੋਲ ਟਾਈਮ ਹੁੰਦਾ? ਨਹੀਂ, ਇਹ ਤੋਂ ਵਧੀਆ ਤੇ ਮੈਂ ਕਿਉਂਕਿ ਤੁਹਾਨੂੰ ਦੱਸਿਆ ਹੀ ਕਿ ਸਾਰਿਆਂ ਨੂੰ ਸੈਂਡ ਕੀਤੀ ਸੀ ਤੇ ਮੇਰੇ ਮੰਮਾ ਵੀ ਬੜੇ ਇਮੋਸ਼ਨਲ ਹੋਏ। ਹਾਂਜੀ। ਤੇ ਹਾਂਜੀ, ਉੱਦਾਂ ਜਿਵੇਂ ਭਾਈ ਨੇ ਦੱਸਿਆ ਕਿ ਲੋਕਡਾਊਨ ਦੇ ਵਿੱਚ ਉਹਨਾਂ ਨੇ ਸਕੈਚਿੰਗ ਬਣਾਉਣੀ ਸ਼ੁਰੂ ਕੀਤੀ, ਫਿਰ ਉਸ ਤੋਂ ਬਾਅਦ ਹੀ ਭਾਜੀ ਵੀ ਮੇਰੇ ਲਿੰਕ 'ਚ ਆਏ। ਫਿਰ ਆਪਾਂ ਇੱਕ ਦੂਜੇ ਨਾਲ ਮਤਲਬ ਕਿ ਇਨਫੋਰਮੇਸ਼ਨ ਸ਼ੇਅਰ ਕਰਨੀ ਸ਼ੁਰੂ ਕੀਤੀ ਤੇ ਭਾਜੀ ਮੈਨੂੰ ਕਹਿੰਦੇ ਰਹਿੰਦੇ ਸੀ ਕਿ ਕਰਨ ਆਪਾਂ ਐਗਜ਼ੀਬਿਸ਼ਨ ਲਗਾਉਂਦੇ ਹਾਂ ਤੇ ਅਸੀਂ ਗਰੁੱਪ ਬਣਾਉਂਦੇ ਆ। ਤੇ ਮੇਰੇ ਖਿਆਲ ਪਿਛਲੇ 5 ਮਹੀਨਿਆਂ ਤੋਂ ਗਰੁੱਪ 'ਚ ਮੈਂ ਤੇ ਸ਼ਿਵ ਭਾਜੀ ਸੀ। ਚਲੋ ਹੁਣ ਸੁੱਖ ਨਾਲ ਤੁਸੀਂ ਦੇਖ ਰਹੇ। ਵੈਸੇ ਇੰਟਰਸਟਿੰਗਲੀ ਮੈਂ ਹਰਜੋਤ ਨੂੰ ਵੈਸੇ ਪਤਾ, ਮੈਂ ਆਪਣੀ ਜ਼ਿੰਦਗੀ ਦੀਆਂ 2 ਪੇਂਟਿੰਗਸ ਮੈਂ ਵੀ ਬਣਾਈਆਂ ਹੋਈਆਂ, ਮੈਨੂੰ ਬਹੁਤ ਸ਼ੌਂਕ ਹੈ, ਮੇਰੇ ਕੋਲ ਟਾਈਮ ਨਹੀਂ ਹੁੰਦਾ, ਨਹੀਂ ਤਾਂ ਮੈਂ ਆਪਣੇ ਘਰੇ ਸਿਰਫ ਸਾਡੇ ਘਰ ਵਾਲੇ ਦੇਖਦੇ ਆ ਮੇਰੀਆਂ ਪੇਂਟਿੰਗਸ ਜਿਹੜੀਆਂ ਹੁੰਦੀਆਂ। ਗਰੁੱਪ ਬਣਿਆ ਹੋਇਆ ਬੜਾ ਸਹੀ ਗੱਲ ਆ। ਪਰ ਇਹ ਜਦੋਂ ਮੈਂ ਆਪਣੇ ਬਣਾਈਆਂ ਨਿੱਜੀ ਤੌਰ ਤੇ ਦੱਸ ਦੇਵਾਂ, ਇੰਨਾ ਪੀਸਫੁਲ ਇਹ ਨਾ ਮੂਮੈਂਟਸ ਆ ਜਿੱਥੇ ਤੁਸੀਂ ਗਵਾਚ ਜਾਂਦੇ ਹੋ ਤੇ ਤੁਹਾਡਾ ਮਾਈਂਡ ਐਨ ਰਿਲੈਕਸ ਹੋ ਜਾਂਦਾ ਤੇ ਤੁਹਾਨੂੰ ਪਤਾ ਕਿ ਤੁਸੀਂ ਆ ਸਿਰਜਣਹਾਰ ਹੈ ਇਸ ਦੇ ਤੇ ਇਸ ਨੂੰ ਤੁਸੀਂ ਵੱਖ-ਵੱਖ ਜਿਹੜੇ ਰੂਪ ਦੇ ਸਕਦੇ ਆ। ਉਹ ਮੂਮੈਂਟ ਬੜਾ ਪਾਵਰਫੁਲ ਮੂਮੈਂਟ ਆ ਤੇ ਉਹ ਸਦਾ ਹੀ ਰਹਿਣੀ ਆ ਉਹ ਚੀਜ਼। ਇੱਕ ਗੱਲ ਹੈ ਕਿ ਜੇ ਤੁਸੀਂ ਉਹਨੂੰ ਪ੍ਰੀਜ਼ਰਵ ਕਰ ਲਿਆ ਤੇ ਉਸ ਤੋਂ ਉੱਪਰ ਕੁਛ ਨਹੀਂ ਹੈਗਾ। ਮੈਂ ਜੀ ਨੈਚੁਰਲੀ ਰਾਸ਼ੀ ਜੀ ਤੁਸੀਂ ਦੱਸੋ ਕਿ ਇਸ ਦੇ ਵਿੱਚ ਤੁਸੀਂ ਨੈਚੁਰਲੀ
ਵੈਸੇ ਕਲਰ ਦਾ ਦੱਸ ਹੀ ਦਿੱਤਾ ਸੀਗਾ ਤੁਸੀਂ, ਜਿਹੜਾ ਕਿ ਹਾਂਜੀ। ਐਕ੍ਰੀਲਿਕ ਤੁਸੀਂ ਹਾਂਜੀ ਹਨੀ ਪੇਂਟ। ਸੋ ਫਿਨਿਸ਼ ਕਰਦਿਆਂ ਇਸ ਦੇ ਵਿੱਚ ਤੁਸੀਂ ਕਦੀ ਇਦਾਂ ਮਹਿਸੂਸ ਕੀਤਾ ਕਿ ਮੈਂ ਆ ਵੀ ਐਡ ਕਰ ਦੇਵਾਂ, ਕੱਢ ਦੇਵਾਂ, ਜਾਂ ਕੁਝ ਹੋਰ ਬਣਦਾ ਸੀ ਤੇ ਫਿਰ ਤੁਸੀਂ ਉਸ ਨੂੰ ਚੇਂਜ ਕੀਤਾ? ਇਹ ਵੀ ਮੂਮੈਂਟਸ ਹੈ? ਮੇਰੀ ਕੋਸ਼ਿਸ਼ ਸੀ ਕਿ ਮੈਂ ਆਪਣੇ ਨਾ ਸਬਜੈਕਟ ਨਾਲ ਫੋਕਸ ਰਵਾਂ। ਜੀ ਜੇ ਮੈਂ ਹੋਰ ਕੁਝ ਐਡ ਕਰਦੀ ਸ਼ਾਇਦ ਮੈਂ ਉਹ ਫੋਕਸ ਨਹੀਂ ਰਹਿੰਦਾ ਇਹਦੇ ਵਿੱਚ। ਮੇਰਾ ਫੋਕਸ ਹੈ ਇਹ ਚੀਜ਼ ਆ, ਜੀ ਇਹ ਜਿਹੜੀ ਚਾਬੀਆਂ ਮੈਂ ਚਾਬੀ। ਦਿਖਾ ਰਹੀ ਹਾਂ, ਜੇ ਇਹਦਾ ਫੋਕਸ ਕਿਤੇ ਹੋਰ ਚਲੇ ਜਾਂਦਾ ਤੇ ਫਿਰ ਇਹ ਜਿਹੜਾ ਮਤਲਬ ਆ ਨਾ ਪੇਂਟਿੰਗ ਦਾ ਉਹ ਚਲੇ ਜਾਂਦਾ। ਤੇ ਮੈਂ ਇਹਨੂੰ ਜ਼ਿਆਦਾ ਕੰਪਲਿਕੇਟ ਵੀ ਨਹੀਂ ਬਣਾਉਣਾ ਚਾਹਦੀ ਸੀ ਕਿ ਮੈਂ ਇੱਥੇ ਮੈਂ ਕੁਝ ਬਣਾਦਾ, ਇੱਥੇ ਕੁਝ ਬਣਾਦਾ, ਇਦਾਂ ਨਹੀਂ। ਤੇ ਘਰੇ ਦਿਖਾਈ ਫੋਟੋ ਇਹੋ ਤੁਸੀਂ? ਸਾਰਿਆਂ ਨੇ ਬਹੁਤ ਪਸੰਦ ਕੀਤੀ। Father ਸਡਨਲੀ ਮੇਰੇ ਡੈਡੀ ਹੁਣ ਨਹੀਂ ਉਹ ਰਹੇ, ਸੌਰੀ, ਮਾਫ ਕਰਨਾ। ਕੋਈ ਗੱਲ ਨਹੀਂ। ਤੇ ਪਰ ਉਹ ਜੇ ਹੁੰਦੇ ਤਾਂ ਅੱਜ ਬਹੁਤ ਜ਼ਿਆਦਾ ਖੁਸ਼ ਹੁੰਦੇ। ਖੁਸ਼ ਬਿਲਕੁਲ ਅਚੀਵਮੈਂਟ ਹੈ। ਅੱਛਾ ਜੀ, ਕਿਉਂਕਿ ਉਹਨਾਂ ਦੇ ਵੱਲੋਂ ਲਾਈਵ ਤੁਸੀਂ ਇਹ ਬੂਟਿਆਂ, ਬੜੀ ਖੁਸ਼ੀ ਹੁੰਦੀ ਹੈ ਕਿ ਇੱਕ ਬਾਪ ਨੇ ਬੇਟੀ ਨੂੰ, ਤੇ ਅਸੀਂ ਉਸ ਨੂੰ ਮਾਣ ਰਹੇ ਹਾਂ ਇੱਥੇ ਤੁਹਾਡੀ ਕਲਾ ਨੂੰ। ਹਾਂਜੀ, ਤੇ ਨੈਚੁਰਲੀ ਕਿੰਨਾ ਟਾਈਮ ਲੱਗਾ ਤੁਹਾਨੂੰ ਓਵਰਆਲ? ਇਹਨੂੰ ਪੂਰੇ 4 ਤੋਂ 5 ਦਿਨ ਲੱਗੇ ਆ ਜੀ। ਤੇ ਰੋਜ਼ ਮੈਂ 4 ਤੋਂ 5 ਘੰਟੇ ਕੱਢਦੀ ਸੀ ਇਹਨੂੰ ਬਣਾਉਣ ਲਈ। ਵਾਹ। ਹਾਂਜੀ, ਗਲਤੀਆਂ ਵੀ ਹੋਈਆਂ, ਮੈਂ ਫਿਰ ਦੁਬਾਰਾ ਵੀ ਕੀਤਾ, ਪਰ ਮੈਂ ਤੁਹਾਨੂੰ ਜਿੱਦਾਂ ਦੱਸਿਆ ਇਹ ਐਕਸਪੈਰੀਮੈਂਟ ਸੀਗਾ ਮੇਰੇ ਲਈ, ਚੈਲੰਜ ਸੀਗਾ ਇਹ। ਮੈਨੂੰ ਇੱਕ ਚੀਜ਼ ਦੱਸੋ ਕਿ ਰੰਗ ਜਿਹੜੇ ਸੂਟਾਂ ਦੇ ਰੰਗ ਆ, ਹਾਂਜੀ ਹਾਂਜੀ, ਉਹ ਤੁਸੀਂ ਇਹੀ ਕਿਉਂ ਸਿਲੈਕਟ ਕੀਤੇ? ਜਿਹੜੇ ਸੂਟ, ਕਿਉਂਕਿ ਜਿਹੜੇ ਪੰਜਾਬੀ ਹੁੰਦੇ ਆ ਨਾ, ਇਹ ਤੁਹਾਡਾ ਕੁਐਸਚਨ ਬਹੁਤ ਵਧੀਆ ਸੀਗਾ। ਹਾਂਜੀ। ਤੇ ਕਿਉਂਕਿ ਜਿਹੜੇ ਪੰਜਾਬੀ ਹੁੰਦੇ ਨੇ ਬਹੁਤ ਕਲਰਫੁਲ ਹੁੰਦੇ ਆ, ਜੀ। ਬ੍ਰਾਈਟ ਕੱਪੜੇ ਪਹਿਨਦੇ ਆ, ਤੇ ਮੈਂ ਇਹ ਜਿਹੜਾ ਪੈਰਟ ਕਲਰ ਤੇ ਇਹ ਮਹਿੰਦੀ ਕਲਰ ਯੂਜ਼ ਕੀਤਾ, ਕਿਉਂਕਿ ਇਹ ਸ਼ਗੁਨਾਂ ਦਾ ਦਿਨ ਹੈਗਾ, ਇਹ ਚੱਲ ਰਿਹਾ, ਤੇ ਮਹਿੰਦੀ ਜਿਹੜਾ ਸ਼ਗੁਨ ਦਾ ਕਲਰ ਮੰਨਿਆ ਜਾਂਦਾ, ਤਾਂ ਮੈਂ ਇਹ ਚੂਜ਼ ਕੀਤਾ। ਤੇ ਇਹ ਜਿਹੜਾ ਚੁੰਨੀ ਦਾ ਰੰਗ ਆ ਇਹ ਮੈਚ ਕਰ ਰਿਹਾ ਤੇ ਬ੍ਰਾਈਟ ਦਿਖਾ ਰਹੀ ਹੈ। ਸੇਮ ਤੁਸੀਂ ਜਿਹੜਾ ਬ੍ਰਾਈਡਲ ਆ, ਦੁਲਹਨ ਆ, ਤੁਸੀਂ ਦੇਖ ਰਹੇ ਹੋ ਦੁਪੱਟਾ, ਆਬਵੀਅਸਲੀ ਇਹ ਰੈੱਡ ਹੀ ਹੋਣਾ ਚਾਹੀਦਾ ਹੈ, ਤੇ ਗੋਟਾ ਆ, ਮਹਿੰਦੀ ਹੈ। ਮੈਂ ਨਿੱਜੀ ਤੌਰ ਤੇ ਦੱਸਾਂ, ਜਦੋਂ ਮੈਂ ਤਸਵੀਰ ਦੇਖੀ, ਕਿਉਂਕਿ ਮੈਂ ਪਾਕਿਸਤਾਨ ਹੋ ਕੇ ਆਇਆ ਅੱਛਾ ਜੀ। 2 ਵਾਰੀ, ਹਾਂਜੀ ਮੈਨੂੰ ਇਹ ਤਸਵੀਰ ਦੇ ਵਿੱਚ ਇਵੇਂ ਲੱਗਾ ਕਿ ਜਿਵੇਂ ਸਾਡੀ 1947 ਦੀ ਵੰਡ ਅੱਛਾ ਦੇ ਵਿੱਚ ਇੱਕ ਜਿਹੜੀ ਧੀ ਆ ਇੱਕ ਕਿਸਮ ਦੀ, ਹਾਂਜੀ ਉਹ ਵੱਡੇ ਪੰਜਾਬ ਤੋਂ ਵਿਛੜ ਕੇ ਜਾ ਰਹੀ ਆ। ਤੇ ਕਿਉਂਕਿ ਉਹ ਨੈਚੁਰਲੀ ਜਿਹੜਾ ਹਰਾ ਰੰਗ ਆ, ਉਹ ਨੈਚੁਰਲੀ ਆਪਾਂ ਜਾਣਦੇ ਹਾਂ ਇਸਲਾਮ 'ਚ ਸਭ ਤੋਂ ਸ਼ੁਭ ਮੰਨਿਆ ਜਾਂਦਾ। ਹਾਂਜੀ ਤੇ ਇਧਰਲੇ ਪਾਸੇ ਸਾਡੇ ਜਿਹੜਾ ਬਰਾਊਨ ਤੇ ਤੁਸੀਂ ਰੰਗ ਆ, ਉਹ ਇਧਰਲੇ ਪੰਜਾਬ 'ਚ ਬਹੁਤ ਸ਼ੁਭ ਮੰਨਿਆ ਜਾਂਦਾ। ਅੱਛਾ ਕਿ ਇਹ 2 ਪੰਜਾਬਾਂ ਦੇ ਵਿੱਚ ਵੀ, ਜੇ ਵੈਸੇ ਜੇ ਤੁਸੀਂ ਦੇਖਣਾ ਹੋਵੇ, ਮੇਰੇ ਦਿਮਾਗ 'ਚ ਉਹ ਬੜੀ ਵਾਰ ਆਈ ਕਿ ਸ਼ਾਇਦ ਤੁਸੀਂ ਇਹ 2 ਰੰਗ ਜਿਹੜੇ ਆ ਇਸ ਕਰਕੇ ਚੂਜ਼ ਕੀਤੇ, ਕਿਉਂਕਿ ਜਦੋਂ ਤੁਸੀਂ ਲਹਿੰਦੇ ਪੰਜਾਬ ਦੇ ਵਿੱਚ ਜਾਂਦੇ ਹੋ, ਹਾਂਜੀ ਇਹ ਪਹਿਰਾਵਾ, ਅੱਛਾ ਇਹ ਰੰਗ ਜਿਹੜੇ ਆ, ਹਾਂਜੀ ਇਹ ਸਭ ਤੋਂ ਵੱਧ ਪਹਿਨਿਆ ਜਾਂਦਾ। ਹਾਂਜੀ ਹਾਂਜੀ, ਨਹੀਂ ਤੁਸੀਂ ਸਹੀ ਕਿਹਾ, ਇਹ ਪਾਕਿਸਤਾਨ ਜਾਂਦੇ ਆ, ਪਾਕਿਸਤਾਨ ਦਾ ਇਹ ਗ੍ਰੀਨ ਕਲਰ ਹੈ, ਹਾਂਜੀ। ਬਟ ਮੈਂ ਥੋੜਾ ਜਿਹਾ ਇਹਨੂੰ ਨਾ ਮੋਡੀਫਾਈਡ ਕਰਨ ਦਾ ਕੋਸ਼ਿਸ਼ ਕੀਤਾ ਸੀ ਤਾਂ ਕਿ ਇਹ ਰੰਗ ਉਹ ਨਾ ਲੱਗੇ, ਪੰਜਾਬ ਦਾ ਲੱਗੇ। ਜੀ, ਥੈਂਕ ਯੂ ਵੈਰੀ ਮਚ। ਅਸੀਂ ਬਹੁਤ ਚੰਗਾ ਲੱਗਾ Thank you ਗੱਲ ਜੀ। ਕਰਕੇ। ਅਖੀਰ ਦੇ ਵਿੱਚ ਸ਼ਿਵਜੀ, ਨੈਚੁਰਲੀ ਤੁਸੀਂ ਦੱਸ ਦਿੱਤਾ ਕਿ ਇਹ ਚਾਰਕੋਲ ਵਰਕ ਤੁਹਾਡਾ ਸੀਗਾ, ਤੇ ਮਤਲਬ ਕਿ ਫਿਨਿਸ਼ ਕਰਦਿਆਂ ਤੁਹਾਡੇ ਐਕਸਪੀਰੀਅੰਸਿਸ ਇਸ ਦੇ, ਕਿਉਂਕਿ ਚਾਰਕੋਲ ਇੱਕ ਐਸੀ ਕਲਾ ਆ, ਮੈਂ ਤੁਹਾਨੂੰ ਦੱਸ ਦਵਾਂ, ਕਿਉਂਕਿ ਜਿਹੜਾ ਸਕਾਟ ਸੀ, ਜਿਹੜਾ ਆਪਣੇ ਵਨ ਆਫ ਦਾ ਜਿਹੜਾ ਜੱਜਸ ਸੀ, ਉਹ ਚਾਰਕੋਲ ਪੇਂਟਰ ਹੈ ਜੀ। ਉਸਨੇ ਕਿਹਾ ਕਿ ਆਹ ਜਿਹੜੀ ਕਲਾ ਦੇ ਵਿੱਚ ਗਲਤੀ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ, ਤੇ ਗਲਤੀ ਬਹੁਤ ਮਹਿੰਗੀ ਪੈਂਦੀ ਆ ਇਸ ਦੇ ਵਿੱਚ। ਸੋ ਜੋ ਫਿਨਿਸ਼ ਹੋਇਆ, ਮੈਂ ਮਹਿਸੂਸ ਕਰ ਸਕਦਾ ਕਿ ਇਹ ਬਾ ਕਮਾਲ ਆ। ਸੋ ਕਿਉਂਕਿ ਮੈਂ ਕਦੀ ਵੀ ਉਸ ਨਜ਼ਰ ਦੇ ਨਾਲ ਕਦੀ ਦੇਖਿਆ ਨਹੀਂ ਸੀਗਾ, ਕਿਉਂਕਿ ਮੈਂ ਚਾਰਕੋਲ ਪੇਂਟਿੰਗ ਕੀਤੀ ਨਾ ਹੀ ਮੈਂ ਉਹਦੇ ਦਾ ਇਲਮ ਰੱਖਦਾ ਸੀ। ਸੋ ਲੇਕਿਨ ਮੈਂ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਕੀ ਹੋਈਆਂ ਗਲਤੀਆਂ ਇਸ ਦੇ ਵਿੱਚ? ਨਹੀਂ, ਜਿਵੇਂ ਹੁੰਦਾ ਕਿ ਗ੍ਰੇਫਾਈਟ ਪੈਨਸਲ ਯੂਜ਼ ਕਰਦੇ ਆਪਾਂ ਨਾ ਜੀ, ਉਹ ਸਮਝ ਘੱਟ ਹੁੰਦੀ ਹੈ। ਕਾਰਬਨ ਪੈਨਸਲ ਯੂਜ਼ ਕਰਦੇ ਉਹ ਬਹੁਤ ਘੱਟ ਸਮਝ ਹੁੰਦੀ ਹੈ। ਚਾਰਕੋਲ ਦਾ ਇਹ ਹੈ ਕਿ ਜੇ ਜਿੱਥੇ ਥੋੜਾ ਜਿਹਾ ਹੱਥ ਲੱਗ ਗਿਆ, ਉੱਥੇ ਉਹਨੇ ਜੋ ਤੁਸੀਂ ਬਣਾਇਆ ਉਹ ਖਤਮ ਹੋ ਜਾਣਾ, ਉਹਨੇ ਸਾਰਾ ਇੱਕ ਦੂਜੇ 'ਚ ਮਿਲ ਜਾਣਾ। ਤੇ ਉਹਦੇ ਵਾਸਤੇ ਤਾਂ ਇਹੀ ਸੀਗਾ ਵੀ ਜਿਵੇਂ ਨਾ ਤੁਹਾਡੇ ਹੱਥ ਨੂੰ ਗਰਮੀ ਆਉਣ ਦੇਣੀ ਹੈ, ਨਾ ਤੁਸੀਂ ਜ਼ਿਆਦਾ ਕੋਲ ਜਾ ਕਰ ਸਕਦੇ ਹੋ। ਵਾਹ, ਤੁਸੀਂ ਬਣਾ ਵੀ ਹੱਥ ਨਾਲ ਹੀ ਬਣਾ ਰਹੇ ਹੋ, ਪਰ ਗੈਪ ਵੀ ਰੱਖ ਰਹੇ ਹੋ। ਜੀ,
ਬਾ ਕਮਾਲ ਹੈ ਜੀ। ਤੇ ਕਿੰਨਾ ਕੁ ਟਾਈਮ ਤੁਸੀਂ ਦੁਬਾਰਾ ਇੱਕ ਵਾਰੀ ਦੱਸਣਾ ਲੱਗਾ ਮੈਨੂੰ 25 ਘੰਟੇ ਤੋਂ ਥੋੜਾ ਵੱਧ ਹੀ ਲੱਗਿਆ ਹੋਊਗਾ। ਤੇ ਸਾਰੇ ਹੀ ਚਾਰੇ ਹੀ ਜਿਹੜੇ ਸਾਡੇ ਆਏ ਹੋਏ ਆਰਟਿਸਟ ਜੀ, ਬਹੁਤ ਚੰਗਾ ਮਹਿਸੂਸ ਹੋ ਰਿਹਾ। ਬੱਚਿਆਂ ਦੀ ਵੀ ਕੈਟੇਗਰੀ ਹੈ ਤੇ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਨੈਚੁਰਲੀ ਉਹਨਾਂ ਸਟੂਡੀਓ ਬੁਲਾ ਕੇ, ਕਿਉਂਕਿ ਮੈਨੂੰ ਬਹੁਤ ਵਧੀਆ ਲੱਗਾ। ਕੈਮਰੇ ਦੇ ਪਿੱਛੇ ਕੈਮਰਾ ਹੁਣ ਘੁਮਾ ਦਿਓ ਇੱਕ ਵਾਰੀ ਹਰਜੋਤ, ਤੁਸੀਂ ਵੀ ਕੋਇਨਸੀਡੈਂਸ ਹੀ ਸੀ ਕਿ ਪੇਂਟਿੰਗ ਜਿਹੜੀ ਤੁਹਾਡੀ ਵੀ ਬਾ ਕਮਾਲ ਸੀ, ਤੁਸੀਂ ਫੁਮਨ ਸਿੰਘ ਗਿੱਲ ਹੁਣਾਂ ਦੀ ਕੀਤੀ ਤੇ ਤੁਹਾਡੇ ਤੋਂ ਮੈਂ ਇਹੀ ਤਵੱਕੋ ਰੱਖ ਸਕਦਾ ਸੀ ਕਿਉਂਕਿ ਸਹੀ ਗੱਲ ਹੈ ਨੈਚੁਰਲੀ ਤੁਹਾਡੇ ਤੁਸੀਂ ਤਾਂ ਜੀਦੇ ਹੋ ਇਸ ਚੀਜ਼ ਨੂੰ ਤੇ ਸਾਡਾ ਗਹਿਣਾ ਸਾਡੇ ਕਮਿਊਨਿਟੀ ਦਾ। ਸੋ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਪੁੱਛੂੰਗਾ ਕਿ ਕਿਤੇ ਤੁਸੀਂ ਸ਼ਿਵ ਹੋਣਾ ਨਾਲ ਤਾਂ ਨਹੀਂ ਡਿਸਕਸ ਕੀਤਾ ਸੀ ਆਈਡੀਆ? ਪਰ ਮੈਨੂੰ ਅਸਲ ਦੱਸਾਂ, ਟੂ ਬੀ ਆਨੈਸਟ, ਜਿਹਨੇ ਬਣਾਈ ਨਾ ਜੀ ਮੈਨੂੰ ਬਹੁਤ ਵਧੀਆ ਲੱਗਾ ਜੀ, ਕਿਉਂਕਿ ਇੱਕ ਤਾਂ ਮੈਂ ਚੀਜ਼ ਬਣਾਈ ਗਿਆ ਜੀ ਤੇ ਮੈਨੂੰ ਹੁਣ ਪਤਾ ਵੀ ਉਹਨਾਂ ਨੇ ਕੀ ਬਣਾਇਆ ਤੇ ਮੈਂ ਕੀ ਬਣਾਇਆ ਤੇ ਕਿੱਥੋਂ ਮੈਂ ਗਲਤੀ ਕੀਤੀ ਹੈ, ਕਿੱਥੇ ਇਹਦਾ ਬਿਹਤਰ ਮੈਂ ਤੋਂ ਕਰ ਸਕਦਾ ਸੀ। ਵਾਹ ਜੀ ਵਾਹ, ਕਿ ਬਹੁਤ ਵਧੀਆ। ਮੈਂ ਬਹੁਤ ਸਿੱਖਿਆ, ਕਿਉਂਕਿ ਮੈਂ ਬਣਾਉਣਾ ਵੀ ਮੈਂ ਸੌਫਟ ਪੈਨਸਲ ਯੂਜ਼ ਕਰਦਾ ਹਾਂ। ਜੀ ਚਾਰਕੋਲ ਦਾ ਜਿੱਦਾਂ ਇਹਨਾਂ ਨੇ ਦੱਸਿਆ ਆ ਵੀ ਮੈਂ ਐਕਸਪੈਰੀਮੈਂਟ ਨਹੀਂ ਕਰ ਸਕਦਾ ਸੀ, ਕਿਉਂਕਿ ਉਹ ਜੇ ਖਿਲਰ ਗਿਆ ਫਿਰ ਖਿਲਰ ਜਾਣਾ ਸੀਗਾ। ਤੇ ਮੈਨੂੰ ਇਹ ਸੀ ਵੀ ਜੇ ਇੱਕ ਵਾਰ ਖਰਾਬ ਹੋ ਗਈ ਮੇਰੇ ਤੋਂ ਮੁੜ ਕੇ ਦੁਬਾਰਾ ਬਣਨੀ ਨਹੀਂ ਹੈਗੀ। ਪਰ ਉਹ ਵਧੀਆ ਹੁਣ ਜਿੱਦਾਂ ਕੰਟੈਕਟ ਚ ਆਇਆ, ਮੈਂ ਉਹਨੂੰ ਕਿਹਾ ਵੀ ਮੈਂ ਤੁਹਾਨੂੰ ਸਿੱਖੂਗਾ, ਕਿਉਂਕਿ ਮੈਂ ਸਾਰਿਆਂ ਨੂੰ ਪਹਿਲੀ ਵਾਰ ਮਿਲਿਆ। ਵਾਹ ਵਾਹ ਇਹ ਸਾਡਾ ਘੱਟ ਗਿਣਤੀ ਵਾਲਾ ਭਾਈਚਾਰਾ ਆ। ਵਾਹ ਜੀ ਵਾਹ। ਮੈਂ ਤੁਹਾਨੂੰ ਦੱਸਾਂ ਇਸ ਗੱਲ ਦੀ ਮੈਨੂੰ ਵੱਧ ਖੁਸ਼ੀ ਹੈ ਕਿ ਆਪਣਾ ਨੈਟਵਰਕਿੰਗ ਜਿਹੜਾ ਗਰੁੱਪ ਬਣ ਚੁੱਕਾ। ਮੈਨੂੰ ਨੈਚੁਰਲੀ ਇਨਬਾਕਸ ਦੇ ਵਿੱਚ ਇੱਕ ਜਿਹੜੇ ਆਏ ਹੋਏ ਸਾਡੇ ਇੱਥੇ ਮਹਿਮਾਨ ਸੀ, ਉਹਨਾਂ ਨੇ ਕਿਹਾ ਕਿ ਕੀ ਜਿਹੜੇ ਪਾਰਟਿਸਪੈਂਟ ਵਿਨਰ ਨੇ ਜਾਂ ਪਾਰਟਿਸਪੈਂਟ ਸੀ ਉਹ ਚਾਹੁੰਣਗੇ ਕਿ ਕੋਈ ਕਿਸੇ ਅਕੰਪਲਿਸ਼ ਪੇਂਟਰ ਦੇ ਨਾਲ ਵਰਕਸ਼ਾਪ ਤੁਹਾਡੀ ਜਿਹੜੀ ਆ ਲਵਾਈ ਜਾਵੇ। ਸੋ ਮੇਰੇ ਖਿਆਲ ਸਾਰਿਆਂ ਦੇ ਜਵਾਬ ਯੈਸ ਹੀ ਹੋਣਗੇ। ਸੋ ਉਹਨਾਂ ਨੂੰ ਮੈਂ ਜਵਾਬ ਨਹੀਂ ਸੀ ਦਿੱਤਾ, ਸਵੇਰ ਦੀ ਉਹਨਾਂ ਨੇ ਮੈਨੂੰ ਕੀਤੀ ਹੋਈ ਸੀ। ਸੋ ਇਸ ਦੇ ਬਾਅਦ 'ਚੋਂ ਮੈਂ ਨੈਚੁਰਲੀ ਜਵਾਬ ਉਹਨਾਂ ਨੂੰ ਭੇਜ ਦਊਂਗਾ, ਕਿਉਂਕਿ ਉਹ ਇੰਨੇ ਪ੍ਰਭਾਵਿਤ ਹੋਏ ਇੱਥੇ ਆਏ ਸੀ ਤੇ ਉਹ ਕਹਿੰਦੇ ਕਿ ਨਤੇਜ ਸੱਚੀ ਰੂਹ ਦੀਆਂ ਖੁਰਾਕਾਂ ਸਨ। ਤੇ ਮੈਂ ਚਾਹੁੰਦਾ ਕਿ ਇਸ ਨੂੰ ਹੋਰ ਵੱਧ ਪ੍ਰਫੁੱਲਤ ਕੀਤਾ ਜਾਵੇ। ਤੇ ਕੀ ਤੁਸੀਂ ਕੀ ਸੋਚਦੇ ਆ? ਤੇ ਫਿਰ ਨੈਚੁਰਲੀ ਇਸ ਦਾ ਜਵਾਬ ਮੈਂ ਤੁਹਾਡੇ ਬਿਹਾਫ ਤੇ ਦਿੰਦਾ ਹੈ, ਕੋਈ ਸਿਆਣਪ ਨਹੀਂ ਹੈ। ਤੇ ਸੋ ਅੱਜ ਇਸ ਦਾ ਵੀ ਜਵਾਬ ਤੇ ਬੱਚਿਆਂ ਨੂੰ ਵੀ ਲੈ ਕੇ ਅਸੀਂ ਸਾਰਿਆਂ ਨੂੰ ਦੱਸ ਦਈਏ ਕਿ ਵਰਕਸ਼ਾਪ ਪੇਂਟਿੰਗ ਦੇ ਉੱਤੇ ਅਸੀਂ ਜ਼ਰੂਰ ਜਲਦ ਆਰਗੇਨਾਈਜ਼ ਕਰਨ ਜਾ ਰਹੇ ਹਾਂ। ਸੋ ਥੈਂਕ ਯੂ ਵੈਰੀ ਮੱਚ, ਤੁਸੀਂ ਸਮਾਂ ਕੱਢ ਕੇ ਆਏ ਹੋ। ਜੀ ਹਰਜੋਤ, ਜਿੱਥੇ ਪੇਂਟਰਾਂ ਨੇ ਆਰਟਿਸਟਾਂ ਨੇ ਘੰਟੇ ਲਾਏ ਆ ਨਾ, ਉਹਦੇ ਬੈਕ ਦੀ ਜਿਹੜਾ ਸਟੇਜ ਤੇ ਭਾਈ ਨੇ ਘੰਟੇ ਲਾਏ ਆ ਨਾ, ਉਹ ਕਿਸੇ ਨੂੰ ਪਤਾ ਨਹੀਂ। ਪਰ ਜੋ ਭਾਈ ਨੇ ਪਿੱਛੇ ਜੋ ਸਾਰਾ ਬਣਾਇਆ, ਉਹਦਾ ਜੋ ਰਿਕਾਰਡ ਜੋ ਵੈਬਸਾਈਟ ਤੇ ਕੀਤਾ 4-5 ਵਾਰ ਘੰਟੇ ਭਾਈ ਨੇ ਵੀ ਲਾਏ ਆ ਨਾ, ਕਿਉਂਕਿ ਉਹ ਸਾਰਾ ਆਰਗੇਨਾਈਜ਼ ਕਰਨਾ ਉਸ ਚੀਜ਼ ਨੂੰ, ਇਕੱਲੇ ਮਤਲਬ ਬੰਦੇ ਤੱਕ ਅਪਰੋਚ ਕਰਨਾ, ਇੱਥੇ ਸਾਰਾ ਕੁਝ ਕਰਨਾ, ਪਹਿਲਾਂ ਆ ਕੇ ਸਾਰੀ ਸੈਟਿੰਗ ਕਰਨੀ, ਕਿਸ ਨੂੰ ਕਿਸ ਕੈਟਾਗਰੀ 'ਚ ਰੱਖਣਾ, ਕਿਉਂਕਿ ਆਰਟ ਦਾ ਕੰਮ ਸੀਗਾ। ਕਿਉਂਕਿ ਸਾਰੇ ਆਰਟਿਸਟ ਅਸੀਂ ਬਿਜ਼ੀ ਕਰਤੇ ਸੀਗੇ ਤੇ ਭਾਜੀ ਨੇ ਆਪਣੇ ਮੋਢਿਆਂ ਤੇ ਸਾਰਾ ਭਾਰ ਚੱਕਿਆ ਤੇ ਭਾਜੀ ਨੇ ਬਾਖੂਬੀ ਜਿੱਦਾਂ ਅੱਗੇ ਵੀ ਕੰਮ ਕਰਦੇ ਆ ਕਮਿਊਨਿਟੀ ਤੇ ਹੋਰ ਕੰਮਾਂ ਦੇ ਨਾਲ ਸਮਾਂ ਕੱਢਿਆ, ਕਿਉਂਕਿ ਬਹੁਤ ਕੰਮ ਹੁੰਦੇ ਨੇ। ਤੇ ਭਾਜੀ ਦਾ ਅਸੀਂ ਤੁਹਾਨੂੰ ਧੰਨਵਾਦ ਕਰਦੇ ਹਾਂ, ਕਿਉਂਕਿ ਪਹਿਲਾਂ ਨਹੀਂ ਸੀ ਇਦਾਂ ਦਾ ਵੀ ਇਹਨਾਂ ਨੇ ਬਹੁਤ ਅੱਗੇ ਵੀ ਮੌਕੇ ਕਮਿਊਨਿਟੀ 'ਚ ਦਿੱਤੇ ਆ ਵੱਖੋ ਵੱਖਰੇ ਸਮਿਆਂ ਦੇ ਵਿੱਚ। ਤੇ ਇਸ ਵਾਰ ਆਰਟਿਸਟ ਦੀ ਨੰਬਰ ਲੱਗਾ ਤੇ ਸਾਡੇ ਵਿਭਾਗ ਜਾ ਕੇ 12 ਸਾਲ ਬਾਅਦ ਰੂੜੀ ਦੀ ਸੁਣੀ ਗਈ ਪਰ ਸੁਣੀ ਗਈ ਆ। ਪਰ ਥੈਂਕ ਯੂ ਵੈਰੀ ਮੱਚ ਫॉर द ਕਾਈਂਡ ਵਰਡਸ। ਤੇ ਉਹਦੇ ਕਹਿ ਰਹੇ ਇਹਦੇ ਵਿੱਚ ਕੀ ਪਤਾ ਕਿ ਮੈਂ ਵੀ ਆਪਣਾ ਦੇਖ ਰਿਹਾ ਹੋਵਾਂ ਕਿ ਅਗਲੀ ਵਾਰ ਮੇਰਾ ਵੀ ਨੰਬਰ ਲੱਗ। ਬਟ ਆਰਟ ਇੱਕ ਐਸੀ ਚੀਜ਼ ਹੈ ਕਿ ਜਦੋਂ ਤੁਸੀਂ ਵਧੀਆ ਆਰਟ ਦੇਖਦੇ ਹੋ ਨਾ, ਤੁਹਾਨੂੰ ਹੋਰ ਭਵਿੱਖ ਦੀਆਂ ਜਿਹੜੀਆਂ ਸੰਭਾਵਨਾਵਾਂ ਆ ਉਹ ਦਿਖਣੀਆਂ ਸ਼ੁਰੂ ਹੋ ਜਾਂਦੀਆਂ, ਖਾਸ ਕਰਕੇ ਬੱਚਿਆਂ ਦੇ ਪੱਖੋਂ। ਮੈਂ ਇੱਕ ਪੇਂਟਿੰਗ ਦਾ ਖਾਸ ਕਰਕੇ ਜ਼ਿਕਰ ਕਰਨਾ ਚਾਹਾਂਗਾ। ਟਾਕਨਨੀ ਗੁਰਦੁਆਰਾ ਸਾਹਿਬ ਦੀ ਪੇਂਟਿੰਗ ਜਿਹੜੀ ਦਿਓਲ ਪਰਿਵਾਰ ਦੀ ਧੀ ਆ ਉਹਨਾਂ ਨੇ ਬਣਾਈ, ਤੇ ਮੇਰੇ ਤੋਂ ਸੀਨੀਅਰ ਜਿਹੜੇ ਦਲਜੀਤ ਭਾਜੀ ਉਹਨਾਂ ਨੇ ਆਪਣੇ ਪੇਜ ਦੇ ਉੱਤੇ ਚੇਚਾ ਸ਼ੇਅਰ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਉਹਨੂੰ ਵੀ ਇਨਾਮ ਮਿਲਣਾ ਚਾਹੀਦਾ। ਮੈਂ ਇਹ ਵੀ ਦੱਸ ਦੇਵਾਂ, ਮੈਂ ਕਿਹਾ ਵੀ ਭਾਜੀ ਜੱਜ ਕੀਤਾ ਹੁਣ ਸਾਰੀ ਜੱਜਸ ਨੇ ਕੀਤੀ ਹੈਗੀ ਆ, ਤੇ ਪਰ ਉਹ ਕਹਿੰਦੇ ਨਹੀਂ ਆਪਾਂ ਉਹਨਾਂ ਨੂੰ ਵੀ ਦੇਣਾ। ਸਾਨੂੰ ਬਹੁਤ ਵਧੀਆ ਲੱਗਾ, ਇਹ ਮੈਨੂੰ ਹੋਰ ਵੀ ਚੰਗਾ ਲੱਗਾ ਕਿ ਕਮਿਊਨਿਟੀ ਦੇ ਵਿੱਚ ਸਾਡੇ ਜਿਹੜੇ ਮੋਤਬਰ ਨੇ ਉਹਨਾਂ ਨੇ ਵੀ ਜਿਹੜਾ ਇਸ ਕਲਾ ਨੂੰ ਜਿਹੜਾ ਐਕਨੋਲਜ ਕਰਦੇ ਹੋਏ ਸਾਡੇ ਜਿਹੜੇ ਗਾਂ ਦੇ ਬੱਚੇ ਨੇ ਉਹਨਾਂ ਨੂੰ ਹੋਰ ਪ੍ਰਫੁੱਲਤ ਕਰਨ ਦੇ ਲਈ ਵੀ ਇਸ ਦੇ ਬਾਅਦ ਉਹ ਨੈਚੁਰਲੀ ਇਨਾਮ ਵੀ ਚੇਚੇ ਤੌਰ ਦੇ ਉੱਤੇ ਉਸ ਪੇਂਟਿੰਗ ਤੇ ਉਹਨਾਂ ਦੇ
ਜਿਹੜੇ ਸਰਜਣਹਾਰ ਨੇ ਉਹਨਾਂ ਨੂੰ ਦੇਣਗੇ। ਸੋ ਬਹੁਤ ਵਧੀਆ ਜੀ, ਇਸ ਦੇ ਵਿੱਚੋਂ ਆਊਟਕਮਸ ਆਈਆਂ ਹੈਗੀਆਂ। ਉਸਤਾਦ ਸਾਡੇ ਕੋਲ ਆ ਗਏ ਆ ਵੀ ਕੱਲ ਨੂੰ ਐਗਜ਼ੀਬਿਸ਼ਨਾਂ ਲੱਗਣਗੀਆਂ ਤਾਂ ਆਪਾਂ ਨਿਆਣਿਆਂ ਨੂੰ ਬਹੁਤ ਕੁਝ ਸਿਖਾ ਬਿਲਕੁਲ ਸਕਦੇ ਹਾਂ। ਸਿਖਾ ਸਕਾਂਗੇ। ਸੋ ਨਾਲ ਦੇ ਨਾਲ ਸਾਰੇ ਹੀ ਸਾਡੇ ਵਿਊਅਰਸ ਤੇ ਲਿਸਨਰਸ ਨੂੰ ਅਸੀਂ ਦੱਸ ਦਈਏ, ਅਖੀਰਲਾ ਜਿਹੜਾ 31 ਤਰੀਕ ਸੈਟਰਡੇ ਪੈਂਦਾ, 2 ਹਫ਼ਤੇ ਨੂੰ ਜਿਹੜਾ ਸੈਟਰਡੇ ਹੈ, ਪੈਪਟੋਈ ਲਾਇਬ੍ਰੇਰੀ ਦੇ ਵਿੱਚ ਸਪੈਸ਼ਲ ਸੈਸ਼ਨ ਰੱਖਿਆ ਜਾ ਰਿਹਾ। ਜਿਹੜੇ ਵਿਨਰਸ ਨੇ ਸਾਰੇ ਜਿਹੜੇ ਇੱਥੇ ਨੇ ਇਹ ਵੀ ਸਾਰੇ ਆਉਣਗੇ ਤੇ ਨਾਲ ਬੱਚੇ ਵੀ। ਤੇ ਅਸੀਂ ਛੋਟਾ ਜਿਹਾ ਉੱਥੇ ਸੈਸ਼ਨ ਰੱਖਿਆ ਮੇਨ ਸਟ੍ਰੀਮ ਸਾਰਿਆਂ ਦੇ ਲਈ। ਇਹਨਾਂ ਦੀਆਂ ਪੇਂਟਿੰਗਸ ਜਿਹੜੀਆਂ ਨੇ ਉਹ ਮੈਂ ਕੱਲ੍ਹ ਨੂੰ ਉੱਪਰ ਦੀਆਂ ਕਰ ਦੇਣੀਆਂ ਲਾਇਬ੍ਰੇਰੀ ਨੂੰ। ਸੋ ਲਾਇਬ੍ਰੇਰੀ ਨੇ ਇਹਨਾਂ ਪੇਂਟਿੰਗ ਨੂੰ ਐਗਜ਼ਿਬਿਟ ਪਬਲਿਕ ਦੇ ਲਈ ਕਰਨਾ। ਸੋ ਪਬਲਿਕ ਦੇ ਲਈ ਐਗਜ਼ਿਬਿਟ ਕਰਦੇ ਆ। ਇਹ ਜਿਹੜਾ ਪ੍ਰੋਗਰਾਮ ਹੈ ਸੈਟਰਡੇ ਦਾ, ਉਸ ਦਾ ਪੋਸਟਰ ਵੀ ਨਾਲ ਲੱਗਿਆ ਹੋਏਗਾ। ਸੋ ਤਾਂ ਕਿ ਆਮ ਜਿਹੜੇ ਇੱਥੇ ਦੇ ਲੋਕ ਨੇ ਉਹ ਵੀ ਜਾਣ ਸਕਣ ਆਪਣੀ ਪੰਜਾਬੀਆਂ ਦੀ ਕਲਾ ਨੂੰ। ਤੇ ਇਸ ਦੀ ਫਿਰ ਗੱਲਬਾਤ 12 ਵਜੇ ਸੈਟਰਡੇ 31 ਤਰੀਕ ਨੂੰ ਹੋਏਗਾ ਜੀ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਸੀ। ਮੈਂ ਨੋਟ ਕੀਤਾ ਸੀ ਜੇ ਪਿਛਲੇ ਕੁਝ ਟਾਈਮ 'ਚ ਜੀ ਵੀ ਆਪਣੀ ਕਮਿਊਨਿਟੀ 'ਚ ਆਰਟ ਬਾਰੇ ਅਵੇਅਰਨੈਸ ਘੱਟ ਸੀਗੀ। ਜੀ ਮਤਲਬ ਲੋਕਾਂ ਨੂੰ ਇਹੀ ਲੱਗਦਾ ਸੀਗਾ ਵੀ ਜੇ ਤੁਸੀਂ ਕੁਝ ਬਣਾ ਰਹੇ ਹੋ ਤਾਂ 1 ਘੰਟੇ 2 ਘੰਟੇ 'ਚ ਬਣ ਜਾਂਦਾ ਤੇ ਠੀਕ ਆ। ਮੇਰੇ ਖਿਆਲ 'ਚ ਇਹ ਕੰਪੀਟੀਸ਼ਨ ਤੋਂ ਬਾਅਦ ਸਾਰਿਆਂ ਦੀ ਗੱਲ ਸੁਣਨ ਤੋਂ ਬਾਅਦ ਪਤਾ ਲੱਗ ਜਾਂਦਾ ਵੀ ਇੱਥੇ 1-2 ਘੰਟੇ ਨਹੀਂ ਲੱਗਦੇ ਤੇ ਹਫ਼ਤੇ ਵੀ ਲੱਗ ਜਾਂਦੇ। ਹਫ਼ਤੇ ਵੀ ਲੱਗ ਜਾਂਦੇ। ਤੁਸੀਂ ਜਦੋਂ 25 ਘੰਟੇ ਤੁਸੀਂ ਆਪਣੀ ਗੱਲ ਕੀਤੀ ਆ, ਮੈਂ ਦੱਸਾਂ ਜੀ ਕਿ 1 ਘੰਟਾ ਕੱਢਣਾ ਕਈ ਵਾਰ ਮੁਸ਼ਕਲ ਹੋ ਜਾਂਦਾ। ਤੇ ਲੇਕਿਨ ਕਲਾ ਇੱਕ ਐਸੀ ਚੀਜ਼ ਹੈ ਕਿ ਜੇ ਅਸੀਂ ਸ਼ੁਕਰਗੁਜ਼ਾਰ ਹਾਂ। ਅਸੀਂ ਆਪਣੇ ਆਪ ਨੂੰ ਬੜਾ ਸੁਹਾਗਾ ਮਹਿਸੂਸ ਕਰਦੇ ਹਾਂ ਕਿ ਤੁਸੀਂ ਇਸ ਕੰਪੀਟੀਸ਼ਨ ਨੂੰ ਇੰਨਾ ਸੀਰੀਅਸਲੀ ਲਿਆ। ਤੇ ਇਸ ਗਾਂਹ ਚੱਲਦਿਆਂ ਮੈਨੂੰ ਪਤਾ ਕਿ ਹੋਰ ਵੀ 4 ਚੰਗ ਲੱਗਣਗੇ ਅੱਗੇ ਚੱਲਦਿਆਂ, ਕਿਉਂਕਿ ਮੇਰੇ ਨਾਲ ਜਿੱਦਾਂ ਭਾਜੀ ਹੁਣਾਂ ਨੇ, ਦਲਜੀਤ ਭਾਈ ਨੇ ਕਿਹਾ ਕਿ ਆਪਾਂ ਬੱਚਿਆਂ ਨੂੰ ਹੋਰ ਪ੍ਰਫੁੱਲਿਤ ਕਰਨਾ। ਮੈਂ ਕਿਹਾ ਭਾਈ ਜੀ ਪਹਿਲਾ ਸਾਲ ਸੀ ਸਾਡਾ, ਅਸੀਂ ਨੈਚੁਰਲੀ ਹੋਰ ਇਸ ਨੂੰ ਇਨਕਰੇਜ ਕਰਨਾ। ਸੋ ਮੇਰੇ ਹਿਸਾਬ ਨਾਲ ਬਹੁਤ ਕਮਿਊਨਿਟੀ ਦੇ ਵਿੱਚ ਜਿਹੜੇ ਲੋਕ ਨੇ ਇਸ ਨੂੰ ਗਾਂਹ ਲੈ ਕੇ ਜਾਣਗੇ ਤੇ ਚੰਗੀ ਗੱਲ ਹੈ। ਤੇ ਅਸੀਂ ਸਾਰਿਆਂ ਨੂੰ ਇੱਕ ਵਾਰੀ ਫਿਰ ਧੰਨਵਾਦ ਦੇ ਪੱਖੋਂ ਜਿਹੜੇ ਪਾਰਟਿਸਪੈਂਟ ਸਨ, ਜਿਹੜੇ ਭਾਵੇਂ ਅਸਫਲ ਰਹੇ ਲੇਕਿਨ ਉਹਨਾਂ ਨੇ ਕੰਟਰੀਬਿਊਟ ਕੀਤਾ। ਅਸੀਂ ਧੰਨਵਾਦ ਹਾਂ, ਪੇਰੈਂਟਸ ਦੇ ਧੰਨਵਾਦ ਹਾਂ ਜਿਨ੍ਹਾਂ ਨੇ ਸਮਾਂ ਕੱਢਿਆ। ਸੋ ਪ੍ਰੋਗਰਾਮ ਜਿਹੜਾ ਜੀ ਆਪਣੇ ਆਖਰੀ ਪਲਾਂ ਦੇ ਵਿੱਚ ਜਾਂਦਾ ਹੋਇਆ ਤੇ ਰਾਸ਼ੀ ਜੀ ਹੁਣਾਂ ਨੇ ਜਿਹੜਾ ਗੀਤ ਕਿਹਾ ਸੀ ਅਸੀਂ ਉਹਦੇ ਨਾਲ ਹੀ ਫਿਨਿਸ਼ ਕਰਨਾ, ਕਿਉਂਕਿ ਬੋਲ ਜਿਹੜੇ ਪਗਾਉਣੇ ਸਾਡੇ ਪੰਜਾਬੀਆਂ ਨੇ ਸਦਾ ਇਸ ਨੂੰ ਤਰਜੀਹ ਦਿੱਤੀ ਹੈ। ਤੇ ਮੇਰਾ ਕੋਈ ਵੀ ਤੁਸੀਂ ਹੁਣ ਕੋਈ ਆਪਣੇ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ, ਕੰਟਰੀਬਿਊਟ ਕਰਨਾ ਚਾਹੁੰਦੇ ਹੋ, ਤੁਸੀਂ ਕਰ ਸਕਦੇ ਹੋ, ਤੁਹਾਡੇ ਲਈ ਮੌਕਾ ਹੈ। ਤਦ ਤੱਕ ਮੈਂ ਗੀਤ ਸੈੱਟ ਕਰ ਲੈਂਦਾ ਜੀ। ਸਾਰੇ ਆਪਣੇ ਐਕਸਪੀਰੀਅੰਸ ਨੂੰ ਲੈ ਕੇ ਕਿੱਦਾਂ ਰਹੇ ਕੁਝ ਕਹਿਣਾ ਚਾਹੋਗੇ ਭਾਜੀ ਤੇ ਨਹੀਂ, ਮੈਂ ਤਾਂ ਸਭ ਤੋਂ ਤੁਹਾਡਾ ਜ਼ਿਆਦਾ ਥੈਂਕਸ ਕਰਨਾ ਚਾਹੁੰਦਾ ਜਿਹੜਾ ਤੁਸੀਂ ਇੰਨਾ ਵਧੀਆ ਇਵੈਂਟ ਆਰਗੇਨਾਈਜ਼ ਕੀਤਾ। ਤੇ ਇਹਦੇ ਨਾਲ ਸਾਨੂੰ ਵੀ ਮੌਕਾ ਮਿਲਿਆ ਤੇ ਇੱਕ ਦੂਜੇ ਨਾਲ ਮਿਲ ਕੇ ਵੀ ਅਸੀਂ ਹੁਣ ਅੱਗੇ ਹੋਰ ਵਧੀਆ ਕਰਾਂਗੇ। ਤੇ ਬਾਕੀ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਵੇਂ ਤੁਸੀਂ ਕਿਹਾ ਬੱਚਿਆਂ ਦੀਆਂ ਉਹ ਵਰਕਸ਼ਾਪਸ ਲਾਉਣੀਆਂ ਨੇ, ਉਹਦੇ ਵਾਸਤੇ ਮੈਂ ਕਿਹਾ ਸਾਰੇ ਤਿਆਰ ਹੋਣਗੇ, ਅਸੀਂ ਵੀ ਨਾਲ ਕੰਟਰੀਬਿਊਟ ਕਰਾਂਗੇ। ਤੁਸੀਂ ਬਸ ਦੱਸੇ ਸਾਨੂੰ। ਜੀ ਕੈਰੀ ਔਨ। ਹਾਂਜੀ ਜੀ। ਹਾਂਜੀ ਮੈਨੂੰ ਵੀ ਮੈਂ ਉਹੀ ਇਹਨਾਂ ਦੀ ਗੱਲ ਰਿਪੀਟ ਕਰਨਾ ਚਾਹੁੰਦੀ ਹਾਂ। ਤੇ ਇਹ ਬਹੁਤ ਸੋਹਣਾ ਮੂਵਮੈਂਟ ਸੀਗਾ ਤੇ ਮੈਂ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਤੁਸੀਂ ਇੰਨਾ ਵਧੀਆ ਇੰਨੇ ਡਿਟੇਲ ਦੇ ਵਿੱਚ ਤੁਸੀਂ ਇਹ ਆਰਗੇਨਾਈਜ਼ ਕਰੋਗੇ। ਜਦੋਂ ਮੈਂ ਆਈ ਇੱਥੇ ਹਰ ਚੀਜ਼ ਮੈਂ ਦੇਖੀ ਡਿਟੇਲ ਦੇ ਵਿੱਚ ਨਾ, ਈਵਨ ਜਿਹੜੇ ਤੁਸੀਂ ਪ੍ਰਾਈਜ਼ ਡਿਸਟ੍ਰੀਬਿਊਸ਼ਨ ਸੀਗੇ, ਠੀਕ ਹੈ ਨਾ, ਹਰ ਇੱਕ ਗੱਲ ਦਾ ਤੁਸੀਂ ਨਾ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਨਾ ਧਿਆਨ ਰੱਖਿਆ। ਇਹ ਮੈਨੂੰ ਬਹੁਤ ਵਧੀਆ ਲੱਗਿਆ। ਸ਼ੁਕਰੀਆ, ਥੈਂਕ ਯੂ। ਹਾਂਜੀ ਇਹ ਬਹੁਤ ਵਧੀਆ ਓਪਰਚੁਨਿਟੀ ਸੀ। ਕੱਲ ਮੈਂ ਫੇਸਬੁੱਕ ਤੇ ਵੀ ਭਾਜੀਆਂ ਨੂੰ ਟੈਗ ਕਰਕੇ ਥੈਂਕਸ ਕੀਤਾ ਕਿ ਸਾਨੂੰ ਸਾਰਿਆਂ ਨੂੰ ਇਹੋ ਜਿਹਾ ਮੌਕਾ ਦਿੱਤਾ। ਤੇ ਪਰਸੋਂ ਜਿਸ ਦਿਨ ਕੰਪੀਟੀਸ਼ਨ ਸੀਗਾ ਇੱਥੇ ਪੇਂਟਿੰਗ ਦਾ, ਉਸ ਦਿਨ ਵੀ ਉਹਨਾਂ ਨੇ ਅਨਾਉਂਸ ਕੀਤਾ ਕਿ NZ6 ਗੇਮ ਦੇ ਵਿੱਚ ਆਰਟ ਨੂੰ ਵੀ ਲੈ ਕੇ ਜਾਵਾਂਗੇ। ਤੇ ਉਹ ਇੰਜ ਲੱਗਾ ਜਿਵੇਂ 올림픽 'ਚ ਕ੍ਰਿਕਟ ਜਾ ਰਹੀ ਹੋਵੇ। ਦਿਲ ਨੂੰ ਬੜਾ ਸਵਾਦ ਹੀ ਆਇਆ ਕਿ ਚਲੋ ਹੁਣ ਆਰਟਿਸਟ ਮਤਲਬ ਸਾਡੀ ਕਲਾ ਵੀ ਉੱਥੇ, ਕਿਉਂਕਿ ਸਾਰੀ ਕਮਿਊਨਿਟੀ ਇਕੱਠੀ ਹੁੰਦੀ ਆ ਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਹਾਂ ਕਲਾ ਦਾ ਵੀ ਕੀ ਮੁੱਲ ਹੈ। ਬਹੁਤ ਸ਼ੁਕਰੀਆ ਸਾਰਿਆਂ ਦਾ। ਮੈਂ ਬਿਹਾਈਂਡ ਦਾ ਕੈਮਰਾ, ਹਰਜੋਤ ਹੁਣ ਫਰੰਟ ਦਾ ਕੈਮਰਾ। ਤੇ ਹਰਪਾਲ ਤੁਹਾਡਾ, ਤੁਹਾਡਾ, ਰਾਸ਼ੀ ਜੀ ਤੁਹਾਡਾ, ਸ਼ਿਵ ਜੀ ਤੇ ਹਰਜੋਤ ਜੀ,
ਬਹੁਤ ਵਧੀਆ ਸਮਾਂ, ਪਤਾ ਹੀ ਨਹੀਂ ਲੱਗਾ ਟਾਈਮ ਕਿੱਥੇ ਗਿਆ। 1 ਘੰਟਾ ਆਪਾਂ ਗੱਲਾਂ ਕਰਦੇ ਕਰਦੇ ਇੱਥੇ ਆ ਗਏ ਤੇ ਨੈਚੁਰਲੀ ਇਹ ਸ਼ੁਭ ਆਰੰਭ ਹੈ। ਹਾਂਜੀ, ਮੈਨੀ ਮੋਰ ਟਾਕਸ ਟੂ ਕਮ ਤੇ ਨੈਚੁਰਲੀ ਪੇਂਟਿੰਗਸ ਦੇ ਪੱਖੋਂ ਆਪਾਂ ਅੱਗੇ ਚੱਲਦੇ ਹਾਂ। ਮੈਂ ਪੋਜ਼ਿਟਿਵਲੀ ਫੀਲ ਕਰ ਰਿਹਾ ਕਿ ਅਸੀਂ ਕਾਫੀ ਕੁਛ ਨਿਵੇਕਲਾ ਜਿਹੜਾ ਕਮਿਊਨਿਟੀ ਦੇ ਪੱਖੋਂ ਸਿਰਜਦੇ ਹੋਏ ਆਪਾਂ ਇਕੱਠਿਆਂ ਇੱਕ ਚੰਗੀ ਜਿਹੜੀ ਆ ਦਿਸ਼ਾ ਨੂੰ ਤੁਰੇ ਜਾ ਰਹੇ ਹਾਂ। ਸੋ ਇਸ ਦੇ ਨਾਲ ਹੀ ਇਜਾਜ਼ਤ ਲੈਂਦੇ ਹਾਂ। ਇੱਥੇ ਆਨਲਾਈਨ ਅਸੀਂ ਟਰਾਂਸਮਿਸ਼ਨ ਜਿਹੜੀ ਆ ਫੇਸਬੁੱਕ ਦੀ ਬੰਦ ਕਰਨ ਜਾ ਰਹੇ ਹਾਂ। ਤੁਸੀਂ ਇਸ ਨੂੰ ਦੁਬਾਰਾ ਦੇਖ ਸਕਦੇ ਹੋ। ਯਾਦ ਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਰਹੇ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਉੱਤੇ ਇਹ ਆਰਕਾਈਵ ਕੁਝ ਇੱਕ ਪਲਾਂ ਦੇ ਵਿੱਚ ਹੋ ਜਾਏਗੀ। ਰਾਸ਼ੀ ਜੀ, ਤੁਸੀਂ ਦੁਬਾਰਾ ਜੀ ਇੰਟਰੋਡਿਊਸ ਕਰ ਦਿਓ ਗੀਤ। ਮੈਂ ਗਲਤੀ ਲਾਉਣ